ਅਜੀਤ ਰਾਹੀ ਦਾ ਨਾਵਲ ਹੈ ਧੁੱਖ ਦੀ ਧੂਣੀ, ਅੰਗ 10ਵਾਂ। ਬੰਤਾ ਜੈਨੀ ਦੀ ਦਾਸਤਾਨ ਸੁਣ ਕੇ ਸਹਿਮ ਤੇ ਡਰ ਨਾਲ ਇਕੱਠਾ ਜਾ ਹੋ ਗਿਆ। ਉਹਦੇ ਮਨ ਅੰਦਰ ਮਾਨੋ ਦੁਨੀਆ ਦੀ ਪਹਿਲੀ ਤੇ ਦੂਜੀ ਲੜਾਈ ਦੋਵੇਂ ਇਕੱਠੀਆਂ ਛਿੜ ਪਈਆਂ ਹੋਣ। ਉਹ ਸੋਚ ਰਿਹਾ ਸੀ ਕਿ ਮੈਂ ਜੈਨੀ ਨੂੰ ਕੀ ਦੱਸਾਂ ਕਿ ਮੇਰਾ ਬਾਪ ਵੀ ਉਹਦੇ ਮਾਂ-ਬਾਪ ਵਾਂਗ ਗਰੀਬੀ ਤੇ ਆਰਥਿਕ ਮੰਦਹਾਲੀ ਦੇ ਥਪੇੜਿਆਂ ਦਾ ਭੰਨਿਆ ਹੋਇਆ ਸਮੇਂ ਦੇ ਵਾਵ ਰੋਲਿਆਂ ਚੁੜਦਾ ਮੇਰੀ ਮਾਂ ਨੂੰ ਜਵਾਨੀ ਦੀ ਭੱਠੀ 'ਚ ਝੋਂਕ ਕੇ 7 ਸਮੁੰਦਰਾਂ ਤੋਂ ਪਾਰ ਆ ਗਿਆ ਸੀ ਤੇ ਇੱਥੇ ਆ ਕੇ ਉਹਨੇ ਆਪਣੇ ਤਨ ਦਾ ਸੇਕ ਠਾਰਨ ਲਈ ਕੁਝ ਮੇਮਾਂ ਦੇ ਸੰਗ ਹੰਢਾਏ ਸਨ। ਇਹ ਕਿਸ ਤਰ੍ਹਾਂ ਦੀ ਵਫਾ ਪਾਲੀ ਸੀ ਮੇਰੇ ਬਾਪ ਨੇ ਮੇਰੀ ਮਾਂ ਦੇ ਨਾਲ। ਇਹ ਕਿਸ ਤਰ੍ਹਾਂ ਦਾ ਸੰਤਾਪ ਸੀ ਜੋ ਮੇਰੀ ਮਾਂ ਨੇ ਭੋਗਿਆ। ਕਮਲੀਏ, ਤੇਰਾ ਤਾਂ ਬਾਪ ਮਰ ਗਿਆ ਸੀ, ਫਿਰ ਤੇਰੀ ਮਾਂ ਨੇ ਦੂਜੇ ਮਰਦ ਦਾ ਮੋਹਰਾ ਚੱਟਿਆ ਸੀ, ਪਰ ਮੇਰੀ ਮਾਂ ਜਿਉਂਦਿਆਂ ਹੋਇਆਂ ਉਹਦੇ ਸੁਪਨਿਆਂ ਦੀਆਂ ਲਾਸ਼ਾਂ ਉੱਪਰੋਂ ਲੰਘ ਕੇ ਆਪਣੇ ਲਈ ਨਿੱਤ ਨਵੇਂ ਦਿਨ ਸੁਪਨੇ ਸਿਰਜੇ ਸਨ। ਇਹ ਠੀਕ ਹੈ ਕਿ ਉਹਨੇ ਇੱਥੋਂ ਦੀ ਖੱਟੀ ਨਾਲ ਗਰੀਬੀ ਦੇ ਦੈਂਤ ਦੇ ਜਬਾੜੇ ਭੰਨ ਸੁੱਟੇ ਸਨ ਤੇ ਸਾਡਾ ਘਰ ਪਿੰਡ 'ਚੋਂ ਸਭ ਤੋਂ ਖੁਸ਼ਹਾਲ ਘਰ ਗਿਣਿਆ ਜਾਣ ਲੱਗ ਪਿਆ ਸੀ, ਪਰ ਕੌਣ ਜਾਣਦਾ ਸੀ ਕਿ ਮੇਰੀ ਮਾਂ ਦੀ ਮੰਜੀ ਤੇ ਸੌਂਦੇ ਹੌਕਿਆਂ ਦੀ ਗੁਰਬਤ ਨੂੰ। ਤੇ ਉਹ ਸੋਚ ਰਿਹਾ ਸੀ, ਹੁਣ ਮੈਂ ਤੈਨੂੰ ਕਿਵੇਂ ਦੱਸਾਂ ਕਿ ਮੇਰੀਆਂ ਸੱਧਰਾਂ ਦੀ ਵਾਰਸ ਮੇਰੀ ਚੰਨੂ ਆਪਣੀਆਂ ਆਸਾਂ ਦੇ ਨਾਲ ਮੇਰੀ ਧੀ ਨੂੰ ਉਂਗਲੀ ਲਾਈ ਮੇਰਿਆਂ ਰਾਹਾਂ ਦੀ ਭੁੱਬਲ ਤੇ ਲੀਕਾਂ ਮਾਰਦੀ ਹੈ, ਤੇ ਤੂੰ ਕੀ ਜਾਣੇ ਬਨੇਰੇ ਤੇ ਬੈਠੇ ਕਾਂ ਨੂੰ ਉਡਾਣ ਦਾ ਕੀ ਅਰਥ ਹੁੰਦਾ ਹੈ। ਉਹ ਸੋਚ ਰਿਹਾ ਸੀ, ਜੇ ਮੈਂ ਜੈਨੀ ਨੂੰ ਸਭ ਕੁਝ ਦੱਸ ਦਿੱਤਾ ਤਾਂ ਜੈਨੀ ਮੈਨੂੰ ਹੀ ਨਹੀਂ ਸਾਰੇ ਭਾਰਤੀਆਂ ਨੂੰ ਨਫ਼ਰਤ ਕਰਨ ਲੱਗ ਪਏਗੀ। ਇਸ ਵੇਲੇ ਉਸ ਸਾਹਮਣੇ ਦੁਬਿਧਾ ਦਾ ਇੱਕ ਪਹਾੜ ਖੜਾ ਸੀ ਜਿਹਨੂੰ ਲੰਘਣਾ ਵੀ ਔਖਾ ਸੀ ਤੇ ਚੁੱਕਣਾ ਵੀ ਅਸੰਭਵ। ਉਹ ਚੁੱਪ ਜਿਹਾ ਕਰ ਗਿਆ। ਜੈਨੀ ਨੇ ਸੋਚਿਆ ਸ਼ਾਇਦ ਮੇਰੀ ਦਰਦ ਭਰੀ ਕਹਾਣੀ ਸੁਣ ਕੇ ਉਦਾਸ ਹੋ ਗਿਆ। ਉਹਨੇ ਲਾਡ ਨਾਲ ਉਹਦੇ ਗਲ 'ਚ ਬਾਹਾਂ ਪਾ ਕੇ ਉਹਨੂੰ ਚੁੰਮਦਿਆਂ ਕਿਹਾ, ਡਾਰਲਿੰਗ, ਤੂੰ ਕਿਉਂ ਉਦਾਸ ਹੈ? ਹੁਣ ਮੈਂ ਤੇਰੀ ਹਾਂ, ਸਿਰਫ ਤੇਰੀ, ਤੇ ਤੇਰੀਆਂ ਬਾਹਾਂ ਦੇ ਸਹਾਰੇ ਮੈਂ ਸਾਰੀ ਦੁਨੀਆ ਨੂੰ ਛੱਡ ਸਕਦੀ ਹਾਂ। ਬਸ ਤੂੰ ਉਦਾਸ ਨਾ ਹੋ, ਆਪਾਂ ਜ਼ਿੰਦਗੀ ਮੁੜ ਤੋਂ ਸ਼ੁਰੂ ਕਰਾਂਗੇ। ਜੋ ਬੀਤ ਗਿਆ ਉਹਨੂੰ ਭੁੱਲ ਜਾਈਏ। ਪਰ ਬੰਤੇ ਨੂੰ ਤਾਂ ਹਾਲੇ ਬੀਤ ਗਿਆ ਅਜੇ ਯਾਦ ਹੀ ਆਉਣਾ ਸ਼ੁਰੂ ਹੋਇਆ ਸੀ। ਉਹਨੂੰ ਭੁੱਲਣਾ ਤਾਂ ਇੱਕ ਪਾਸੇ ਰਿਹਾ ਤੇ ਪਤਾ ਨਹੀਂ ਕਿਹੜੇ ਵੇਲੇ ਉਹਦੀ ਅੱਖ ਲੱਗ ਗਈ। ਸਵੇਰੇ ਜਦੋਂ ਉੱਠੇ ਤਾਂ ਦਿਨ ਕਾਫੀ ਚੜ੍ਹ ਆਇਆ ਸੀ। ਉਹਨੇ ਕੰਮ ਤੇ ਜਾਣਾ ਸੀ। ਜੈਨੀ ਨੇ ਉਸ ਲਈ ਨਾਸ਼ਤਾ ਤਿਆਰ ਕੀਤਾ। ਨਾਸ਼ਤੇ 'ਚ ਆਮਲੇਟ ਤੇ ਡਬਲ ਰੋਟੀ, ਮੱਖਣ ਨਾਲ ਚੁਪੜੇ, ਸਲਾਈਸ ਤੇ ਗਰਮ ਦੁੱਧ ਸ਼ਾਮਲ ਸਨ। ਉਹ ਖਾਣੇ ਦੀ ਮੇਜ਼ ਤੇ ਬੈਠਾ ਪਤਾ ਨਹੀਂ ਕਿਹੜੇ ਵੇਲੇ ਚੰਨੋ ਦੇ ਗੋਡੇ ਮੁੱਢ ਜਾ ਬੈਠਾ, ਜਿੱਥੇ ਘੇ ਦਾ ਹੱਥ ਲਾ ਕੇ ਮਿਸੀਆਂ ਰੋਟੀਆਂ, ਮੱਖਣ ਦਾ ਪੇੜਾ, ਦਹੀਂ ਤੇ ਲੱਸੀ ਦਾ ਛੰਨਾ ਉਹਦੇ ਸਾਹਮਣੇ ਪਏ ਸਨ। ਪਰ ਉਹ ਚੰਨੋ ਦੇ ਨੈਣਾਂ ਦੇ ਕਟੋਰਿਆਂ 'ਚੋਂ ਦੁੱਧ ਦੀਆਂ ਘੁੱਟਾਂ ਤੇ ਚੰਨੋ ਉਹਦੇ ਸ਼ਤੂਤ ਵਰਗੇ ਰਸ ਨਾਲ ਭਰੇ ਹੋਏ ਬੁੱਲਾਂ 'ਚੋਂ ਸ਼ਹਿਦ ਦੀਆਂ ਘੁੱਟਾਂ ਪੀ ਰਹੇ ਹੋਣ। ਉਹਦੀ ਬਿਰਤੀ ਉਦੋਂ ਭੰਗ ਹੋ ਗਈ ਜਦੋਂ ਜੈਨੀ ਨੇ ਪੁੱਛਿਆ, ਡਾਰਲਿੰਗ, ਯੂ ਵਾਂਟ ਸਮ ਮੋਰ? ਤੁਹਾਨੂੰ ਕੁਝ ਹੋਰ ਚਾਹੀਦਾ? ਤਾਂ ਉਹਨੇ ਕਿਹਾ, ਨਹੀਂ ਧੰਨਵਾਦ। ਉਹਨੂੰ ਲੱਗਿਆ ਜਿਵੇਂ ਨਾਸ਼ਤਾ ਨਹੀਂ, ਉਦਾਸੀ ਉਹਦੇ ਗਲ ਤਾਈਂ ਆਈ ਹੋਵੇ, ਤੇ ਉਹਨੇ ਜੈਨੀ ਨੂੰ ਕਿਹਾ, ਤੂੰ ਮੈਨੂੰ ਕੰਮ ਤੇ ਛੱਡ ਆ। ਜੈਨੀ ਨੇ ਆਪਣੀ ਕਾਰ ਸਟਾਰਟ ਕੀਤੀ। ਬੰਤੇ ਨੂੰ ਨਾਲ ਬਿਠਾ ਕੇ ਪੱਕੀ ਸੜਕ ਤੇ ਫਾਰਮ ਦੇ ਕੱਚੇ ਰਾਹ ਪਾ ਕੇ ਕਾਰ ਜਿੱਥੇ ਬੰਤੇ ਨੇ ਦੱਸਿਆ ਫਾਰਮ ਤੇ ਉਹਨਾਂ ਦੇ ਘਰ ਮੂਹਰੇ ਜਾ ਖੜੀ ਕੀਤੀ। ਬੰਤੇ ਹੋਰਾਂ ਦੀ ਕਾਰ ਵੀ ਖੜੀ ਸੀ ਤੇ ਲਾਲ ਹਾਲੇ ਉੱਠਿਆ ਨਹੀਂ ਸੀ। ਜਦੋਂ ਬੰਤੇ ਤੇ ਜੈਨੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਇੱਕ ਬੈਡਰੂਮ ਵਿੱਚ ਲਾਲ ਤੇ ਓਰੀਜਨਲ ਤੀਵੀਂ ਹਾਲੇ ਇੱਕ ਦੂਜੇ ਦੀਆਂ ਬਾਹਾਂ 'ਚ ਘੂਕ ਸੁੱਤੇ ਸੀ, ਕੁਦਰਤ ਵਾਂਗ ਨੰਗੇ। ਜੈਨੀ ਨੇ ਬੂਹਾ ਬੰਦ ਕਰਕੇ ਦਰਵਾਜ਼ਾ ਖੜਕਾਇਆ। ਕਾਫੀ ਦੇਰ ਬਾਅਦ ਲੋਹੇ ਦੇ ਮੰਜੇ ਤੇ ਸਪਰਿੰਗਾਂ ਦੀ ਕਿਚਰ ਕਿਚਰ ਦੀ ਆਵਾਜ਼ ਆਈ ਤੇ ਫਿਰ ਲਾਲ ਗਲੋਂ ਨੰਗਾ ਤੇੜ ਕੰਮ ਵਾਲੀ ਪੈਂਟ ਅੜਾਈ ਜਦ ਬਾਹਰ ਨਿਕਲਿਆ ਤਾਂ ਮਾਨੋ ਜੈਨੀ ਨੂੰ ਵੇਖ ਕੇ ਉਹਦੇ ਸਿਰ ਤੇ ਇੱਕ ਬਿਜਲੀ ਡਿੱਗ ਪਈ। ਜੈਨੀ ਨੇ ਹੈਲੋ ਮਿਸਟਰ ਲਾਲ ਕਿਹਾ ਤੇ ਸ਼ਾਮ ਨੂੰ ਮਿਲਾਂਗੇ ਕਹਿ ਕੇ ਤੁਰਨ ਤੋਂ ਪਹਿਲਾਂ ਬੰਤੇ ਨੂੰ ਇੱਕ ਪਿਆਰ ਚੁੰਮਣ ਦਿੱਤਾ ਤੇ ਕਾਰ 'ਚ ਬੈਠ ਗਈ ਤੇ ਕਮਾਦ ਦੇ ਖੇਤਾਂ ਦੇ ਜੰਗਲ 'ਚ ਗੁਆਚ ਗਈ। ਬੰਤੇ ਨੇ ਵੇਖਿਆ ਕਾਲੀ ਓਰੀਜਨਲ ਅੱਧ ਨੰਗੀ ਮੰਜੇ ਤੇ ਉਸਲ ਵੱਟੇ ਲੈ ਰਹੀ ਸੀ। ਉਹਨੇ ਬੁੱਲ ਸਿਗਰਟ ਪੀ ਪੀ ਕੇ ਝੁਲਸੇ ਲੱਗਦੇ ਗੁਆਈ ਭਰ ਰਹੇ ਸਨ। ਉਹਨੇ ਬੰਤੇ ਦੇ ਸਾਹਮਣੇ ਆਪਣੇ ਨੰਗੇ ਪਿੰਡੇ ਤੇ ਲੱਕ ਤਾਈਂ ਆਉਂਦੀ ਮਰਦਾਵੀ ਜੀ ਕਮੀਜ਼ ਪਾ ਲਈ, ਚੱਡਿਆਂ 'ਚ ਫਸੀ ਗੰਦੀ ਜੀ ਕੱਚੀ ਉੱਪਰ ਛੀਂਟ ਜਿਹੀ ਦੀ ਇੱਕ ਸਕਰਟ ਚਾੜ ਲਈ। ਉਹਦੀਆਂ ਢਿਲਕੀਆਂ ਛਾਤੀਆਂ ਸਰੀਰਕ ਬਣਤਰ ਤੋਂ ਕਈ ਬੱਚਿਆਂ ਦੀ ਮਾਂ ਲੱਗਦੀ ਸੀ, ਸ਼ਾਇਦ ਹੋਵੇਗੀ ਵੀ ਜ਼ਰੂਰ। ਉਹਨੇ ਜਦ ਬੰਤੇ ਨਾਲ ਹੱਥ ਮਿਲਾ ਕੇ ਉਸ ਦੇ ਮੂੰਹ ਕੋਲ ਕਰਕੇ ਹੈਲੋ ਕਿਹਾ ਤਾਂ ਉਹਦੇ ਮੂੰਹ 'ਚੋਂ ਸ਼ਰਾਬ ਦੀ ਬਦਬੂ ਦਾ ਇੱਕ ਭਬਾਕਾ ਜਿਹਾ ਨਿਕਲਿਆ। ਉਹਦੇ ਹੱਥ ਕੰਬ ਰਹੇ ਸਨ, ਬੁੱਲ ਫਰਕ ਰਹੇ ਸਨ। ਇੰਝ ਲੱਗਦਾ ਸੀ ਜਿਵੇਂ ਗਰਮੀ ਦੇ ਮੌਸਮ 'ਚ ਵੀ ਉਹਨੂੰ ਕਾਂਬਾ ਛਿੜਨ ਲੱਗਾ ਹੋਵੇ। ਉਹਨੇ ਲਾਲ ਨੂੰ ਕਿਹਾ, ਮਿਹਰਬਾਨੀ ਕਰਕੇ ਮੈਨੂੰ ਵਿਸਕੀ ਦਾ ਇੱਕ ਪੈਗ ਜਲਦੀ ਦਿਓ, ਨਹੀਂ ਤਾਂ ਮੈਂ ਮਰ ਜਾਵਾਂਗੀ। ਲਾਲ ਨੇ ਰਾਤ ਦੀ ਬਚੀ ਸਰਾਣੇ ਪਈ ਵਿਸਕੀ ਦੀ ਅੱਧੀ ਬੋਤਲ ਚੁੱਕ ਕੇ ਉਹਨੂੰ ਫੜਾ ਦਿੱਤੀ ਤੇ ਇੱਕ ਗਲਾਸ ਤੇ ਪਾਣੀ ਵੀ ਦੇ ਦਿੱਤਾ। ਉਹਨੇ ਜਲਦੀ ਨਾਲ ਵਿਸਕੀ ਦਾ
ਪੌਣਾ ਗਲਾਸ ਭਰ ਲਿਆ ਤੇ ਇੱਕੋ ਡਿੱਕੇ ਪੀ ਲਿਆ। ਵਿਸਕੀ ਦਾ ਗਲਾਸ ਜਿਵੇਂ ਬਿਜਲੀ ਦੇ ਕਰੰਟ ਵਾਂਗ ਉਹਦੇ ਸਰੀਰ ਦੇ ਕਣ ਕਣ 'ਚ ਫਿਰ ਗਿਆ। ਹੁਣ ਨਾ ਉਹਦੇ ਹੱਥ ਹਿੱਲਦੇ ਸਨ, ਬੁੱਲ੍ਹ ਫਰਕਦੇ ਸਨ ਤੇ ਨਾ ਕਾਂਬਾ ਛਿੜਨ ਨੂੰ ਕਰਦਾ ਸੀ। ਉਹਦਾ ਚਿਹਰਾ ਭਖ ਪਿਆ, ਅੱਖਾਂ ਦੇ ਡੋਰੇ ਅੱਖਾਂ ਨੂੰ ਸ਼ਰਬਤੀ ਰੰਗ 'ਚ ਰੰਗਣ ਲੱਗੇ ਤੇ ਉਹ ਲਾਲ ਨੂੰ ਜੱਫੀ ਪਾ ਕੇ ਬੈੱਡਰੂਮ ਵੱਲ ਧੋਣ ਲੱਗ ਪਈ ਜਿੱਥੋਂ ਉੱਠ ਕੇ ਆਈ ਸੀ। ਬੰਤਾ ਇਹੋ ਜਿਹੀਆਂ ਘੋੜੀਆਂ ਦੀ ਪਹਿਲਾਂ ਹੀ ਕਈ ਵਾਰ ਸਵਾਰੀ ਕਰ ਚੁੱਕਾ ਸੀ। ਲਾਲ ਨੇ ਇਹ ਬਲਾ ਆਪਣੇ ਗਲੋਂ ਲਾਹ ਕੇ ਬੰਤੇ ਦੇ ਗਲ ਪਾਤੀ। ਹੁਣ ਉਹ ਬੰਤੇ ਨੂੰ ਬੈੱਡਰੂਮ ਵੱਲ ਆਉਣ ਲਈ ਇਸ਼ਾਰੇ ਕਰ ਰਹੀ ਸੀ। ਬੰਤੇ ਨੇ ਇੰਨਾ ਕਹਿ ਕੇ ਜਾਨ ਛੁਡਾ ਲਈ, ਨਹੀਂ ਸ਼ੁਕਰੀਆ। ਹੁਣ ਦੋਹਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਇਸ ਬਲਾ ਨੂੰ ਕਿੱਥੇ ਛੱਡਣ। ਉਹਨਾਂ ਦਾ ਕੰਮ ਤੇ ਜਾਣਾ ਸੀ। ਉਹ ਬੈੱਡਰੂਮ 'ਚੋਂ ਨਹੀਂ ਸੀ ਨਿਕਲ ਰਹੀ। ਰਾਤ ਵੇਲੇ ਨਸ਼ੇ ਨਾਲ ਮਾਨੂੰ ਹੋਣ ਵਾਲੇ ਨਸ਼ੇ ਦਾ ਸੱਲੜ ਲੱਗ ਗਿਆ ਸੀ। ਹੁਣ ਉਹ ਪੂਰੀ ਸ਼ਰਾਬਣ ਸੀ। ਉਹਨਾਂ ਨੂੰ ਲੱਗਦਾ ਸੀ ਥੋੜ੍ਹੇ ਚਿਰ ਤਾਈਂ ਉਹ ਸ਼ਰਾਬੀਆਂ ਵਾਂਗ ਚੀਕ ਮਾਰਨ ਲੱਗ ਪਏਗੀ ਤੇ ਲਾਲ ਨੇ ਬੰਤੇ ਨਾਲ ਸਲਾਹ ਕਰਕੇ ਉਹਨੂੰ ਇੱਕ ਪਾਈਏ ਦਾ ਹੋਰ ਹਾੜਾ ਡਾਰਲਿੰਗ ਕਹਿ ਕੇ ਪਾ ਦਿੱਤਾ। ਹਾੜਾ ਪੀਂਦਿਆਂ ਸਾਰ ਉਹਨੇ ਆਪਣੇ ਗਲ 'ਤੇ ਕਮੀਜ਼ ਤੇ ਸਕਰਟ ਲਾਹ ਕੇ ਥੱਲੇ ਸੁੱਟਤੀ ਤੇ ਲਾਲ ਨੂੰ ਆਪਣੇ ਮੰਜੇ ਵੱਲ ਇਸ਼ਾਰਾ ਕਰਦੀ ਪਤਾ ਨਹੀਂ ਕਿਹੜੇ ਵੇਲੇ ਨਸ਼ੇ 'ਚ ਚੂਰ ਘੂਕ ਸੌਂ ਗਈ। ਹੁਣ 4-5 ਘੰਟੇ ਕੋਈ ਫਿਕਰ ਵਾਲੀ ਗੱਲ ਨਹੀਂ ਸੀ ਤੇ ਉਹ ਨਾਲ ਦੇ ਫਾਰਮ ਵਿੱਚ ਕੰਮ ਕਰਨ ਚਲੇ ਗਏ। ਭਾਵੇਂ ਲਾਲ ਤੇ ਬੰਤੇ ਨੂੰ ਬਹੁਤਾ ਫਿਕਰ ਨਹੀਂ ਸੀ ਕਿ ਕਾਲੀ ਉੱਠ ਕੇ ਉਹਨਾਂ ਦਾ ਸਮਾਨ ਚੁੱਕ ਕੇ ਲੈ ਜਾਏਗੀ। ਉਹਨਾਂ ਨੂੰ ਪਤਾ ਸੀ ਸ਼ਹਿਰ ਤੋਂ ਦੂਰ ਇਸ ਫਾਰਮ 'ਚੋਂ ਉਹ ਕਿਤੇ ਨਹੀਂ ਜਾ ਸਕਦੀ। ਫਿਰ ਵੀ ਉਹ ਫਾਰਮਰ ਨੂੰ ਕੋਈ ਬਹਾਨਾ ਪਾ ਕੇ ਅੱਜ ਛੇਤੀ ਕੰਮ ਖਤਮ ਕਰਕੇ ਜਦ ਘਰ ਨੂੰ ਮੁੜੇ ਤਾਂ ਲਾਲ ਨੇ ਬੰਤੇ ਕੋਲੋਂ ਉਹਦੀ ਰਾਤ ਬੀਤੀ ਕਹਾਣੀ ਸੁਣਨੀ ਚਾਹੀ। ਬੰਤੇ ਨੇ ਲਾਲ ਨੂੰ ਜੈਨੀ ਦੇ ਸਾਰੇ ਬੀਤੇ ਬਾਰੇ ਸਭ ਕੁਝ ਦੱਸ ਦਿੱਤਾ। ਉਹਨੇ ਦੱਸਿਆ ਕਿ ਬੜੀ ਦੁਖੀ ਸੀ। ਲਾਲ ਯਾਰ, ਮੇਰਾ ਤਾਂ ਜੀ ਕਰਦਾ ਮੈਂ ਸਭ ਕੁਝ ਉਹਨੂੰ ਸੱਚ ਦੱਸ ਦਿਆਂ ਤੇ ਫਿਰ ਡਰ ਵੀ ਲੱਗਦਾ ਕਿ ਜੇ ਉਹ ਮੈਨੂੰ ਛੱਡ ਗਈ ਤਾਂ ਮੈਥੋਂ ਹੁਣ ਦੂਜੀ ਵਾਰੀ ਦਾ ਵਿਛੋੜਾ ਨਹੀਂ ਝੱਲਿਆ ਜਾਣਾ। ਤੂੰ ਹੀ ਦੱਸ ਮੈਂ ਕੀ ਕਰਾਂ। ਲਾਲ ਸੋਚਾਂ 'ਚ ਪੈ ਗਿਆ। ਸੋਚਣ ਲੱਗਾ, ਬੰਤਾ ਠੀਕ ਕਹਿੰਦਾ, ਮੇਰੇ ਨਾਲੋਂ ਤਾਂ ਇਹ ਚੰਗਾ ਹੈ ਜੋ ਇੱਕ ਦਾ ਹੋ ਕੇ ਇੱਕ ਨੂੰ ਆਪਣੀ ਬਣਾਉਣੀ ਚਾਹੁੰਦਾ ਤੇ ਮੈਂ ਤਰ੍ਹਾਂ ਦੇ ਚਗਲੇ ਹੋਏ ਭਾਂਡਿਆਂ 'ਚ ਨਿੱਤ ਮੂੰਹ ਮਾਰਦਾ ਰਹਿਣਾ ਤੇ ਇਹ ਰਾਤ ਵਾਲੀ ਪਤਾ ਨਹੀਂ ਕਿੰਨੇ ਪੱਤਣ ਤਰ ਚੁੱਕੀ ਹੋਊਗੀ ਜਿਹੜੀ ਸ਼ਰਾਬ ਦੇ 2 ਹਾੜਿਆਂ ਪਿੱਛੇ ਆਪਣਾ ਸਭ ਕੁਝ ਮੇਰੇ ਹਵਾਲੇ ਕਰ ਸਕਦੀ ਹੈ। ਉਹ ਪਤਾ ਨਹੀਂ ਹਰ ਨਵੇਂ ਦਿਨ ਸ਼ਰਾਬ ਦੇ ਗਲਾਸਾਂ 'ਚ ਘੋਲ ਕੇ ਆਪਾਂ ਦੂਜਿਆਂ ਦੇ ਅੰਗਾਂ ਰਾਹੀਂ ਨਹਿਲਾਉਂਦੀ ਰਹੀ ਹੋਏਗੀ। ਲਾਲ ਨੂੰ ਸੋਚਾਂ 'ਚ ਡੁੱਬਾ ਵੇਖ ਬੰਤਾ ਹੋਰ ਉਦਾਸ ਹੋ ਗਿਆ। ਉਹ ਸੋਚ ਰਿਹਾ ਸੀ ਖਬਰੇ ਲਾਲ ਮੇਰੇ ਪਿਆਰ ਨੂੰ ਕਿੱਡਾ ਵੱਡਾ ਪਾਪ ਸਮਝਦਾ ਹੋਏਗਾ। ਪਰ ਲਾਲ ਤਾਂ ਆਪਣੇ ਪਾਪਾਂ ਦੀ ਨਦੀ 'ਚ ਗੁੱਤੇ ਖਾ ਰਿਹਾ ਸੀ। ਜਦੋਂ ਕਾਰ ਲਿਆ ਕੇ ਲਾਲ ਦੇ ਘਰ ਦੇ ਬੂਹੇ ਮੂਹਰੇ ਖੜੀ ਕੀਤੀ ਤਾਂ ਬੰਤੇ ਨੇ ਫਿਰ ਪੁੱਛਿਆ, ਯਾਰ ਤੂੰ ਕੋਈ ਸਲਾਹ ਨਹੀਂ ਦਿੱਤੀ? ਤਾਂ ਲਾਲ ਨੇ ਹੌਕਾ ਭਰ ਕੇ ਕਿਹਾ, ਮੈਂ ਕੀ ਦੱਸਾਂ, ਤੂੰ ਕਿਹੜਾ ਨਿਆਣਾ। ਪਰ ਉਂਝ ਨਿੱਤ ਦਿਹਾੜੀ ਇਸ ਤਰ੍ਹਾਂ ਦੀਆਂ ਚਗਲਾਂ ਨਾਲ ਖੇਡ ਨਾਲੋਂ ਤਾਂ ਚੰਗਾ ਕਿ ਆਪਣਾ ਮਾੜਾ ਮੋਟਾ ਘਰ ਵਸਾ ਲਈਏ। ਪਰ ਬੰਤਿਆ ਯਾਰ, ਕਈ ਵਾਰ ਮੈਂ ਸੋਚਦਾ ਆਪਣੇ ਘਰ ਵਾਲੀਆਂ ਆਪਣੇ ਬਾਰੇ ਕੀ ਸੋਚਦੀਆਂ ਹੋਣਗੀਆਂ। ਉਹ ਵੀ ਤਾਂ ਜਵਾਨ ਨੇ। ਆਪਣੇ ਪਿੰਡਾਂ 'ਚ ਜੇ ਕੋਈ ਤੀਵੀਂ ਕਿਸੇ ਦੂਸਰੇ ਮਰਦ ਵੱਲ ਅੱਖ ਚੱਕ ਕੇ ਵੀ ਦੇਖ ਲਵੇ ਪਿੰਡ 'ਚ ਭੁਚਾਲ ਆ ਜਾਂਦਾ। ਉਂਝ ਭਾਵੇਂ ਕਿੰਨੇ ਦਿਲਾਂ ਦੀਆਂ ਧਰਤੀਆਂ ਹੇਠ ਭੁਚਾਲ ਦੱਬੇ ਹੀ ਧੜਕਦੇ ਪਏ ਹੋਣ। ਲਾਲ ਦੀ ਇਹ ਗੱਲ ਸੁਣ ਕੇ ਬੰਤੇ ਨੂੰ ਹੌਸਲਾ ਬਹੁਤਾ ਤੇ ਨਿਰਾਸ਼ਾ ਥੋੜ੍ਹੀ ਹੋਈ। ਹੌਸਲਾ ਉਹਨੂੰ ਇਸ ਗੱਲ ਦਾ ਹੋਇਆ ਕਿ ਜਿਹੜੀ ਲਾਲ ਨੇ ਕਹੀ ਕਿ ਕਿਸੇ ਇੱਕ ਨੂੰ ਬਣਾ ਕੇ ਕਿਸੇ ਇੱਕ ਦਾ ਹੋ ਜਾਣਾ ਚੰਗੀ ਗੱਲ ਹੈ, ਪਰ ਨਿਰਾਸ਼ਾ ਇਸ ਕਰਕੇ ਕਿ ਉਹਦੀ ਚੰਨੋ ਕੀ ਕਰਦੀ ਹੋਏਗੀ, ਜਵਾਨੀ ਦੇ ਇਸ ਲਾਵੇ ਨੂੰ ਕਿਵੇਂ ਠੰਡਾ ਕਰਦੀ ਹੋਊ। ਖੈਰ, ਇਸ ਆਸ਼ਾ ਨਿਰਾਸ਼ਾ ਦੀ ਜਿੱਲਣ 'ਚ ਫਸਿਆ ਬੰਤਾ ਲਾਲ ਦੇ ਨਾਲ ਜਦੋਂ ਘਰ ਪੁੱਜਾ ਤਾਂ ਅੱਗੇ ਕਾਲੀ ਨਹਾ ਧੋ ਕੇ ਬਚਦੀ ਸ਼ਰਾਬ ਸਮੇਤ ਉਹਨਾਂ ਦੀ ਉਡੀਕ ਕਰ ਰਹੀ ਸੀ। ਜਿੱਥੇ ਉਹਨਾਂ ਨੂੰ ਵੇਖ ਕੇ ਖੁਸ਼ ਹੋਈ ਉੱਥੇ ਬੰਤੇ ਨੂੰ ਉਸ ਵੇਲੇ ਵੇਖ ਕੇ ਘਿਰਨਾ ਜੀ ਆਈ ਤੇ ਉਹਨੇ ਲਾਲ ਨੂੰ ਕਿਹਾ, ਇਹਨੂੰ ਦਫਾ ਕਰਕੇ ਆ ਕੇ ਤੇ ਸਾਲੀ ਨੂੰ ਕਿੱਦਾਂ ਸੜਿਆਂਦ ਆਉਂਦੀ ਹੈ ਇਹਦੇ ਕੱਪੜਿਆਂ 'ਚੋਂ। ਲਾਲ ਥੋੜ੍ਹਾ ਜਿਹਾ ਮੁਸਕਰਾਇਆ ਜਿਵੇਂ ਕਹਿ ਰਹੇ ਹੋਏ, ਬੱਚੇ ਤੈਨੂੰ ਅੱਜ ਹੁਣ ਇਹਨਾਂ 'ਚੋਂ ਸੜਿਆਂਦ ਆਉਣ ਲੱਗ ਪਈ ਹੈ। ਕੱਲ ਤੱਕ ਤਾਂ ਇਦਾਂ ਦੀਆਂ ਲਾਲਾਂ ਚੱਟਦਾ ਨਹੀਂ ਸੀ ਥੱਕਦਾ। ਹੌਲੀ ਦੇਣੀ ਕਹਿ ਹੀ ਦਿੱਤਾ, ਰੱਜ ਨੂੰ ਚੱਜ ਆ ਪਈ। ਬੰਤੇ ਨੇ ਉਹਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹ ਲਾਲ ਨੂੰ ਕਹਿਣ ਲੱਗਾ, ਬਹੁਤਾ ਗਿਆਨ ਨਾ ਘੋਟ, ਚੱਲ ਪਹਿਲਾਂ ਅੱਜ ਕਾਰ ਸਾਫ਼ ਕਰੀਏ। ਲਾਲ ਤੋਂ ਹਾਸਾ ਸੰਭਿਆ ਨਾ ਗਿਆ ਤੇ ਉਹ ਗਾਲ ਕੱਢ ਕੇ ਬੋਲਿਆ, ਸਾਲਿਆ ਅੱਗੇ ਕਦੇ ਮੂੰਹ ਨਹੀਂ ਧੋਤਾ ਚੱਜ ਨਾਲ, ਅੱਜ ਕਹਿੰਦਾ ਕਾਰ ਸਾਫ਼ ਕਰੀਏ। ਸਾਲੀ ਗਧੀ ਕਾਹਦੀ ਠਾਣੇ ਉਹ ਆਈ। ਬੰਤਾ ਹਾਸੇ ਦੇ ਨਾਲ ਗੰਭੀਰ ਜਿਹਾ ਵੀ ਹੋ ਗਿਆ। ਲਾਲ ਨੂੰ ਕਹਿਣ ਲੱਗਾ, ਵੀ ਸੱਚੀ ਸਹੁੰ ਗੁਰੂ ਦੀ ਜੈਨੀ ਦੀ ਕਿਤੇ ਕਾਰ ਆ, ਸਾਲੀ ਹੱਥ ਲਾਇਆ ਮੈਲੀ ਹੁੰਦੀ ਆ। ਤੇ ਲਾਲ ਨੇ ਮੋੜਵਾਂ ਉੱਤਰ ਮੁੜਿਆ, ਕਾਰ ਦਾ ਕਿਉਂ ਨਾਂ ਲੈਣਾ, ਸਿੱਧਾ ਕਹਿ ਉਹ ਹੱਥ ਲਾਇਆ ਮੈਲੀ ਹੁੰਦੀ ਹੈ। ਬੰਤੇ ਨੇ ਹਾਰ ਮੰਨਦੇ ਕਿਹਾ, ਚੱਲ ਚੰਗਾ ਬਾਬਾ, ਉਹ ਮੈਲੀ ਹੁੰਦੀ ਸਹੀ, ਚੱਲ ਇਸੇ ਬਹਾਨੇ ਇਸ ਛਕੜੇ ਦੀ ਵੀ ਜੂਨ ਸੁਧਾਰ ਲਈਏ। ਕਹਿੰਦੇ ਲੱਕੜ ਨਾਲ ਲੋਹਾ ਵੀ ਤਰ ਜਾਂਦਾ, ਸ਼ਾਇਦ ਇਹ ਕਾਰ ਵੀ ਸਾਨੂੰ ਕਦੀ ਅਸੀਸਾਂ ਦੇਵੇ। ਇਹ ਕਹਿ ਕੇ ਬੰਤਾ ਬਾਲਟੀ 'ਚ ਥੋੜ੍ਹਾ ਸਾਬਣ ਘੋਲ ਲਿਆਇਆ। ਫਿਰ ਕਾਰ ਉੱਪਰ ਪਾਣੀ ਸੁੱਟ ਕੇ ਸਾਬਣ ਵਾਲੇ ਕੱਪੜੇ ਨਾਲ ਚੰਗੀ ਤਰ੍ਹਾਂ ਮਲ ਕੇ ਮੈਲ ਲਾਉਣ ਲੱਗਾ।
ਉਹਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਸਿਆਲ 'ਚ ਉਹਦੀ ਬੂਰੀ ਮੱਝ ਦੇ ਪਿੰਡੇ ਤੇ ਖਿਣ ਜੰਮ ਜਾਂਦੀ ਸੀ ਤੇ ਉਹ ਲੱਸੀ ਨਾਲ ਮਲ ਕੇ ਉਹਨੂੰ ਨਹਿਲਾਉਂਦਾ ਸੀ। ਅੱਜ ਉਹ ਆਪਣੀ ਇਸ ਤੋਤੇ ਰੰਗੀ ਕਾਰ ਨੂੰ ਮਲ ਨਹਿਲਾ ਰਿਹਾ ਸੀ। ਫਿਰ ਸਾਬਣ ਵਾਲੇ ਕੱਪੜੇ ਨਾਲ ਹੀ ਕਾਰ ਨੂੰ ਅੰਦਰੋਂ ਸਾਫ਼ ਕੀਤਾ, ਪੈਰਾਂ 'ਚ ਪਈ ਮਿੱਟੀ ਛੋਟੇ ਜਿਹੇ ਬੁਰਸ਼ ਨਾਲ ਸਾਫ਼ ਕੀਤੀ, ਗੰਦੀ ਜਿਹੀ ਗਲਾਸੀ ਸਾਬਣ ਨਾਲ ਧੋ ਕੇ ਕਾਰ ਦੇ ਗਲੱਬ ਬਾਕਸ ਵਿੱਚ ਰੱਖੀ, ਖਾਲੀ ਬੋਤਲਾਂ ਬਾਹਰ ਕੱਢੀਆਂ, ਕਿੰਨਾ ਚਿਰ ਤਾਕੀਆਂ ਖੁੱਲੀਆਂ ਛੱਡ ਕੇ ਅੰਦਰ ਦੀ ਹਵਾੜ ਤੇ ਸ਼ਰਾਬ ਦੀ ਬਦਬੂ ਕੱਢਣ ਦਾ ਯਤਨ ਕੀਤਾ। ਕਾਰ ਦੀ ਸਫਾਈ ਕਰਕੇ ਹਾਲੀ ਵੀ ਉਹਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੱਲ ਉਹਨੂੰ ਆਪਣੇ ਸਾਫ਼ ਸੁਥਰੇ ਕੱਪੜੇ ਤੇ ਲਿਸ਼ਕਦੇ ਬੂਟ ਜੈਨੀ ਦੇ ਘਰ ਅੰਦਰ ਜਾ ਕੇ ਮੈਲੇ ਲੱਗਦੇ ਹੋਣ। ਇੰਨੀ ਦੇਰ ਨੂੰ ਲਾਲ ਬਾਹਰ ਆ ਗਿਆ ਤੇ ਆਉਂਦਾ ਹੀ ਬੋਲਿਆ, ਉਹ ਬਸ ਕਰ ਹੁਣ, ਤੂੰ ਕਿਹੜਾ ਇਹ ਤੇ ਮੁਕਲਾਵਾ ਲੈਣ ਜਾਣਾ। ਤੇ ਬੰਤਾ ਖਚਰੀ ਜੀ ਹੱਸਦਿਆਂ ਬੋਲਿਆ, ਤੂੰ ਮੁਕਲਾਵੇ ਦਾ ਰਹਿੰਦਾ ਚਾਹ ਲਾ ਆਇਆ। ਤੇ ਲਾਲ ਨੂੰ ਕਾਰ ਵੱਲ ਵੇਖ ਕੇ ਇੰਝ ਲੱਗਾ ਜਿਵੇਂ ਬੰਤਾ ਸੱਚੀ ਮੁੱਚੀ ਮੁਕਲਾਵਾ ਲਿਆਉਣ ਦੀ ਤਿਆਰੀ ਕਰ ਰਿਹਾ ਹੋਵੇ। ਜਦੋਂ ਬੰਤਾ ਨਹਾਉਣ ਲਈ ਅੰਦਰ ਗਿਆ ਤਾਂ ਉਸ ਵੇਖਿਆ ਕਿ ਕਾਲੀ ਚੱਡੀ ਸਣੇ ਹੀ ਪਈ ਸੀ, ਜਿਵੇਂ ਉਹਨੂੰ ਉਡੀਕ ਰਹੀ ਹੋਵੇ। ਉਹਨੂੰ ਇਹ ਵੇਖ ਕੇ ਬੜੀ ਕਚਿਆਨ ਜੀ ਆਈ। ਉਹਨੂੰ ਲੱਗਾ ਜਿਵੇਂ ਉਹਦਾ ਇਸ ਘਰ 'ਚ ਸਾਹ ਬੰਦ ਹੁੰਦਾ ਜਾ ਰਿਹਾ ਹੋਵੇ ਤੇ ਆਪਣਾ ਤੌਲੀਆ ਲੈ ਕੇ ਕਾਹਲੀ ਨਾਲ ਗੁਸਲਖਾਨੇ 'ਚ ਜਾ ਵੜਿਆ। ਅੱਜ ਉਹਨੇ ਤਰਕਾਲਾਂ ਨੂੰ ਵੀ ਨਹਾਉਣ ਤੋਂ ਪਹਿਲਾਂ ਦੂਜੀ ਵਾਰੀ ਦੰਦਾਂ ਤੇ ਬਰਸ਼ ਕੀਤਾ, ਚੰਗੀ ਤਰ੍ਹਾਂ ਸ਼ੇਵ ਕੀਤੀ, 2 ਵਾਰ ਸਾਬਣ ਮਲ ਕੇ ਨਹਾਤਾ। ਨਹਾਉਣ ਪਿੱਛੋਂ ਮੂੰਹ ਤੇ ਕਰੀਮ ਮਲੀ, ਸਿਰ ਨੂੰ ਮਹਿਕ ਵਾਲਾ ਤੇਲ ਤੇ ਬਦਨ ਤੇ ਮਹਿਕਾਂ ਖਿਲਾਰਦਾ ਪਾਊਡਰ ਪਾ ਕੇ ਕੱਪੜੇ ਪਾ ਕੇ ਜਦੋਂ ਬਾਹਰ ਨਿਕਲਿਆ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਸੱਚੀ ਮੁੱਚੀ ਮੁਕਲਾਵਾ ਲੈਣ ਜਾ ਰਿਹਾ ਹੋਵੇ। ਜਦੋਂ ਗੁਸਲਖਾਨੇ 'ਚੋਂ ਬਾਹਰ ਨਿਕਲ ਕੇ ਕਾਲੀ ਨੂੰ ਅਜੇ ਵੀ ਉਸੇ ਹਾਲਤ ਵਿੱਚ ਵੇਖਿਆ ਤਾਂ ਉਹਨੇ ਗੁੱਸੇ ਤੇ ਨਫ਼ਰਤ ਨਾਲ ਉਹਨੂੰ ਕਿਹਾ, ਤੂੰ ਹਾਲੀ ਗਈ ਨਹੀਂ, ਮਿਹਰਬਾਨੀ ਕਰਕੇ ਚਲੀ ਜਾ। ਪਤਾ ਨਹੀਂ ਕਿਉਂ ਔਰਤ ਜਿਸ ਦੇ ਤਨ ਤੇ ਸਿਰਫ ਇੱਕ ਚੱਡੀ ਸੀ ਇਸ ਤਰ੍ਹਾਂ ਸੁੰਗੜ ਗਈ ਜਿਵੇਂ ਉਹ ਆਪਣਾ ਸਭ ਕੁਝ ਲੁਕਾ ਲੈਣਾ ਚਾਹੁੰਦੀ ਹੋਵੇ। ਪਰ ਉਹਦੀਆਂ ਅੱਖਾਂ ਦੇ 2 ਹੰਝੂਆਂ ਨੇ ਤੇ ਜ਼ਬਾਨ ਤੋਂ ਨਿਕਲੇ ਇਹਨਾਂ 2 ਸ਼ਬਦਾਂ ਨੇ ਕਿ ਮੇਰੇ ਕੋਲ ਕੋਈ ਪੈਸਾ ਨਹੀਂ, ਉਹਨੂੰ ਬਿਲਕੁਲ ਨੰਗਿਆਂ ਕਰਕੇ ਖੜਾ ਕਰ ਦਿੱਤਾ। ਬੰਤੇ ਵਿਚਲਾ ਹਮਦਰਦ ਇਨਸਾਨ ਜਾਗ ਪਿਆ। ਉਹਨੇ ਪੁੱਛਿਆ, ਤੂੰ ਕੰਮ ਕੀ ਕਰਦੀ ਹੈ? ਬੰਤੇ ਵੱਲ ਵੇਖੇ ਬਿਨਾਂ ਹੀ ਉਸ ਨੀਵੀਂ ਪਾਈ ਕਿਹਾ, ਕੁਝ ਨਹੀਂ। ਤੇ ਫਿਰ ਗੁਜ਼ਾਰਾ ਕਿਵੇਂ ਹੁੰਦਾ? ਬੇਰੁਜ਼ਗਾਰੀ ਭੱਤੇ ਨਾਲ। ਉਸ ਕਿਹਾ, ਤੇਰੇ ਘਰ ਵਾਲਾ ਬॉयਫ੍ਰੈਂਡ ਹੈ? ਮੈਂ ਵਿਆਹੀ ਹੋਈ ਨਹੀਂ, ਬੱਚੇ 4 ਹਨ, 2 ਪਹਿਲੇ ਬॉयਫ੍ਰੈਂਡ ਤੋਂ ਤੇ 2 ਜੋ ਹੁਣ ਸੀ। ਇਹਦੇ ਹੁਣੇ ਬਾਸਟਰਡ ਵੀ ਛੱਡ ਗਿਆ, ਕਿਸੇ ਹੋਰ ਕੁੱਤੀ ਨੂੰ ਲਈ ਫਿਰਦਾ। ਬੰਤੇ ਨੇ ਪੁੱਛਿਆ, ਤੇਰੇ ਬੱਚੇ ਕਿੱਥੇ ਹੈ? ਉਹਨੇ ਦੱਸਿਆ, ਪਹਿਲੇ 2 ਆਪਣੇ ਬਾਪ ਕੋਲ ਤੇ ਇਹ 2 ਆਪਣੇ ਇਸ ਬਾਪ ਕੋਲ। ਬੰਤੇ ਦਾ ਹਾਸਾ ਨਿਕਲ ਗਿਆ ਤੇ ਹੱਸ ਕੇ ਕਹਿਣ ਲੱਗਾ, ਤੇ ਤੂੰ ਹੁਣ ਫੇਰ ਆਜ਼ਾਦ ਏ, ਕਿਸੇ ਤੀਸਰੇ ਬॉयਫ੍ਰੈਂਡ ਦੀ ਭਾਲ 'ਚ। ਬੰਤੇ ਦੀ ਇਸ ਗੱਲ ਤੋਂ ਬਾਅਦ ਜਦੋਂ ਉਹਦੀਆਂ ਅੱਖਾਂ 'ਚ ਉਹਦੀ ਦਰਦ ਕਹਾਣੀ ਵੇਖੀ ਨਾ ਗਈ, ਉਹਨੇ ਹੌਕਾ ਲੈ ਕੇ ਭਰੀ ਗਲੀ ਨਾਲ ਬੰਤੇ ਨੂੰ ਦੱਸਿਆ, ਤੂੰ ਠੀਕ ਕਹਿਣਾ, ਮੈਨੂੰ ਜਿਹੜਾ ਤੀਜਾ ਬॉयਫ੍ਰੈਂਡ ਮਿਲਿਆ ਉਹ ਇੰਨਾ ਕਮੀਨਾ ਹੈ ਕਿ ਆਪਣੀ ਬੇਰੁਜ਼ਗਾਰੀ ਭੱਤੇ ਦੇ ਨਾਲ ਕੱਲ ਮੇਰਾ ਭੱਤਾ ਵੀ ਮੈਥੋਂ ਬਟੋਰ ਕੇ ਖਾ ਗਿਆ ਤੇ ਪੱਬ 'ਚ ਕੱਲੀ ਨੂੰ ਛੱਡ ਕੇ ਚਲਾ ਗਿਆ। ਜੇ ਰਾਤੀ ਤੇਰਾ ਮਿੱਤਰ ਨਾ ਮਿਲਦਾ ਤਾਂ ਖਬਰੇ ਮੇਰਾ ਕੀ ਹਾਲ ਹੋਣਾ ਸੀ। ਬੰਤੇ ਨੂੰ ਲੱਗਾ ਜਿਵੇਂ ਧਰਤੀ ਤੇ ਕੁਝ ਅਜਿਹੇ ਜੀਵ ਵੀ ਰਹਿੰਦੇ ਹੈ ਜਿਨ੍ਹਾਂ ਦਾ ਆਪਾ ਵੀ ਉਹਨਾਂ ਲਈ ਬੋਝ ਬਣ ਜਾਂਦਾ ਤੇ ਐਸੇ ਇੱਕ ਜੀਵ ਸੀ ਉਹ ਕਾਲੀ ਔਰਤ। ਤੇ ਉਹਨੇ ਆਪਣੀ ਜੇਬ ਵਿੱਚੋਂ 2 ਪੌਂਡ ਕੱਢ ਕੇ ਉਹਨੂੰ ਦਿੰਦਿਆਂ ਆਖਿਆ, ਚੱਲ ਉੱਠ, ਕੱਪੜੇ ਪਾ ਤੇ ਕਾਰ 'ਚ ਬੈਠ ਤੇ ਦੱਸ ਤੂੰ ਕਿੱਥੇ ਜਾਣਾ, ਅਸੀਂ ਤੈਨੂੰ ਉੱਥੇ ਛੱਡ ਆਉਂਦੇ ਹਾਂ। ਉਸ ਔਰਤ ਲਈ 2 ਪੌਂਡ ਇਸ ਤਰ੍ਹਾਂ ਸੀ ਜਿਵੇਂ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਮਿਲ ਜਾਏ ਤੇ ਉਹਨੂੰ ਮੁੜ ਕੰਢੇ ਤੇ ਪੁੱਜਣ ਦੀ ਆਸ ਬੱਝ ਗਈ ਹੋਵੇ। ਉਹ ਕੱਪੜੇ ਪਾਉਂਦੀ ਹੋਈ ਬੰਤੇ ਵੱਲ ਵੇਖ ਰਹੀ ਸੀ ਤੇ ਸ਼ਾਇਦ ਸੋਚ ਰਹੀ ਸੀ ਕਿ ਧਰਤੀ ਤੇ ਹਾਲੇ ਵੀ ਕੁਝ ਉਪਕਾਰੀ ਜੀਵ ਅਜੇ ਵੀ ਵਸਦੇ ਹਨ ਜਿਨ੍ਹਾਂ 'ਚੋਂ ਇੱਕ ਬੰਤਾ ਜ਼ਰੂਰ ਸੀ। ਲਾਲ ਤੇ ਬੰਤੇ ਨੇ ਉਹਨੂੰ ਕਾਰ 'ਚ ਬਿਠਾਇਆ, ਉਸੇ ਹੀ ਪੱਬ ਮੂਹਰੇ ਜਾ ਉਤਾਰਿਆ ਜਿੱਥੇ ਉਹ ਲਾਲ ਨੂੰ ਕੱਲ ਰਾਤੀ ਮਿਲੀ ਸੀ। ਧੰਨਵਾਦ। ਅੰਗ 11ਵਾਂ। ਜਦੋਂ ਬੰਤਾ ਤੇ ਲਾਲ ਪੱਬ 'ਚ ਵੜੇ ਤਾਂ ਉਹਨੂੰ ਵੇਖਿਆ ਜੈਨੀ ਜਿਵੇਂ ਬੰਤੇ ਦੇ ਰਾਹ ਤੇ ਅੱਖਾਂ ਵਿਛਾ ਕੇ ਬੈਠੀ ਹੋਵੇ। ਉਹਦੇ ਮੂਹਰੇ ਸੌਫਟ ਡਰਿੰਕ ਦਾ ਭਰਿਆ ਗਲਾਸ ਅਜੇ ਉਵੇਂ ਦਾ ਉਵੇਂ ਪਿਆ ਸੀ, ਜਿਸ 'ਚੋਂ ਗੈਸ ਦੇ ਬੁਲਬੁਲੇ ਨਿਕਲਦੇ ਆਪਣੇ ਅੰਤਮ ਸਾਹਾਂ ਤੇ ਸਨ। ਬਰਫ਼ ਦੇ ਟੁਕੜੇ ਪੂਰੇ ਦੇ ਪੂਰੇ ਖੁਰ ਚੁੱਕੇ ਸਨ। ਇੰਝ ਲੱਗਦਾ ਸੀ ਜਿਵੇਂ ਉਸ ਗਲਾਸ ਦੇ ਬੁੱਲਾਂ ਨੂੰ ਛੁਆ ਕੇ ਸੁੱਚਾ ਕਰਨ ਵਾਲਾ ਅਜੇ ਆਇਆ ਨਹੀਂ ਸੀ। ਬੰਤੇ ਨੂੰ ਵੇਖਦਿਆਂ ਆਪਣੀ ਕੁਰਸੀ ਤੋਂ ਉੱਠ ਖੜੀ ਹੋਈ, ਕਈ ਮੇਜ਼ ਤੇ ਕੁਰਸੀਆਂ ਨੂੰ ਪਿੱਛੇ ਛੱਡ ਕੇ ਉਸ ਬੰਤੇ ਨੂੰ ਅੱਗਲ ਵਾਂਡੇ ਜਾ ਚੁੰਮਿਆਂ ਤੇ ਲਾਲ ਨੂੰ ਹੈਲੋ ਕੀਤੀ। ਫਿਰ ਉਹ ਉਹਨਾਂ ਦੋਹਾਂ ਨੂੰ ਆਪਣੇ ਮੇਜ਼ ਵੱਲ ਇਸ਼ਾਰਾ ਕਰਕੇ ਬੈਠਣ ਲਈ ਕਹਿ ਕੇ ਕਾਊਂਟਰ ਤੋਂ ਉਹਨਾਂ ਲਈ ਬੀਅਰ ਦੇ 2 ਗਲਾਸ ਲੈਣ ਚਲੀ ਗਈ। ਪਰ ਉਹਦੇ ਪੈਸੇ ਦੇਣ ਤੋਂ ਪਹਿਲਾਂ ਹੀ ਲਾਲ ਨੇ ਬੀਅਰ ਦੇ ਪੈਸੇ ਜਾ ਫੜਾਏ। ਜੈਨੀ ਨੇ ਜਿਵੇਂ ਇਸ ਗੱਲ ਦਾ ਬੁਰਾ ਮਨਾਇਆ ਹੋਵੇ। ਬੀਅਰ ਨਕਾਰੀ ਕੀ ਚੀਜ਼ ਸੀ, ਉਹ ਤਾਂ ਆਪਣੇ ਪਿਆਰੇ ਦੀ ਖਾਤਰ ਆਪਾ ਵਾਰਨ ਲਈ ਤਿਆਰ ਸੀ। ਬੰਤੇ ਦਾ ਗਲਾਸ ਮੇਜ਼ ਤੇ ਰੱਖ ਕੇ ਲਾਲ ਬਹਾਨਾ ਜਿਹਾ ਪਾ ਕੇ ਹੈਰੀ ਕੋਲ ਜਾ ਬੈਠਾ।
ਉਹ ਕਬਾਬ ਛੱਡੀ ਨਹੀਂ ਸੀ ਬਣਨਾ ਚਾਹੁੰਦਾ, ਪਰ ਅੱਜ ਉਹਦੀਆਂ ਅੱਖਾਂ ਵੀ ਕਿਸੇ ਖੂਬਸੂਰਤ ਹਾਣੀ ਦੀ ਤਲਾਸ਼ 'ਚ ਪੱਬ 'ਚ ਘੁੰਮ ਰਹੀਆਂ ਸਨ। ਉਹ ਹਾਣੀ ਜਿਹੜਾ ਉਹਦੀਆਂ ਰਾਤਾਂ ਦੇ ਸੁਪਨਿਆਂ ਦਾ ਹੁੰਗਾਰਾ ਭਰ ਸਕੇ ਤੇ ਜਾਂ ਜਿਹੜਾ ਉਹਨੂੰ ਗਲਵੱਕੜੀ 'ਚ ਲੈ ਕੇ ਕਹਿ ਸਕੇ, ਮੈਂ ਬਸ ਤੇਰੀ ਹਾਂ, ਸਾਵੀਂ ਦੀ ਸਾਵੀਂ, ਤੇ ਤੂੰ ਮੇਰਾ ਪੂਰੇ ਦਾ ਪੂਰਾ। ਪਰ ਹਾਣੀ ਕਦੀ ਲੱਭਿਆਂ ਵੀ ਲੱਭਦੇ ਨੇ। ਜੈਨੀ ਨੇ ਵੇਖਿਆ ਜਿਵੇਂ ਬੀਅਰ ਦੇ ਹਰ ਘੁੱਟ ਨਾਲ ਬੰਤੇ ਦੀਆਂ ਅੱਖਾਂ 'ਚ ਨਸ਼ਾ ਨਹੀਂ, ਉਦਾਸੀ ਉਤਰਦੀ ਆ ਰਹੀ ਹੋਵੇ। ਹਰ ਘੁੱਟ ਦੇ ਨਾਲ ਉਹ ਨਸ਼ਾ ਨਹੀਂ, ਹੌਕੇ ਜਿਹੇ ਪੀ ਰਿਹਾ ਹੋਵੇ, ਤੇ ਜਿਹੜਾ ਹੌਕੇ ਪੀਂਦਾ ਹੈ, ਹੌਕੇ ਉਹਨੂੰ ਪੀ ਜਾਂਦੇ ਹੈ। ਜੈਨੀ ਨੂੰ ਇਹ ਪਤਾ ਸੀ। ਉਹ ਤੜਫ ਉੱਠੀ ਜਿਵੇਂ ਤੂਤ ਦੀ ਲਗਰ ਤੇ ਬੈਠੀ ਘੁੱਗੀ ਨੂੰ ਗੁਲੇਲਾ ਮਾਰ ਦਿੱਤਾ ਗਿਆ ਹੋਵੇ। ਉਹਨੇ ਬੰਤੇ ਦਾ ਹੱਥ ਆਪਣੇ ਹੱਥ 'ਚ ਘੁੱਟਦਿਆਂ ਕਿਹਾ, ਡਾਰਲਿੰਗ, ਤੂੰ ਮੈਨੂੰ ਪੀ ਲੈ, ਤੇਰੇ ਹੌਕੇ ਮੈਂ ਵੀ ਲੈ ਲੈਂਦੀ ਹਾਂ। ਚੱਲ ਉੱਠ, ਘਰ ਨੂੰ ਚੱਲੀਏ। ਤੂੰ ਮੈਨੂੰ ਦੱਸ, ਤੂੰ ਉਦਾਸ ਕਿਉਂ ਹੈ? ਮੈਂ ਭਾਵੇਂ ਔਰਤ ਹਾਂ, ਪਰ ਤੇਰੇ ਹਰ ਦੁੱਖ 'ਚ ਤੇਰੇ ਨਾਲ ਮੋਢਾ ਜੋੜ ਕੇ ਤੇਰਾ ਸਾਥ ਦਿਆਂਗੀ। ਬੰਤੇ ਨੇ ਲਾਲ ਨੂੰ ਇਸ਼ਾਰੇ ਨਾਲ ਹੀ ਦੱਸ ਦਿੱਤਾ, ਕੋਈ ਜੈਨੀ ਨਾਲ ਜਾ ਰਿਹਾ, ਜਿਹਦਾ ਅਰਥ ਸੀ ਉਹ ਰਾਤ ਨੂੰ ਨਹੀਂ ਮੁੜੇਗਾ। ਲਾਲ ਸ਼ਰਾਬ ਦੇ ਘੁੱਟ ਨਾਲ ਇੱਕ ਹੌਕਾ ਵੀ ਪੀ ਗਿਆ। ਉਧਰ ਜੈਨੀ ਨਾਲ ਤੁਰਿਆ ਜਾਂਦਾ ਬੰਤਾ ਦੁਬਦਾ ਦੀਆਂ ਉਖਲੀਆਂ 'ਚ ਫਸ-ਫਸ ਉਖੜਦਾ, ਸੰਭਲਦਾ, ਡੋਲਦਾ ਤੁਰਿਆ ਜਾਂਦਾ। ਸੋਚ ਰਿਹਾ ਸੀ, ਰੱਬਾ, ਕਿਸ ਇਮਤਿਹਾਨ 'ਚ ਪਾ ਦਿੱਤਾ ਈ। ਕਿੰਨੀ ਸਾਫ਼ ਦਿਲ, ਪਿਆਰੀ ਤੇ ਪਿਆਰ ਕਰਨ ਵਾਲੀ ਔਰਤ ਨਾਲ ਵਾਹ ਪਵਾਤਾ। ਇੰਜ ਲੱਗਦਾ ਮੈਂ ਇਹਨਾਂ ਰਾਹਾਂ ਵਿੱਚ ਹੀ ਕਿਤੇ ਗੁਆਚ ਕੇ ਰਹਿ ਜਾਵਾਂਗਾ। ਜੇ ਮੈਂ ਇਹਨੂੰ ਸੱਚ ਨਾ ਦੱਸਿਆ ਤਾਂ ਮੇਰੇ ਨਾਲ ਮੇਰੀ ਆਤਮਾ ਵੀ ਦਫਨ ਹੋ ਜਾਏਗੀ, ਤੇ ਫਿਰ ਐਸੀ ਆਤਮਾ ਨੂੰ ਕਿਤੇ ਢੋਈ ਨਹੀਂ ਮਿਲਣੀ। ਉਹਨਾਂ ਸੋਚਾਂ ਦੇ ਸਾਗਰ 'ਚ ਗੋਤੇ ਖਾਂਦਾ ਖਾਂਦਾ ਕਾਰ 'ਚ ਬੈਠਾ ਜੈਨੀ ਦੇ ਘਰ ਵੱਲ ਜਾ ਰਿਹਾ ਸੀ। ਉੱਧਰ ਜੈਨੀ ਸੋਚ ਰਹੀ ਸੀ, ਖਬਰੇ ਉਹਦੀ ਦਰਦਵਿੰਨੀ ਕਹਾਣੀ ਦੇ ਦੁਖਦਾਈ ਪਰਛਾਵਿਆਂ ਤੇ ਉਹਦਾ ਭੈੜਾ ਅਸਰ ਪੈ ਗਿਆ। ਤੇ ਫਿਰ ਉਹ ਸੋਚਦੀ, ਮੈਂ ਤਾਂ ਜੋ ਸੀ ਸੱਚੋ ਸੱਚ ਦੱਸਦਾ। ਜੇ ਮੇਰੇ ਨਾਲ ਵਾਪਰਿਆ ਉਸ 'ਚ ਮੇਰਾ ਕੀ ਦੋਸ਼ ਹੈ? ਮੈਂ ਚਾਹੁੰਦੀ ਸੀ ਕਿ ਮੇਰੇ ਨਾਲ ਇੰਜ ਵਾਪਰੇ, ਪਰ ਮੈਨੂੰ ਇੰਜ ਲੱਗਦਾ ਹੈ ਮੇਰੇ ਦੁੱਖਾਂ ਦਾ ਦਾਰੂ ਸਿਰਫ ਬੰਤਾ ਹੀ ਹੈ, ਤੇ ਮੈਂ ਇਸ ਤੋਂ ਵਿਛੜ ਗਈ ਤਾਂ ਰਹਿੰਦੀ ਜ਼ਿੰਦਗੀ ਕਬਰਾਂ ਦੇ ਹੌਕਿਆਂ ਵਾਂਗ ਬੀਤੇਗੀ। ਕਿੰਨੀ ਅਜੀਬ ਦਸ਼ਾ ਸੀ ਦੋਹਾਂ ਦੀ। ਹਰ ਇੱਕ ਦੂਜੇ ਦੀ ਉਦਾਸੀ ਦਾ ਕਾਰਨ ਆਪਣੇ ਆਪ ਨੂੰ ਸਮਝ ਰਿਹਾ ਸੀ। ਵੇਖਿਆ ਜਾਵੇ ਤਾਂ ਦੋਹਾਂ 'ਚੋਂ ਦੋਸ਼ੀ ਤਾਂ ਕੋਈ ਵੀ ਨਹੀਂ ਸੀ। ਇਹ ਸੋਚਦਿਆਂ ਹੀ ਜੈਨੀ ਦੀ ਕਾਰ ਉਹਦੇ ਘਰ ਮੂਹਰੇ ਜਾ ਕੇ ਰੁਕੀ। ਬੰਤਾ ਤੇ ਜੈਨੀ ਅੱਜ ਘਰ ਅੰਦਰ ਇੰਜ ਦਾਖਲ ਹੋਏ ਜਿਵੇਂ ਇੱਕ ਪਲ ਲਈ ਆਪਣੇ ਬੂਟਾਂ ਦੀ ਧੂੜ ਵਾਂਗ ਉਦਾਸੀ ਬੂਹਿਓਂ ਬਾਹਰ ਝਾੜ ਆਏ ਹੋਣ। ਜਦੋਂ ਜੈਨੀ ਬੰਤੇ ਨੂੰ ਸੋਫੇ ਤੇ ਬਿਠਾ ਕੇ ਉਸ ਲਈ ਵਿਸਕੀ ਲੈਣ ਗਈ ਤਾਂ ਉਹ ਫਿਰ ਪਹਿਲਾਂ ਵਾਂਗ ਗਮਾਂ ਦੇ ਸਾਗਰ 'ਚ ਡੁੱਬ ਗਿਆ। ਜਦੋਂ ਜੈਨੀ ਉਸ ਲਈ ਵਿਸਕੀ ਤੇ ਆਪਣੇ ਲਈ ਸੌਫਟ ਡਰਿੰਕ ਲੈ ਕੇ ਲੌਂਚ 'ਚ ਆਈ ਤਾਂ ਉਹਨੂੰ ਉਦਾਸ ਵੇਖ ਕੇ ਧੁੱਪ 'ਚ ਟੁੱਟ ਕੇ ਡਿੱਗੀ ਸਰੋਂ ਦੀ ਗੰਦਲ ਵਾਂਗ ਕੁਮਲਾ ਗਈ, ਤੇ ਉਹਦੇ ਨਾਲ ਬਹਿੰਦਿਆਂ ਉਹਦੇ ਗਲ 'ਚ ਦੋਵੇਂ ਬਾਹਾਂ ਪਾਈਆਂ ਤੇ ਉਹਦਾ ਬੰਤੇ ਦਾ ਹੱਥ ਫੜ ਕੇ ਕਹਿਣ ਲੱਗੀ, ਤੈਨੂੰ ਮੇਰੀ ਸਹੁੰ, ਜੇ ਨਾ ਦੱਸੇ ਕਿ ਉਦਾਸ ਕਿਉਂ ਹੈ। ਬੰਤਾ ਇੱਕਦਮ ਤਰਬਕ ਗਿਆ ਜਿਵੇਂ ਉਹਦੇ ਹੱਥ ਤੇ ਕਿਸੇ ਨੇ ਕੋਲਾ ਰੱਖ ਦਿੱਤਾ ਹੋਵੇ। ਉਹਨੇ ਡੋਲਦੇ ਹੋਏ ਹੌਸਲੇ ਤੇ ਦ੍ਰਿੜਤਾ ਨੂੰ ਸਹਾਰਾ ਦੇਣ ਲਈ ਵਿਸਕੀ ਦੇ ਇੱਕ ਤਕੜੇ ਪੈਗ ਦਾ ਠੁੰਮਣਾ ਦਿੱਤਾ ਤੇ ਫਿਰ ਇੱਕ ਹੋਰ ਠੁੰਮਣਾ। ਹੁਣ ਉਹ ਪੂਰੀ ਤਰ੍ਹਾਂ ਭਾਵੁਕ ਸੀ, ਇੰਨਾ ਭਾਵੁਕ ਕਿ ਜਿੰਨਾ ਕਦੇ ਕੋਈ ਕੀਤੇ ਹੋਏ ਕਤਲ ਦਾ ਇਕਬਾਲ ਕਰ ਲਏ। ਉਹਨੇ ਜੈਨੀ ਦਾ ਹੱਥ ਆਪਣੇ ਹੱਥ ਫੜ ਕੇ ਆਪਣੇ ਬੁੱਲਾਂ ਨਾਲ ਲਾ ਲਿਆ। ਜੈਨੀ ਦੇ ਲੂੰ 'ਚ ਝਰਨਾਹਟ ਜਿਹੀ ਛਿੜ ਗਈ। ਉਹ ਝਰਨਾਹਟ ਜਿਸ ਤੋਂ ਬਾਅਦ ਜੇ ਕੋਈ ਕਿਸੇ ਦਾ ਸਿਰ ਮੰਗੇ ਤਾਂ ਉਹ ਸਿਰ ਦੇਣ ਤੋਂ ਨਾ ਕਰ ਸਕੇ। ਇਹ ਸੀ ਸਿਖਰ, ਜਿੱਥੋਂ ਜਾ ਕੇ ਜਿਸ ਪਿਆਰ ਦੇ ਗੁਬਾਰੇ ਨੇ ਜਾਂ ਉੱਪਰ ਉੱਡ ਜਾਣਾ ਸੀ ਤੇ ਜਾਂ ਸੜ ਕੇ ਸੁਆਹ ਹੋ ਜਾਣਾ ਸੀ। ਉਸੇ ਤਰ੍ਹਾਂ ਜੈਨੀ ਦਾ ਹੱਥ ਆਪਣੇ ਹੱਥ 'ਚ ਲਈ ਬੰਤੇ ਨੇ ਉਹਨੂੰ ਠੋਡੀ ਤੋਂ ਫੜ ਕੇ ਉਹਦਾ ਮੂੰਹ ਆਪਣੇ ਵੱਲ ਕੀਤਾ। ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਬੋਲਿਆ, ਜੈਨੀ, ਇੱਕ ਵਾਅਦਾ ਕਰ। ਜੈਨੀ ਤਰਬਕ ਗਈ ਤੇ ਪੁੱਛਣ ਲੱਗੀ, ਕਿਸ ਗੱਲ ਦਾ? ਬੰਤਾ ਕਹਿਣ ਲੱਗਾ, ਜੇ ਮੈਂ ਗੁਨਾਹਗਾਰ ਹੋਵਾਂ ਤਾਂ ਮੈਨੂੰ ਮਾਫ਼ ਕਰ ਦੇਂਗੀ। ਉਹ ਹੱਸ ਪਈ ਤੇ ਬੋਲੀ, ਜੋ ਕੋਈ ਵੀ ਗੁਨਾਹ ਨਹੀਂ ਕਰਦਾ ਉਹ ਇਨਸਾਨ ਹੀ ਨਹੀਂ। ਇਨਸਾਨ ਦਾ ਜਨਮ ਹੀ ਗੁਨਾਹ ਤੋਂ ਹੁੰਦਾ ਹੈ। ਉਹ ਗੁਨਾਹ ਜਿਹੜੇ ਸਾਡੇ ਮਾਪੇ ਚੋਰੀ ਕਰਦੇ ਆ। ਮੈਂ ਤਾਂ ਇਹ ਕਹਾਂਗੀ ਕਿ ਪਵਿੱਤਰਤਾ ਨੂੰ ਜਨਮ ਹੀ ਗੁਨਾਹ ਨੇ ਦਿੱਤਾ ਹੈ। ਜੇ ਗੁਨਾਹ ਨਾ ਹੁੰਦਾ ਤਾਂ ਪਵਿੱਤਰਤਾ ਕਿੱਥੋਂ ਜੰਮਦੀ? ਬੰਤਾ ਇਹ ਤਾਂ ਜਾਣਦਾ ਸੀ ਕਿ ਜੈਨੀ ਪੜ੍ਹੀ ਲਿਖੀ ਹੈ, ਪਰ ਅੱਜ ਉਹਦੀਆਂ ਇਹਨਾਂ ਗੱਲਾਂ ਨੇ ਬੰਤੇ ਨੂੰ ਜੜ੍ਹਾਂ ਤੱਕ ਹਿਲਾ ਕੇ ਰੱਖ ਦਿੱਤਾ ਤੇ ਉਹ ਬੋਲਿਆ, ਹਾਂ ਜੈਨੀ, ਅਸੀਂ ਸਾਰੇ ਗੁਨਾਹਗਾਰ ਹਾਂ, ਪਰ ਕੋਈ ਵੱਡਾ ਗੁਨਾਹਗਾਰ ਹੁੰਦਾ ਮੇਰੇ ਵਰਗਾ, ਕੋਈ ਛੋਟਾ ਗੁਨਾਹਗਾਰ ਹੁੰਦਾ ਜਿਵੇਂ ਤੂੰ ਆਪਣੇ ਆਪ ਨੂੰ ਸਮਝਦੀ ਹੈ। ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਕਿ ਮੇਰਾ ਗੁਨਾਹ ਵੱਡਾ। ਤੂੰ ਵਾਅਦਾ ਕਰ, ਤੂੰ ਮੈਨੂੰ ਮਾਫ਼ ਕਰ ਦੇਂਗੀ। ਜੈਨੀ ਨੇ ਬੰਤੇ ਦਾ ਹੱਥ ਆਪਣੇ ਹੱਥ 'ਚ ਲੈ ਲਿਆ, ਜ਼ੋਰ ਦੀ ਘੁੱਟਿਆ, ਆਪਣੀ ਹਿੱਕ ਤੇ ਰੱਖ ਕੇ ਬੋਲੀ, ਤੂੰ ਭਾਵੇਂ ਜੋ ਮਰਜ਼ੀ ਗੁਨਾਹ ਕੀਤਾ ਹੋਵੇ, ਮੇਰੇ ਲਈ ਤੂੰ ਮੇਰਾ ਪਵਿੱਤਰ ਦੇਵਤਾ ਹੈ, ਮੇਰਾ ਪਿਆਰ। ਦੁਨੀਆ ਦੇ ਸਾਰੇ ਗੁਨਾਹ ਤੈਨੂੰ ਮਾਫ਼ ਨੇ ਤੇ ਤੂੰ ਉਹਨਾਂ ਮਨਹੂਸ ਗੁਨਾਹਾਂ ਦਾ ਭਾਰ ਲਾ ਕੇ ਇੱਕ ਵਾਰ ਮੇਰੇ ਮੋਢਿਆਂ ਤੇ ਰੱਖ ਕੇ ਵੇਖ। ਫਿਰ ਵੇਖੀ ਮੈਂ ਕਿਵੇਂ ਤੈਨੂੰ ਤੇਰੇ ਗੁਨਾਹਾਂ ਸਮੇਤ ਆਪਣੀਆਂ ਸੋਚਾਂ ਦੇ ਅਰਸ਼ਾਂ ਤੇ ਉਡਾ ਕੇ ਲੈ ਜਾਂਦੀ ਹਾਂ।
ਬੰਤੇ ਦੀਆਂ ਅੱਖਾਂ 'ਚ ਅੱਥਰੂ ਜਿਹੇ ਆ ਗਏ। ਜੈਨੀ ਨੇ ਉਹਦਾ ਸਿਰ ਆਪਣੀ ਹਿੱਕ ਨਾਲ ਘੁੱਟ ਲਿਆ ਤੇ ਕਿੰਨੀ ਦੇਰ ਕਮਰੇ ਵਿਚਲੀ ਚੁੱਪ ਕਮਰੇ ਦੀਆਂ ਕੰਧਾਂ ਨਾਲ ਗੱਲਾਂ ਕਰਦੀ ਰਹੀ। ਫਿਰ ਅਚਾਨਕ ਬੰਤਾ ਹੌਸਲਾ ਕਰਕੇ ਬੋਲਿਆ, ਜੈਨੀ ਲੈ ਸੁਣ ਮੇਰੀ ਕਹਾਣੀ। ਤੇ ਜਦੋਂ ਜੈਨੀ ਨੂੰ ਸਾਰੀ ਕਹਾਣੀ ਆਪਣੇ ਹੌਕਿਆਂ ਦੀ ਜ਼ਬਾਨੀ ਸੁਣਾ ਕੇ ਹਟਿਆ, ਜੈਨੀ ਨੇ ਹੱਸ ਕੇ ਉਸ ਵੱਲ ਦੇਖਦਿਆਂ ਕਿਹਾ, ਬਸ ਇੰਨੀ ਗੱਲ ਸੀ। ਮੈਂ ਸਮਝਿਆ ਖਬਰੇ ਕਿੱਡਾ ਵੱਡਾ ਕੋਈ ਗੁਨਾਹ ਕੀਤਾ ਹੋਏਗਾ, ਪਰ ਤੂੰ ਤਾਂ ਬਿਨਾਂ ਗੁਨਾਹ ਤੋਂ ਹੀ ਗੁਨਾਹਗਰ ਬਣਿਆ ਫਿਰਦਾ ਹੈ, ਜਿਵੇਂ ਕੋਈ ਕਿਸੇ ਦਾ ਲਹੂ ਆਪਣੀ ਉਂਗਲੀ ਨੂੰ ਲਾ ਕੇ ਸ਼ਹੀਦ ਬਣਿਆ ਫਿਰਦਾ ਹੋਵੇ। ਗੁਨਾਹਗਰ ਤੂੰ ਨਹੀਂ ਡੀਅਰ, ਗੁਨਾਹਗਰ ਉਹ ਸਮਾਜ ਹੈ ਜਿਹਨੇ ਤੇਰੇ ਬਾਪ ਤੇ ਤੇਰੀ ਮਾਂ ਨੂੰ ਇਹ ਸੰਤਾਪ ਭੋਗਣ ਲਈ ਮਜਬੂਰ ਕੀਤਾ ਸੀ। ਤੇਰੇ ਬਾਪ ਨੇ ਇੱਥੇ ਆ ਕੇ ਕੁਝ ਔਰਤਾਂ ਨਾਲ ਆਪਣੇ ਸਰੀਰਕ ਸੰਬੰਧ ਜੋੜੇ ਤਾਂ ਸਮਝਦੀਆਂ ਇਹ ਕੋਈ ਗੁਨਾਹ ਨਹੀਂ। ਮਨੁੱਖੀ ਸਰੀਰ ਦੀਆਂ ਦੂਜੀਆਂ ਲੋੜਾਂ ਵਾਂਗ ਇਸਤਰੀ ਪੁਰਸ਼ ਦਾ ਮੇਲ ਵੀ ਇੱਕ ਲੋੜ ਹੈ, ਤੇ ਜੇ ਕੋਈ ਇਸ ਲੋੜ ਦਾ ਜ਼ਬਰਦਸਤੀ ਗਲਾ ਘੁੱਟਣ ਦਾ ਯਤਨ ਕਰਦਾ ਤਾਂ ਖੁਦਕੁਸ਼ੀ ਕਰਨ ਦੇ ਤੁੱਲ ਹੈ, ਤੇ ਖੁਦਕੁਸ਼ੀ ਕਾਇਰਤਾ ਦਾ ਦੂਜਾ ਨਾਮ ਹੈ। ਮੈਂ ਸਮਝਦੀ ਹਾਂ ਕਿ ਤੇਰੀ ਤੇ ਮੇਰੇ ਖਿਆਲ 'ਚ ਬੜੀ ਵੱਡੀ ਕਾਇਰ ਔਰਤ ਹੈ ਮਾਂ, ਜਿਹਨੇ ਸਮਾਜ ਦੇ ਲੋਕਾਂ ਤੋਂ ਡਰਦਿਆਂ ਆਪਣੀਆਂ ਸੱਧਰਾਂ ਨੂੰ ਸੂਲੀ ਤੇ ਟੰਗ ਕੇ ਰੱਖਿਆ। ਮੇਰਾ ਖਿਆਲ ਹੈ ਤੂੰ ਤੇ ਤੇਰਾ ਬਾਪ ਇਹ ਕਦੇ ਵੀ ਨਹੀਂ ਸਮਝ ਸਕੋਗੇ ਕਿ ਤੇਰੀ ਮਾਂ ਨੇ ਜਿਹੜਾ ਸੰਤਾਪ ਹੰਢਾਇਆ ਉਹ ਕਿੰਨਾ ਦੁਖਦਾਈ ਸੀ। ਇਹ ਸਿਰਫ ਇੱਕ ਔਰਤ ਹੀ ਦੱਸ ਸਕਦੀ ਹੈ, ਔਰਤ ਜਿਹਨੂੰ ਤੁਸੀਂ ਲੋਕ ਗਲ 'ਚ ਪਵਿੱਤਰਤਾ ਦਾ ਫੰਦਾ ਪਾ ਕੇ ਘਰ ਦੀ ਚਾਰ ਦੀਵਾਰੀ ਅੰਦਰ ਨੂੜਿਆ ਹੋਇਆ ਹੈ। ਉਹ ਔਰਤ ਮੇਰੇ ਖਿਆਲ 'ਚ ਇੰਨੀ ਮਹਾਨ ਹੈ ਕਿ ਜੇ ਦੁਨੀਆ ਦੇ ਸਾਰੇ ਧਰਮ ਗ੍ਰੰਥਾਂ 'ਚੋਂ ਔਰਤ ਸ਼ਬਦ ਕੱਢ ਦਿੱਤਾ ਜਾਏ ਤਾਂ ਸ਼ਾਇਦ ਉਹਨਾਂ ਗ੍ਰੰਥਾਂ 'ਚ ਬਾਕੀ ਕੁਛ ਨਾ ਬਚੇ। ਕੀ ਮਰੀਅਮ ਤੋਂ ਬਿਨਾਂ ਹੋਰ ਕੋਈ ਮਹਾਨ ਔਰਤ ਹੈ? ਮੈਨੂੰ ਤਾਂ ਸਾਰੀਆਂ ਮਾਵਾਂ ਮਰੀਅਮ ਵਰਗੀਆਂ ਲੱਗਦੀਆਂ, ਸਾਰੀਆਂ ਔਰਤਾਂ ਮਾਵਾਂ ਵਰਗੀਆਂ ਲੱਗਦੀਆਂ। ਮੈਂ ਸਮਝਦੀ ਹਾਂ ਕਿ ਜੇਕਰ ਤੂੰ ਇਹ ਗੁਨਾਹ ਨਾ ਕੀਤਾ ਹੁੰਦਾ ਤਾਂ ਤੂੰ ਦੁਨੀਆ ਦਾ ਸਭ ਤੋਂ ਵੱਡਾ ਗੁਨਾਹਗਾਰ ਆਦਮੀ ਹੋਣਾ ਸੀ, ਪਰ ਹੁਣ ਮੈਂ ਤੈਨੂੰ ਇੱਕ ਵਧੀਆ ਤੇ ਅਸਲੀ ਮਨੁੱਖ ਸਮਝਦੀ ਹਾਂ। ਮੈਨੂੰ ਆਸ ਹੈ ਕਿ ਇਸ ਸੱਚਾਈ ਦੀ ਚੱਟਾਨ ਤੇ ਸਾਡੇ ਪਿਆਰ ਦੀਆਂ ਨੀਹਾਂ ਧਰੀਆਂ ਗਈਆਂ ਹਨ, ਉਹ ਛੇਤੀ ਕੀਤੀਆਂ ਖਰਨਗੀਆਂ ਨਹੀਂ। ਬੰਤੇ ਨੂੰ ਇਹ ਆਸ ਹੀ ਨਹੀਂ ਸੀ ਕਿ ਜੈਨੀ ਇੰਨਾ ਵਧੀਆ ਤੇ ਮਨ ਨੂੰ ਨਸ਼ਿਆ ਦੇਣ ਵਾਲਾ ਹੁੰਗਾਰਾ ਭਰੇਗੀ। ਉਹਨੇ ਜੈਨੀ ਨੂੰ ਕਲਾਵੇ 'ਚ ਘੁੱਟ ਲਿਆ। ਅੱਜ ਉਹਨੂੰ ਸ਼ਰਾਬ ਨਾਲੋਂ ਵੱਧ ਨਸ਼ਾ ਜੈਨੀ ਦੀਆਂ ਪਿਆਰੀਆਂ ਤੇ ਨੀਲੀਆਂ ਅੱਖਾਂ 'ਚੋਂ ਖੁਮਾਰੀ ਪੀ ਕੇ ਆ ਰਿਹਾ ਸੀ। ਉਹ ਸ਼ਰਾਬੀ ਜਿਹਾ ਹੁੰਦਾ ਸੀ। ਹੌਲੀ ਹੌਲੀ ਉਹਨੇ ਆਪਣੇ ਸਿਰ ਜੈਨੀ ਦੀ ਲੱਤਾਂ ਤੇ ਟਿਕਾਤਾ ਤੇ ਉਹ ਵੀ ਸੌਫਟ ਡਰਿੰਕ ਨਾਲ ਨਸ਼ਿਆ ਗਈ। ਇੰਜ ਲੱਗਦਾ ਸੀ ਜਿਵੇਂ ਉਹ ਬੰਤੇ ਦੀਆਂ ਸ਼ਰਬਤੀ ਅੱਖਾਂ 'ਚੋਂ ਨੀਟ ਵਿਸਕੀ ਨੂੰ ਸਿਪ ਕਰ ਰਹੀ ਹੋਵੇ। ਅੱਜ ਵਿੱਥਾਂ ਮਿਟ ਚੁੱਕੀਆਂ ਸਨ। ਜੇ ਕਿਤੇ ਕੋਈ ਗੱਲ ਦਾਲ ਦੇ ਵਿੱਚ ਆਏ ਕੋਕੜੂ ਵਾਂਗ ਰੜਕਦੀ ਸੀ ਤਾਂ ਉਸੇ ਬੋਲੀ ਦੀ ਸਾਂਝ ਨਾ ਹੋਣੀ, ਤੇ ਕਹਿੰਦੇ ਆ ਪਿਆਰੇ ਦੀ ਤਾਂ ਕੋਈ ਬੋਲੀ ਨਹੀਂ ਹੁੰਦੀ। ਹੁਣ ਬੰਤਾ ਜੈਨੀ ਕੋਲ ਹੀ ਰਹਿਣ ਲੱਗ ਪਿਆ ਸੀ। ਲਾਲ ਕੋਲ ਦੋ ਹੋਰ ਪੰਜਾਬੀ, ਜੀਤਾ ਮਲਵਈ ਤੇ ਮਹਿੰਦਰ ਮਝੈਲ ਰਹਿਣ ਲੱਗ ਪਏ ਸੀ। ਇਹਨਾਂ ਦੋਵਾਂ ਦਾ ਵੀ ਬੰਤੇ ਤੇ ਲਾਲ ਵਾਂਗ ਭਾਵੇਂ ਦੇਸ਼ 'ਚ ਵਿਆਹ ਹੋਇਆ ਸੀ, ਪਰ ਇੱਥੇ ਆ ਕੇ ਛੜਿਆਂ ਵਾਲੇ ਕੰਮ ਅਮਲੀ ਰੂਪ 'ਚ ਕਰਦੇ ਸਨ। ਬੰਤੇ ਦੇ ਜੈਨੀ ਨਾਲ ਪਿਆਰ ਤੋਂ ਬਾਅਦ ਲਾਲ ਕੁਝ ਉਖੜ ਜਿਹਾ ਗਿਆ ਸੀ। ਹੁਣ ਉਹ ਸ਼ਰਾਬ ਵੀ ਜ਼ਿਆਦਾ ਪੀਣ ਲੱਗ ਪਿਆ ਸੀ ਤੇ ਸ਼ਰਾਬ ਪੀ ਕੇ ਜਨਾਨੀ ਨਾਲ ਘਰ 'ਚ ਲਿਆਉਣ ਦੀ ਥਾਂ ਕਈ ਵਾਰ ਬਾਹਰ ਕਾਰ 'ਚ ਹੀ ਰਾਤ ਕੱਟ ਲੈਂਦਾ। ਇਹਨਾਂ ਹਾਲਤਾਂ ਵਿੱਚ ਕਈ ਵਾਰ ਤਾਂ ਪੈਸਾ ਕਮਾਉਣਾ ਹੀ ਔਖਾ ਹੋ ਜਾਂਦਾ, ਪਰ ਜੇ ਔਖੇ ਸੌਖੇ ਕਮਾ ਲਿਆ ਜਾਏ ਤਾਂ ਫਿਰ ਸਾਂਭਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ। ਜਿਹੜੇ ਹੁਣ ਇੱਕ ਗੁਣ ਦਾ ਵਾਧਾ ਉਸ 'ਚ ਹੋਇਆ ਸੀ, ਉਹ ਸੀ ਘੋੜਿਆਂ ਤੇ ਪੈਸਾ ਲਾ ਕੇ ਜੂਆ ਖੇਡਣਾ। ਸਿਆਣੇ ਕਹਿੰਦੇ ਆ ਜੂਏ 'ਚ ਕਦੇ ਕੋਈ ਨਹੀਂ ਜਿੱਤਿਆ, ਪਰ ਜਿਹੜਾ ਆਦਮੀ ਜ਼ਿੰਦਗੀ ਹਾਰਨ ਵੱਲ ਤੁਰ ਪਿਆ ਹੋਵੇ ਉਹ ਜੂਏ 'ਚ ਕੀ ਜਿੱਤੇਗਾ। ਘਰ ਤੋਂ ਕਦੇ ਜੇ ਪੈਸਿਆਂ ਲਈ ਚਿੱਠੀ ਆ ਜਾਣੀ ਤਾਂ ਉਹਦਾ ਜਵਾਬ ਹੀ ਨਾ ਦਿੰਦਾ। ਉਹਦੇ ਨਾਲ ਦੇ ਦੋਵੇਂ ਸਾਥੀ ਲਗਭਗ ਉਸੇ ਦੇ ਮੇਚ ਦੇ ਹੀ ਸੀ। ਘਰ ਜਿੱਥੇ ਉਹ ਰਹਿੰਦੇ ਸੀ ਉਹਨੂੰ ਘਰ ਕਹਿਣਾ ਘਰ ਸ਼ਬਦ ਦਾ ਅਪਮਾਨ ਸੀ। ਜੂਠੇ ਭਾਂਡੇ ਉਨੀ ਦੇਰ ਸਾਫ਼ ਨਾ ਕੀਤੇ ਜਾਂਦੇ ਜਿੰਨੀ ਦੇਰ ਸਾਰੇ ਜੂਠੇ ਨਾ ਹੋ ਜਾਂਦੇ। ਜੇ ਕਿਸੇ ਪਤੀਲੇ 'ਚ ਥੋੜ੍ਹੀ ਬਹੁਤ ਦਾਲ ਜਾਂ ਸਬਜ਼ੀ ਥੱਲੇ ਬਚੀ ਰਹਿ ਜਾਂਦੀ ਤਾਂ ਉਹ ਪਤੀਲੇ ਵਿੱਚ ਹੀ ਕਈ ਦਿਨ ਮੰਜਿਆਂ ਥੱਲੇ ਪਈ ਸੜਦੀ ਰਹਿੰਦੀ। ਇਸ ਬਚੀ ਹੋਈ ਦਾਲ 'ਚ ਸੁੰਡੀਆਂ ਚੱਲਣ ਲੱਗ ਪੈਂਦੀਆਂ, ਉੱਲੀ ਲੱਗ ਜਾਂਦੀ। ਫਿਰ ਜਦੋਂ ਸਾਰੇ ਘਰ 'ਚੋਂ ਸੜੀ ਹੋਈ ਦਾਲ ਦੀ ਖੱਟੀ ਬਦਬੂ ਆਉਣ ਲੱਗਦੀ ਤਾਂ ਕਿਤੇ ਜਾ ਕੇ ਇਹਨਾਂ ਨੂੰ ਖਿਆਲ ਆਉਂਦਾ ਕਿ ਭਾਂਡੇ ਮਾਂਜਣ ਵਾਲੇ ਹੈ, ਤੇ ਭਾਂਡੇ ਮਾਂਜਣ ਤੇ ਤਿੰਨੇ ਇੱਕ ਦੂਜੇ ਨਾਲ ਲੜ ਵੀ ਪੈਂਦੇ। ਇਸ ਤਰ੍ਹਾਂ 7-8 ਦਿਨ ਬਾਅਦ ਸਾਂਝਾ ਬਾਬਾ ਪਿੱਟਣ ਤੋਂ ਇਹਨਾਂ ਤਿੰਨਾਂ ਦਾ ਝਗੜਾ ਹੁੰਦਾ ਰਹਿੰਦਾ। ਉਧਰ ਬੰਤਾ ਤੇ ਜੈਨੀ ਅਲੌਕਿਕ ਪਿਆਰ ਦਾ ਆਨੰਦ ਮਾਣ ਰਹੇ ਸੀ। ਜਵਾਨੀ ਦਾ ਪਿਆਰ ਤਾਂ ਉਂਝ ਵੀ ਅਲੌਕਿਕ ਹੀ ਹੁੰਦਾ ਹੈ। ਬੰਤੇ ਨੂੰ ਪਿੰਡੋਂ ਜੇ ਕਦੀ ਕੋਈ ਚਿੱਠੀ ਆ ਜਾਂਦੀ ਤਾਂ ਉਹ ਮਹਿੰਦਰ ਮਝੈਲ ਕੋਲੋਂ ਪੜ੍ਹਾਉਣ ਜਾਂਦਾ ਤੇ ਕਈ ਵਾਰ ਉਸ ਕੋਲੋਂ ਉੱਥੇ ਹੀ 4 ਅੱਖਰ ਲਿਖਾ ਕੇ ਜਵਾਬ ਵੀ ਦੇ ਆਉਂਦਾ। ਜੇ ਕਿਤੇ ਪਿੰਡ ਪੈਸੇ ਭੇਜਣ ਦੀ ਗੱਲਬਾਤ ਹੁੰਦੀ ਤਾਂ ਜੈਨੀ ਨਾਲ ਸਲਾਹ ਕਰਕੇ ਲੋੜੀਂਦੇ ਪੈਸੇ ਜੈਨੀ ਰਾਹੀਂ ਭਿਜਵਾ ਦਿੰਦਾ। ਕਈ ਵਾਰ ਤਾਂ ਬੰਤੇ ਨੂੰ ਹੈਰਾਨੀ ਹੁੰਦੀ ਜਦੋਂ ਜੈਨੀ ਇਹ ਕਹਿੰਦੀ ਕਿ ਮੈਂ
ਚੰਨੋ ਦੀ ਧੀ ਲਈ ਇੰਨੇ ਪੈਸੇ ਵੱਖਰੇ ਭੇਜਣੇ ਆ। ਤਾਂ ਬੰਤਾ ਸੋਚਦਾ ਬੜੀ ਅਜੀਬ ਔਰਤ ਹੈ। ਸੌਕਣ ਦੀ ਧੀ ਨੂੰ ਬਿਨਾਂ ਦੇਖਿਆ ਹੀ ਆਪਣੀਆਂ ਧੀਆਂ ਵਾਂਗ ਸਮਝਦੀ ਹੈ ਤੇ ਪਿਆਰ ਕਰਦੀ ਹੈ। ਪਤਾ ਨਹੀਂ ਕਿਉਂ ਬੰਤੇ ਵਿੱਚ ਚਿੱਠੀ ਲਿਖਵਾਉਂਦੇ ਸਮੇਂ ਜੈਨੀ ਬਾਰੇ ਕੁਝ ਲਿਖਣ ਦਾ ਫਿਰ ਵੀ ਕਦੇ ਹੌਸਲਾ ਨਾ ਪੈਂਦਾ। ਦੁਨੀਆ ਦੀ ਦੂਜੀ ਜੰਗ ਲੱਖਾਂ ਲੋਕਾਂ ਨੂੰ ਨਿਗਲ ਕੇ ਖਤਮ ਹੋਣ ਵੱਲ ਜਾ ਰਹੀ ਸੀ। ਭਿਆਨਕ ਤਬਾਹੀ ਮਚਾਈ ਸੀ। ਇਸ ਜੰਗ ਨੇ ਜਾਪਾਨ ਦੇ 2 ਸ਼ਹਿਰ ਹੀਰੋਸ਼ੀਮਾ ਨਾਗਾਸਾਕੀ ਸੰਸਾਰ ਦੇ ਲੋਕਾਂ ਦੀ ਹਮਦਰਦੀ ਦੇ ਪਾਤਰ ਬਣ ਗਏ ਸਨ ਤੇ ਐਟਮ ਬੰਬ ਸੁੱਟਣ ਵਾਲਾ ਅਮਰੀਕਾ ਸੰਸਾਰ ਦੇ ਲੋਕਾਂ ਦੀ ਨਫ਼ਰਤ ਦਾ ਪਾਤਰ। ਲੱਖਾਂ ਕੈਦੀ ਬਣਾ ਲਏ ਗਏ ਸਨ ਤੇ ਕਈਆਂ ਦਾ ਕੁਝ ਪਤਾ ਨਹੀਂ ਸੀ। ਲੱਗਦਾ ਕਿ ਉਹ ਮਰ ਗਏ ਹਨ ਜਾਂ ਕੈਦੀ ਬਣਾ ਲਏ ਗਏ ਸਨ। ਅੰਗ 12ਵਾਂ। ਬੰਤੇ ਤੇ ਜੈਨੀ ਨੂੰ ਇਕੱਠੇ ਰਹਿੰਦਿਆਂ ਲਗਭਗ 1 ਸਾਲ ਹੋ ਗਿਆ ਸੀ। ਇੱਕ ਦਿਨ ਜੈਨੀ ਨੇ ਬੰਤੇ ਦੇ ਗਲ 'ਚ ਬਾਹਾਂ ਪਾ ਕੇ ਅੱਖਾਂ 'ਚ ਡੁੱਲ ਪੈਂਦੀ ਖੁਸ਼ੀ ਨੂੰ ਸੰਭਾਲਦਿਆਂ ਬੰਤੇ ਨੂੰ ਦੱਸਿਆ ਕਿ ਉਹ ਉਹਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਬੰਤੇ ਦੀ ਜ਼ਿੰਦਗੀ 'ਚ ਅਥਾਹ ਖੁਸ਼ੀ ਦੀ ਖਬਰ ਸੁਣਨ ਦਾ ਦੂਜਾ ਮੌਕਾ ਸੀ। ਉਹਦਾ ਮਨ ਇਹ ਖਬਰ ਸੁਣਦਿਆਂ ਸਾਰੇ ਇੱਕ ਸਕਿੰਟ 'ਚ ਉਡਾਰੀ ਮਾਰ ਦੇਸ਼ ਪਹੁੰਚ ਗਿਆ। ਉਹਨੂੰ ਚੰਨੋ ਤੇ ਆਪਣੀ ਧੀ ਗਲੀਆਂ ਅੰਦਰ ਉਹਦੀ ਤਲਾਸ਼ 'ਚ ਗਲੀਆਂ ਦੇ ਕੱਖ ਫਰੋਲਦੀਆਂ ਦਿਸੀਆਂ। ਉਹਦੇ ਮਨ 'ਚ ਇਹ ਵੀ ਆਇਆ ਕਿ ਕਿਤੇ ਇਹਦੇ ਵੀ ਕੁੜੀ ਨਾ ਜੰਮ ਪਵੇ। ਪਰ ਫਿਰ ਉਹਦੇ ਮਨ ਨੇ ਸ਼ਾਦੀ ਭਰੀ, ਨਹੀਂ ਮੇਰੇ 2 ਪੁੱਤ ਵੀ ਤਾਂ ਹਨ। ਤੇ ਉਹਨੇ ਖੁਸ਼ੀ ਵਿੱਚ ਜੈਨੀ ਨੂੰ ਚੁੰਮ ਕੇ ਉਹਦਾ ਮੂੰਹ ਲਾਲ ਕਰਤਾ। ਉਹ ਤਾਂ ਮਾਨੋ ਜਿਵੇਂ ਚਾਹੁੰਦੀ ਹੋਵੇ ਤੇ ਕਹਿੰਦੀ ਹੋਵੇ ਕਿ ਚੰਦਰਿਆ ਮੈਨੂੰ ਸਾਰੀ ਨੂੰ ਖਾ ਜਾ, ਪਰ ਵੇਖੀ ਛੱਡ ਨਾ ਜਾਈ। ਫਿਰ ਉਹ ਇੱਕ ਟੱਕ ਬੰਤੇ ਦੇ ਚਿਹਰੇ ਤੇ ਅੱਖਾਂ ਕੱਢ ਕੇ ਵੇਖਦੀ ਰਹੀ, ਜਿਵੇਂ ਉਹਦੇ ਨਕਸ਼ ਆਪਣੀ ਕੁੱਖ ਵਿਚਲੇ ਜੀਭ ਪਰ ਨਿਹਾਰ ਰਹੀ ਹੋਵੇ। ਸੋਚ ਰਹੀ ਹੋਵੇ ਕਿ ਹੁਣ ਤੂੰ ਕਿੱਥੇ ਜਵਾਨ ਹੋਏਗਾ, ਹੁਣ ਤਾਂ ਮੈਂ ਤੈਨੂੰ ਆਪਣੀ ਕੁੱਖ 'ਚ ਸਾਂਭ ਲਿਆ। ਮਰਦ ਭਾਵੇਂ ਔਰਤ ਨੂੰ ਲੱਖ ਧੋਖਾ ਦੇ ਜਾਏ, ਪਰ ਜਦੋਂ ਕਦੀ ਵੀ ਔਰਤ ਮਰਦ ਦੀ ਹੋਂਦ ਆਪਣੀ ਕੁੱਖ 'ਚ ਸਾਂਭ ਲੈਂਦੀ ਹੈ, ਉਹ ਅੱਧੀ ਉਦੋਂ ਹੀ ਮਰਦ ਨਾਲੋਂ ਟੁੱਟ ਜਾਂਦੀ ਹੈ। ਮਰਦ ਕਿੰਨਾ ਬਦਨਸੀਬ ਹੁੰਦਾ ਹੈ। ਸ੍ਰਿਸ਼ਟੀ 'ਚ ਆਪਣੀਆਂ ਜੜ੍ਹਾਂ ਲਾਉਣ ਤੋਂ ਬਾਅਦ ਆਪਣੀ ਜ਼ਿੰਦਗੀ ਤੇ ਪਿਆਰ ਦੀ ਪੂੰਜੀ ਅੱਧੀ ਪਹਿਲੀ ਕਿਸ਼ਤ ਵਿੱਚ ਹੀ ਲੁਟਾ ਬੈਠਦਾ ਹੈ ਤੇ ਬਾਕੀ ਕੀ ਬਚਦਾ ਹੈ, ਇਹ ਉਹਨੂੰ ਉਹਦਾ ਭਵਿੱਖ ਹੀ ਦੱਸਦਾ ਹੈ। ਜਿਉਂ-ਜਿਉਂ ਜੈਨੀ ਦੇ ਜਣੇਪੇ ਦੇ ਦਿਨ ਨੇੜੇ ਆਉਂਦੇ ਜਾਂਦੇ ਸੀ, ਤਿਉਂ-ਤਿਉਂ ਉਹਦੇ ਸਰੀਰ ਬਣਤਰ ਤੇ ਚਿਹਰੇ ਦਾ ਰੰਗ ਮਹਿਕਦਾ ਜਾ ਰਿਹਾ ਸੀ ਤੇ ਖੁਸ਼ੀ 'ਚ ਖੀਵੀ ਹੋਈ ਕਈ ਵਾਰ ਬੰਤੇ ਨਾਲ ਪਈ ਉੱਠ ਕੇ ਬੈਠ ਜਾਂਦੀ ਤੇ ਉਹਦੇ ਚਿਹਰੇ ਨੂੰ ਨਿਹਾਰਦੀ ਕਹਿੰਦੀ, ਮੈਂ ਚਾਹੁੰਦੀ ਹਾਂ ਮੁੰਡਾ ਹੋਵੇ ਹੂ ਬਹੂ ਤੇਰੇ ਵਰਗਾ। ਤੇ ਬੰਤਾ ਅੱਖਾਂ ਮੀਟ ਕੇ ਆਪਣੇ ਪੁੱਤ ਦੀ ਸ਼ਕਲ ਗੇਲੂ ਤੇ ਪੀਤੂ ਨਾਲ ਮੇਚਣ ਲੱਗ ਪੈਂਦਾ। ਖੁਸ਼ੀਆਂ ਤੇ ਖੇੜਿਆਂ ਭਰੇ ਪਲ ਕਈ ਵਾਰ ਕੁਦਰਤ ਨੂੰ ਮਨਜ਼ੂਰ ਨਹੀਂ ਹੁੰਦੇ ਤਾਂ ਇਹਨਾਂ ਪਿਆਰ ਕਲੋਲਾਂ ਕਰਦੇ ਕਬੂਤਰਾਂ ਤੇ ਅਚਾਨਕ ਅਣਹੋਣੀਆਂ ਦਾ ਵੱਟਾ ਮਾਰ ਦਿੰਦੀ ਹੈ, ਜਿਸ ਨਾਲ ਪਰ ਜ਼ਖਮੀ ਹੋ ਜਾਂਦੀ ਹੈ। ਆਕਾਸ਼ੀ ਉਡਾਰੀਆਂ ਦੇ ਸੁਪਨਿਆਂ 'ਚ ਵਿਘਨ ਪੈ ਜਾਂਦਾ ਹੈ, ਪਰ ਹਿੰਮਤਾਂ ਵਾਲੇ ਜ਼ਖਮੀ ਪਰਾਂ ਨਾਲ ਵੀ ਹੋਣੀਆਂ ਨੂੰ ਲਤਾੜਦੇ ਹੋਏ ਤੇ ਸੁਪਨਿਆਂ ਦੇ ਗਗਨਾਂ 'ਚ ਜਾ ਪੁੱਜਦੇ ਹਨ। ਇਸੇ ਤਰ੍ਹਾਂ ਦੀ ਅਣਹੋਣੀ ਵਾਪਰ ਗਈ ਇੱਕ ਦਿਨ ਜੈਨੀ ਤੇ ਬੰਤੇ ਦੀ ਪਿਆਰ 'ਚ ਗੁਟਕਦੀ ਜੋੜੀ ਦੇ ਨਾਲ। ਜਦੋਂ ਸਾਲਵੇਸ਼ਨ ਆਰਮੀ ਦੀ ਗੱਡੀ ਉਹਨਾਂ ਦੇ ਘਰ ਮੂਹਰੇ ਆ ਰੁਕੀ, ਉਸ 'ਚੋਂ ਫੌੜੀਆਂ ਦੇ ਸਹਾਰੇ ਨਾਲ ਇੱਕ ਕੱਟੀ ਹੋਈ ਲੱਤ ਵਾਲਾ ਗੱਭਰੂ ਉਤਰਿਆ, ਜਿਹਦੇ ਚਿਹਰੇ ਨੂੰ ਜ਼ਖਮਾਂ ਦੇ ਦਾਗਾਂ ਨੇ ਕਰੂਪ ਬਣਾ ਦਿੱਤਾ ਸੀ। ਜੈਨੀ ਤੇ ਬੰਤਾ ਘਰ ਦੀ ਤਾਕੀ 'ਚ ਦੀ ਦੇਖ ਰਹੇ ਸੀ। ਜੈਨੀ ਤੇ ਬੰਤੇ ਦੀ ਪਛਾਣ 'ਚੋਂ ਗੱਭਰੂ ਨਹੀਂ ਸੀ ਆ ਰਿਹਾ। ਉਹ ਸਮਝਦੇ ਸੀ ਸ਼ਾਇਦ ਕੋਈ ਅਜਨਬੀ ਕਿਸੇ ਆਪਣੇ ਦਾ ਘਰ ਭਾਲ ਰਿਹਾ ਹੈ। ਪਰ ਜਦੋਂ ਉਸਨੇ ਉਹਨਾਂ ਦੇ ਬੂਹੇ ਤੇ ਦਸਤਕ ਦਿੱਤੀ ਤਾਂ ਜੈਨੀ ਨੇ ਬੂਹਾ ਖੋਲ੍ਹਿਆ। ਫੌੜੀਆਂ ਵਾਲੇ ਆਦਮੀ ਦੀਆਂ ਅੱਖਾਂ ਨਾਲ ਅੱਖਾਂ ਮਿਲੀਆਂ ਤੇ ਮਾਨੋ ਜੈਨੀ ਦੀ ਚੀਕ ਹੀ ਨਿਕਲ ਗਈ। ਜੇ ਬੰਤਾ ਉਹਨੂੰ ਨਾ ਸੰਭਾਲਦਾ ਤਾਂ ਸ਼ਾਇਦ ਉਹ ਇਸ ਹਾਲਤ 'ਚ ਡਿੱਗ ਕੇ ਕੋਈ ਕੁਥਾਈ ਸੱਟ ਖਾ ਬੈਂਦੀ। ਬੰਤਾ ਹੈਰਾਨ ਸੀ ਕਿ ਇਸ ਆਦਮੀ ਨੂੰ ਵੇਖ ਕੇ ਜੈਨੀ ਨੂੰ ਕੀ ਹੋ ਗਿਆ ਸੀ। ਦੂਜੇ ਪਾਸੇ ਫੌੜੀਆਂ ਵਾਲੇ ਆਦਮੀ ਦਾ ਦਹਿਲੀਜ਼ ਵੱਲ ਵਧਿਆ ਹੋਇਆ ਕਦਮ ਇੱਕਦਮ ਪਿੱਛੇ ਮੁੜ ਗਿਆ, ਜਿਵੇਂ ਉਹਦਾ ਪੈਰ ਕਿਸੇ ਘਰ ਦੀ ਦਹਿਲੀਜ਼ ਤੇ ਨਹੀਂ ਭਖਦੇ ਕੋਲਿਆਂ ਤੇ ਰੱਖਿਆ ਗਿਆ ਹੋਵੇ। ਉਹ ਕਦੇ ਜੈਨੀ ਦੇ ਵਧੇ ਹੋਏ ਪੇਟ ਵੱਲ ਤੇ ਕਦੀ ਬੰਤੇ ਵੱਲ ਅੱਖਾਂ ਪਾੜ ਵੇਖ ਰਿਹਾ ਸੀ। ਬੰਤੇ ਨੂੰ ਉਹਦੀਆਂ ਅੱਖਾਂ 'ਚੋਂ ਕਿਤੇ ਵੇਖੀਆਂ ਹੋਈਆਂ ਖੂਬਸੂਰਤ ਅੱਖੀਆਂ ਦਾ ਝੋਲਾ ਜਾ ਪਿਆ ਤੇ ਫਿਰ ਇੱਕਦਮ ਬਿਜਲੀ ਦੇ ਝਟਕੇ ਵਾਂਗ ਉਹਦੀ ਯਾਦ ਸ਼ਕਤੀ ਹਰਕਤ 'ਚ ਆਈ। ਉਹਨੂੰ ਯਾਦ ਆ ਗਿਆ ਕਿ ਇਹ ਮਨੁੱਖਤਾ ਜੈਨੀ ਨਾਲ ਤਸਵੀਰ 'ਚ ਖੜਾ ਆਦਮੀ ਹੈ, ਪਰ ਹੁਣ ਉਹਦੇ ਨਕਸ਼ ਹੀ ਨਹੀਂ, ਸਭ ਕੁਝ ਬਿਲਕੁਲ ਬਦਲ ਚੁੱਕਾ ਸੀ। ਉਹਨੇ ਜੈਨੀ ਨੂੰ ਹੌਸਲਾ ਦਿੱਤਾ, ਜੈਨੀ ਸੰਭਲ ਜਾ। ਜੈਨੀ ਦਹਿਲੀਜ਼ ਤੱਕ ਉਸ ਆਦਮੀ ਵੱਲ ਵਧੀ। ਸਾਲਵੇਸ਼ਨ ਆਰਮੀ ਦੇ ਕਰਮਚਾਰੀ ਬਾਹਰ ਖੜੇ ਕੁਦਰਤ ਦੇ ਇਸ ਭਿਆਨਕ ਮਖੌਲ ਨੂੰ ਵੇਖ ਰਹੇ ਸਨ। ਜੈਨੀ ਨੇ ਸੰਭਲ ਕੇ ਕਿਹਾ, ਡੈਨੀ ਮੈਨੂੰ ਬਹੁਤ ਅਫਸੋਸ ਹੈ ਕਿ ਮੈਂ ਤੈਥੋਂ ਬਹੁਤ ਦੂਰ ਜਾ ਚੁੱਕੀ ਹਾਂ। ਮੈਨੂੰ ਪਤਾ ਲੱਗਾ ਸੀ ਤੂੰ ਲੜਾਈ 'ਚ ਮਾਰਿਆ ਗਿਆ ਹੈ। ਮੈਨੂੰ ਇੱਕ ਸਾਥੀ ਤੇ ਹਾਣੀ ਦੀ ਲੋੜ ਸੀ ਉਸ ਵੇਲੇ, ਜੋ ਮੇਰੇ ਤੜਪਦੇ ਢਹਿੰਦੇ ਜਾਂਦੇ ਕਲਾਪੇ ਨੂੰ ਸਹਾਰਾ ਦਿੰਦਾ। ਉਸ ਵੇਲੇ ਮੈਨੂੰ ਬੰਤੇ ਦੀਆਂ ਬਾਹਾਂ ਦਾ ਸਹਾਰਾ ਰੱਬ ਦੇ ਕ੍ਰਿਸ਼ਮੇ ਵਾਂਗ ਮਿਲਿਆ।
ਮੈਂ ਇਸ ਨਾਲ ਬਹੁਤ ਖੁਸ਼ ਹਾਂ, ਤੇਰੇ ਨਾਲੋਂ ਵੀ ਵੱਧ ਖੁਸ਼। ਛੇਤੀ ਮੈਂ ਇਹਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਉਂਝ ਜੇ ਤੂੰ ਚਾਹੇਂ ਤਾਂ ਤੂੰ ਸਾਡੇ ਘਰ 'ਚ ਉਨੀ ਦੇਰ ਰਹਿ ਸਕਦਾ ਹੈ ਜਿੰਨੀ ਦੇਰ ਤੇਰਾ ਕੋਈ ਹੋਰ ਰਹਿਣ ਦਾ ਪ੍ਰਬੰਧ ਨਹੀਂ ਹੋ ਜਾਂਦਾ। ਤੂੰ ਸਾਡੇ ਤੇ ਬੋਝ ਨਹੀਂ ਹੋਏਗਾ। ਬੰਤਾ ਜੈਨੀ ਤੇ ਡੈਨੀ ਦੇ ਮੂੰਹ ਵੱਲ ਵੇਖ ਰਿਹਾ ਸੀ। ਇੱਕ ਵਾਰ ਤਾਂ ਉਹਦੇ ਮਨ 'ਚ ਜੈਨੀ ਪ੍ਰਤੀ ਨਫ਼ਰਤ ਦੀ ਭਾਵਨਾ ਉਜਾਗਰ ਹੋ ਗਈ ਤੇ ਉਹ ਸੋਚਣ ਲੱਗਾ, ਕੁੱਤੀ ਤੀਵੀਂ ਪੁਰਾਣੇ ਖਸਮ ਨੂੰ ਹਾਲਾਂ ਵੀ ਛੱਡਣਾ ਨਹੀਂ ਚਾਹੁੰਦੀ। ਤੇ ਉਹਦਾ ਮਨ ਪਤਾ ਨਹੀਂ ਕਿਹੜੇ ਵੇਲੇ ਆਪਣੇ ਦੇਸ਼ ਤੁਰਨ ਵੇਲੇ ਦੇ ਪਲਾਂ ਨਾਲ ਜੁੜਿਆ, ਜਦੋਂ ਸੰਤੀ ਨੇ ਉਹਨੂੰ ਕਿਹਾ ਸੀ, ਵੇਖੀ ਕਿਤੇ ਮੈਨੂੰ ਭੁੱਲ ਨਾ ਜਾਈਂ। ਸੱਚਮੁੱਚ ਹੀ ਔਰਤ ਆਪਣੇ ਪਹਿਲੇ ਪਿਆਰ ਨੂੰ ਕਦੇ ਵੀ ਭੁੱਲ ਨਹੀਂ ਸਕਦੀ। ਇਹ ਕੁਦਰਤ ਦੀ ਇੱਕ ਅਟੱਲ ਸੱਚਾਈ ਹੈ। ਪਰ ਫਿਰ ਇੱਕਦਮ ਉਹਦੇ ਮਨ 'ਚ ਜੈਨੀ ਦੀ ਮਹਾਨ ਸ਼ਖਸੀਅਤ ਦੀ ਤਸਵੀਰ ਉੱਭਰ ਆਈ। ਉਹ ਸੋਚਣ ਲੱਗਾ, ਕਿੰਨੀ ਛੋਟੀ ਤੇ ਘਟੀਆ ਸੋਚ ਹੈ ਮੇਰੀ ਜੋ ਹਾਲੇ ਵੀ ਇਹ 'ਤੇ ਸ਼ੱਕ ਕਰਦੀ ਹੈ। ਤੇ ਉਸਨੇ ਇੱਕਦਮ ਜੈਨੀ ਦੀ ਹਾਂ 'ਚ ਹਾਂ ਮਿਲਾ ਕੇ ਕਿਹਾ, ਹਾਂ ਦੋਸਤ, ਜੇ ਤੂੰ ਚਾਹੇਂ ਤਾਂ ਤੂੰ ਸਾਡੇ ਘਰ ਸਾਡੇ ਪਰਿਵਾਰ ਦਾ ਇੱਕ ਅੰਗ ਬਣ ਕੇ ਰਹਿ ਸਕਦਾ। ਤੇਰੀ ਇਸ ਹਾਲਤ ਵਿੱਚ ਸਹਾਇਤਾ ਕਰਕੇ ਸਾਨੂੰ ਖੁਸ਼ੀ ਹੋਏਗੀ। ਡੈਨੀ, ਜੋ ਇਸ ਸਮੇਂ ਤਾਈਂ ਕਈ ਮਾਨਸਿਕ ਝਟਕਿਆਂ ਨਾਲ 2-4 ਹੁੰਦਾ ਥੋੜ੍ਹਾ ਜਿਹਾ ਸੰਭਲਿਆ ਸੀ, ਉਹਨੂੰ ਮਹਿਸੂਸ ਹੋਇਆ, ਮਨਾ ਤੂੰ ਦੇਸ਼ ਦੀ ਖਾਤਰ ਤੇ ਆਪਣੇ ਪਿਆਰ ਦੀ ਖਾਤਰ ਬੇਖੌਫ ਹੋ ਕੇ ਦੁਸ਼ਮਣਾਂ ਨਾਲ ਜੂਝਦਾ ਰਿਹਾ ਤੇ ਲੱਤ ਕੱਟ ਜਾਣ ਤੋਂ ਬਾਅਦ ਵੀ ਸੋਚਦਾ ਰਿਹਾ ਕਿ ਮੈਨੂੰ ਇੱਕ ਲੱਤ ਕੱਟੀ ਦੀ ਪਰਵਾਹ ਨਹੀਂ, ਪਰ ਮੇਰਾ ਪੂਰੇ ਦਾ ਪੂਰਾ ਸਰੀਰ, ਮੇਰੀ ਜੈਨੀ ਮੇਰੀ ਉਡੀਕ 'ਚ ਬੂਹੇ ਤੇ ਖੜੀ ਹੋਏਗੀ। ਤੇ ਮੈਂ ਫੌੜੀਆਂ ਨਾਲ ਵੀ ਇੰਜ ਮਹਿਸੂਸ ਕਰਦਾ ਸੀ ਕਿ ਮੇਰੀਆਂ ਦੋਵੇਂ ਲੱਤਾਂ ਸਹੀ ਸਲਾਮਤ ਹਨ, ਪਰ ਹੁਣ ਮੈਂ ਮਹਿਸੂਸ ਕਰ ਰਿਹਾ ਕਿ ਮੇਰੀ ਦੂਜੀ ਲੱਤ ਵੀ ਕੱਟੀ ਗਈ ਹੈ ਤੇ ਮੈਂ ਆਪਣੇ ਸੁਪਨਿਆਂ ਦੀ ਲਾਸ਼ ਰਹਿੰਦੀ ਜ਼ਿੰਦਗੀ ਤੱਕ ਫੌੜੀਆਂ ਦੇ ਸਹਾਰੇ ਸੜਕਾਂ ਤੇ ਘੜੀਸੀ ਫਿਰਦਾ ਰਹਾਂਗਾ। ਤੇ ਇੱਕ ਪਲ ਲਈ ਉਹਦੇ ਦਿਮਾਗ 'ਚ ਜੰਗ ਦਾ ਉਹ ਭਿਆਨਕ ਦ੍ਰਿਸ਼ ਉਹਦੀਆਂ ਅੱਖਾਂ ਅੱਗੇ ਫਿਰ ਸਾਕਾਰ ਹੋ ਗਿਆ, ਜਦੋਂ ਤੋਪਾਂ ਦੇ ਵਰਦੇ ਗੋਲਿਆਂ 'ਚ ਮੋਰਚੇ ਤੇ ਲੜਦਾ ਹੋਇਆ ਬੇਹੋਸ਼ ਹੋ ਗਿਆ ਸੀ। ਜਦੋਂ ਉਹਨੂੰ ਹੋਸ਼ ਆਈ, ਉਹਨੂੰ ਲੱਗਾ ਕਿ ਉਹਦਾ ਚਿਹਰਾ ਕਿਸੇ ਨੇ ਤੇਜ਼ਾਬ ਨਾਲ ਲੂਹ ਦਿੱਤਾ ਹੈ। ਫਿਰ ਪਾਸ ਲੈਣ ਲੱਗਿਆਂ ਉਹਨੂੰ ਇਹ ਵੀ ਲੱਗਾ ਕਿ ਉਸ ਦੀ ਇੱਕ ਲੱਤ ਵੀ ਸਰੀਰ ਨਾਲੋਂ ਵੱਖ ਹੋ ਚੁੱਕੀ ਹੈ। ਉਸ ਸਮੇਂ ਰੋਇਆ ਤਾਂ ਬਹੁਤ ਸੀ, ਪਰ ਜੈਨੀ ਨੂੰ ਮਿਲਣ ਦੀ ਆਸ ਨੇ ਹੌਸਲਾ ਤੇ ਦਲੇਰੀ ਦਿੱਤੀ ਸੀ। ਉਹ ਸੋਚਿਆ, ਕਾਸ਼ ਮੈਂ ਉਸ ਸਮੇਂ ਮਰ ਕਿਉਂ ਨਾ ਗਿਆ। ਮੰਗਿਆ ਤਾਂ ਮੌਤ ਵੀ ਨਹੀਂ ਮਿਲਦੀ। ਹੁਣ ਨਾ ਜੈਨੀ 'ਚ ਹਿੰਮਤ ਸੀ ਡੈਨੀ ਦੇ ਚਿਹਰੇ ਵੱਲ ਵੇਖਣ ਦੀ, ਤੇ ਨਾ ਹੀ ਡੈਨੀ 'ਚ ਹੌਸਲਾ ਸੀ ਜੈਨੀ ਦੀਆਂ ਅੱਖਾਂ ਸੰਗ ਅੱਖਾਂ ਮਿਲਾਉਣ ਦਾ। ਬੰਤਾ ਤਾਂ ਜਿਵੇਂ ਭੁਚਾਲ ਵਰਗੇ ਇਹਨਾਂ ਝਟਕਿਆਂ ਨਾਲ ਮਸੀਂ ਸੰਭਲਿਆ ਹੋਵੇ। ਤਿੰਨੇ ਹੀ ਬੇਕਸੂਰ ਆਪਣੇ ਆਪ ਨੂੰ ਦੋਸ਼ੀ ਸਮਝ ਰਹੇ ਸਨ। ਦੋਸ਼ੀ ਕੌਣ ਸੀ, ਇਹਦਾ ਨਿਰਣਾ ਸ਼ਾਇਦ ਦੁਨੀਆ ਦੇ ਕਿਸੇ ਵੀ ਕਾਨੂੰਨ ਦੀ ਕਿਤਾਬ ਨਾ ਕਰ ਸਕਦੀ ਹੋਵੇ। ਡੈਨੀ ਆਪਣੀ ਸਬੂਤੀ ਲੱਤ ਤੇ ਫੌੜੀਆਂ ਘੜੀਸਦਾ ਹੋਇਆ ਸਾਲਵੇਸ਼ਨ ਆਰਮੀ ਦੀ ਗੱਡੀ 'ਚ ਜਾ ਡਿੱਗਿਆ। ਗੱਡੀ ਉਹਨਾਂ ਦੇ ਬੂਹੇ ਅੱਗੇ ਮੁੜ ਗਈ ਸੀ। ਡੈਨੀ ਸੋਚ ਰਿਹਾ ਸੀ ਜਿਵੇਂ ਉਹਨੂੰ ਜ਼ਿੰਦਗੀ ਦੇ ਨੇ ਬੂਹੇ ਤੇ ਪੁੱਜੇ ਨੂੰ ਮੌਤ ਦੀਆਂ ਹਨੇਰੀਆਂ ਖੱਡਾਂ 'ਚ ਪਟਕਾ ਮਾਰਿਆ ਹੋਵੇ। ਜੈਨੀ ਸੋਚ ਰਹੀ ਸੀ ਜਿਵੇਂ ਬੀਤ ਗਏ ਦੇ ਕਿਸੇ ਰੰਗੀਨ ਪਲ ਦੀ ਇੱਕ ਯਾਦ ਉਹਦੇ ਦਰ ਤੇ ਦਸਤਕ ਦੇ ਕੇ ਮੁੜ ਗਈ ਹੋਵੇ। ਬੰਤਾ ਸੋਚ ਰਿਹਾ ਸੀ ਜਿਵੇਂ ਮੌਤ ਦਾ ਕੋਈ ਪਰਛਾਵਾਂ ਉਹਦੇ ਬੂਹੇ ਤੋਂ ਆ ਕੇ ਪਰਤ ਗਿਆ ਹੋਵੇ। ਕਿੰਨਾ ਵੱਖਰਾ ਵੱਖਰਾ ਵਰਤਮਾਨ ਸੀ ਤਿੰਨਾਂ ਦਾ। ਇਸ ਦਿਨ ਤੋਂ ਬਾਅਦ ਜੈਨੀ ਭਾਵੇਂ ਆਪਣੇ ਆਪ ਨੂੰ ਖੁਸ਼ ਰੱਖਣ ਦੇ ਲੱਖ ਯਤਨ ਕਰਦੀ, ਪਰ ਕਿਸੇ ਕਿਸੇ ਵੇਲੇ ਇੱਕ ਚੰਦਰੇ ਜਿਹੇ ਪਰਛਾਵੇਂ ਦੇ ਨਕਸ਼ ਉਹਦੇ ਚਿਹਰੇ ਤੇ ਸਾਕਾਰ ਹੋ ਉੱਠਦੇ। ਬੰਤਾ ਉਹਨੂੰ ਲੱਖ ਦਿਲਬਰੀਆਂ ਦਿੰਦਾ, ਬੀਤ ਗਏ ਨੂੰ ਭੁੱਲ ਜਾਣ ਲਈ ਆਖਦਾ, ਪਰ ਬੀਤ ਗਿਆ ਭੁਲਾਉਣਾ ਤੇ ਸੌਖਾ ਹੁੰਦਾ ਹੈ। ਬੀਤ ਗਏ ਦੇ ਕਈ ਪਰਛਾਵੇਂ ਤਾਂ ਸਿਵਿਆਂ ਤਾਈਂ ਨਾਲ ਜਾਂਦੇ ਹੈ, ਮਨੁੱਖ ਦੇ ਨਾਲ ਹੀ ਦਫਨ ਹੁੰਦੇ ਹੈ। ਕੁਝ ਮਹੀਨਿਆਂ ਪਿੱਛੋਂ ਜੈਨੀ ਨੇ ਬੰਤੇ ਦੇ ਬੱਚੇ ਨੂੰ ਜਨਮ ਦਿੱਤਾ। ਭਾਵੇਂ ਬੰਤੇ ਨੂੰ ਸੰਤੀ ਦੇ ਦੂਸਰੇ ਜਣੇਪੇ ਵਾਲੇ ਸੰਤੀ ਦਾ ਹੰਢਾਇਆ ਸੰਤਾਪ ਹਾਲੇ ਵੀ ਕੰਬਾ ਦਿੰਦਾ ਸੀ, ਪਰ ਇੱਥੇ ਤਾਂ ਜੈਨੀ ਘਰੋਂ ਐਂਬੂਲੈਂਸ 'ਚ ਹਸਪਤਾਲ ਗਈ ਤੇ ਹਸਪਤਾਲ ਜਾ ਕੇ ਬੰਤੇ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਵਾਰਡ ਦੀ ਇੱਕ ਨਰਸ ਨੇ ਬੰਤੇ ਨੂੰ ਵਧਾਈ ਦਿੱਤੀ, ਤੇਰੀ ਘਰਵਾਲੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਯਿਸੂ ਮਸੀਹ ਉਹਦੀ ਉਮਰ ਲੰਮੀ ਕਰੇ। ਬੰਤਾ ਬਹੁਤ ਖੁਸ਼ ਹੋਇਆ। ਇੱਥੇ ਨਾ ਜੈਨੀ ਦੀਆਂ ਜੰਮਣ ਪੀੜਾਂ ਦਾ ਵਿਰਲਾਪ ਹੀ ਉਹਨੇ ਸੁਣਿਆ, ਨਾ ਵਿਹੜੇ 'ਚ ਟੋਆ ਪੁੱਟ ਕੇ ਉਹਨੂੰ ਉਹਦੇ ਬੱਚੇ ਦੀ ਔਲ ਦੱਬਣ ਲਈ ਕਿਸੇ ਨੇ ਕਿਹਾ। ਉਹ ਬੜਾ ਹੈਰਾਨ ਤੇ ਖੁਸ਼ ਸੀ। 2 ਘੰਟਿਆਂ ਬਾਅਦ ਬੰਤਾ ਫੁੱਲਾਂ ਦਾ ਇੱਕ ਗੁਲਦਸਤਾ ਲੈ ਕੇ ਆਪਣੀ ਪਿਆਰੀ ਜੈਨੀ ਤੇ ਧਰਤੀ ਤੇ ਆਏ ਇਸ ਨਵ ਪ੍ਰਾਹੁਣੇ ਨੂੰ ਵੇਖਣ ਵਾਰਡ 'ਚ ਗਿਆ। ਜੈਨੀ ਪੀੜ ਵਿੰਨੀ ਵੀ ਬਹੁਤ ਖੁਸ਼ ਨਜ਼ਰ ਪਈ ਆਉਂਦੀ ਸੀ। ਨਰਸ ਨੇ ਬੱਚਾ ਬੰਤੇ ਦੀ ਝੋਲੀ 'ਚ ਰੱਖ ਦਿੱਤਾ। ਦੋਵੇਂ ਖੀਵੇ ਹੋਏ ਬੱਚੇ ਵੱਲ ਤੇ ਇੱਕ ਦੂਜੇ ਵੱਲ ਵੇਖ ਰਹੇ ਸਨ, ਦੋਹਾਂ ਦਾ ਸਾਂਝਾ ਲਹੂ ਪਾ ਕੇ ਉੱਗੇ ਇਸ ਪਿਆਰ ਦੇ ਬੂਟੇ ਵੱਲ। ਜਦੋਂ ਨਰਸਾਂ ਨੇ ਬੰਤੇ ਨੂੰ ਪੁੱਛਿਆ, ਮਿਸਟਰ ਸਿੰਘ, ਬੱਚੇ ਦਾ ਨਾਮ ਕੀ ਰੱਖਣਾ ਹੈ, ਤਾਂ ਉਹਦੇ ਮੂੰਹ ਸਹਿਜੇ ਹੀ ਨਿਕਲ ਗਿਆ, ਜੱਗਾ। ਨਰਸ ਨੇ ਜੱਗਾ ਲਿਖ ਲਿਆ ਤੇ ਬੰਤੇ ਦੀਆਂ ਅੱਖਾਂ 'ਚ ਜੱਗੇ ਸੂਰਮੇ ਦੀ ਤਸਵੀਰ ਉੱਭਰ ਆਈ। ਉਹ ਚਾਹੁੰਦਾ ਸੀ ਉਹਦਾ ਪੁੱਤ ਸੱਚਮੁੱਚ ਜੱਗਾ ਸੂਰਮਾ ਹੋਵੇ। ਜੈਨੀ ਜੱਗਾ ਨਾਂ ਸੁਣ ਕੇ ਖਿੜਖੜਾ ਕੇ ਹੱਸ ਪਈ ਤੇ ਬੰਤੇ ਨੂੰ ਖੁਸ਼ੀ 'ਚ ਖੀਵੀ ਹੋਈ ਕਹਿਣ ਲੱਗੀ, ਤੂੰ ਬੜਾ ਸ਼ਰਾਰਤੀ ਹੈ। ਜਿਵੇਂ ਸੋਚ ਰਹੀ ਹੋਵੇ, ਮੈਂ ਤਾਂ ਸੋਚਿਆ ਸੀ ਕਿ ਆਪਣੀ ਕੁੱਖ 'ਚ ਤੇਰੇ ਬੱਚੇ ਨੂੰ ਪਾ ਕੇ ਤੈਨੂੰ ਆਪਣਾ ਬਣਾ ਲਿਆ, ਪਰ ਹੁਣ ਤਾਂ ਮੈਨੂੰ ਇੰਜ ਲੱਗਦਾ ਕਿ ਤੇਰੇ ਪੁੱਤ ਦਾ ਨਾਂ ਤੂੰ ਆਪਣੇ ਵਰਗਾ ਰੱਖ ਕੇ ਮੈਨੂੰ ਆਪਣੇ ਵੱਸ ਕਰ ਲਿਆ।
ਹੁਣ ਤੂੰ ਚਾਹੇ ਮੈਨੂੰ ਨਰਕਾਂ ਨੂੰ ਚੱਲਣ ਲਈ ਵੀ ਕਹੇ ਤਾਂ ਹਾਣੀਆਂ ਮੈਂ ਤੇਰਾ ਸਾਥ ਨਹੀਂ ਦਿਆਂ। ਮੈਂ ਤੇਰਾ ਸਾਥ ਦਿਆਂਗੀ, ਤੇਰੇ ਨਾਲ ਮਰਾਂਗੀ, ਤੇਰੇ ਬੱਚੇ ਨਾਲ ਜੀਆਂਗੀ। ਕੁਝ ਦਿਨਾਂ ਬਾਅਦ ਜੈਨੀ ਆਪਣੇ ਜੱਗੂ ਨੂੰ ਘਰ ਲੈ ਕੇ ਘਰ ਆ ਗਈ। ਮੁੰਡੇ ਲਈ ਪੰਘੂੜਾ ਖਰੀਦਿਆ ਗਿਆ। ਦਵਾਈਆਂ ਦੀ ਦੁਕਾਨ ਤੋਂ ਜਰਮ ਰਹਿਤ ਪੋਤੜੇ ਲਿਆਂਦੇ ਗਏ। ਮਾਨੋ ਘਰ 'ਚ ਇਸ ਖਿਡੌਣੇ ਨਾਲ ਜਿਵੇਂ ਖੁਸ਼ੀਆਂ ਦਾ ਮੇਲਾ ਲੱਗ ਗਿਆ ਹੋਵੇ। ਹਰ ਵੇਲੇ ਦੋਵੇਂ ਉਹਦੇ ਨਿੱਕੇ ਨਿੱਕੇ ਅੰਗਾਂ ਨੂੰ ਛੂ ਵੇਖਦੇ ਤੇ ਪਲੋਸਦੇ ਰਹਿੰਦੇ। ਖੁਸ਼ੀ 'ਚ ਖੀਵੇ ਹੋਏ ਬੱਚੇ 'ਚੋਂ ਆਪਾ ਭਾਲਦੇ ਰਹਿੰਦੇ। ਲਾਲ, ਹੈਰੀ ਤੇ ਹੋਰ ਮਿੱਤਰਾਂ ਦੋਸਤਾਂ ਨੇ ਇਹਨਾਂ ਦੀਆਂ ਲੌਂਜ ਵਧਾਈ ਕਾਰਡਾਂ ਤੇ ਫੁੱਲਾਂ ਨਾਲ ਭਰ ਦਿੱਤਾ। ਫੁੱਲ ਜਿਵੇਂ ਦੋਸਤਾਂ ਦੀਆਂ ਖੁਸ਼ੀਆਂ ਇਹਨਾਂ ਦੀਆਂ ਖੁਸ਼ੀਆਂ ਨਾਲ ਸਾਂਝੇ ਕਰ ਰਹੀ ਹੋਣ। ਜੈਨੀ ਨੇ ਆਪਣੇ ਦਫ਼ਤਰ ਦੇ ਕੰਮ ਤੋਂ ਛੁੱਟੀ ਲਈ ਹੋਈ ਸੀ। ਪਹਿਲੀ ਛੁੱਟੀ ਮੁੱਕਣ ਤੋਂ ਪਿੱਛੋਂ ਨੇ ਹੋਰ ਛੁੱਟੀ ਵਧਾ ਲਈ। ਜੱਗੂ 6 ਮਹੀਨੇ ਦਾ ਹੋ ਚੁੱਕਿਆ ਸੀ। ਉਹ ਬੈਠਣ ਲੱਗ ਪਿਆ ਸੀ। ਕਿਤੇ ਕਿਤੇ ਗਡੀਰ ਨਾ ਫੜ ਕੇ ਆਪਣੇ ਨਿੱਕੇ ਨਿੱਕੇ ਪੈਰਾਂ ਨਾਲ ਵੱਡੀਆਂ ਵੱਡੀਆਂ ਪਲੰਘਾਂ ਪੁੱਟਦਾ। ਜਦੋਂ ਤੁਰਦਾ ਲੱਗਦਾ ਜਿਵੇਂ ਨਿੱਕਾ ਦੇਵਤਾ ਇਸ ਧਰਤੀ ਦੀ ਪਰਿਕਰਮਾ ਮਾਪਣ ਲਈ ਤੁਰ ਰਿਹਾ ਹੋਵੇ। ਕਿੰਨੀਆਂ ਆਸਾਂ ਹੁੰਦੀਆਂ ਹਨ ਮਨੁੱਖ ਨੂੰ ਆਪਣੀ ਸਿਰਜਣਾ ਉੱਤੇ। ਇੱਕ ਦਿਨ ਜੈਨੀ ਨੇ ਖੁਸ਼ ਹੁੰਦਿਆਂ ਬੰਤੇ ਨੂੰ ਇਹ ਖਬਰ ਦੱਸੀ ਕਿ ਤੁਹਾਡਾ ਮੁਲਕ ਆਜ਼ਾਦ ਹੋ ਗਿਆ। ਉੱਥੋਂ ਅੰਗਰੇਜ਼ਾਂ ਦਾ ਰਾਜ ਖਤਮ ਹੋ ਗਿਆ। ਉਹ ਤੁਹਾਡਾ ਦੇਸ਼ ਛੱਡ ਕੇ ਚਲੇ ਗਏ। ਤੇ ਖਬਰ ਸੁਣ ਕੇ ਬੰਤੇ ਦਾ ਮੂੰਹ ਅੱਡਿਆ ਹੀ ਰਹਿ ਗਿਆ ਸੀ। ਉਹ ਸੋਚਦਾ ਸੀ ਅੰਗਰੇਜ਼ਾਂ ਤੋਂ ਬਿਨਾਂ ਸਰਕਾਰ ਕਿਵੇਂ ਚੱਲੇਗੀ। ਗੁੰਡਾਗਰਦੀ ਦਾ ਰਾਜ ਹੋ ਜਾਏਗਾ। ਅੰਗਰੇਜ਼ਾਂ ਦੇ ਰਾਜ ਵਿੱਚ ਤਾਂ ਸਿਆਣੇ ਦੱਸਦੇ ਆ ਵੀ ਸ਼ੇਰ ਤੇ ਬੱਕਰੀ ਇੱਕੋ ਘਾਟ ਤੇ ਪਾਣੀ ਪੀਂਦੇ ਆ। ਗੱਡੀਆਂ ਕਿੰਝ ਚੱਲਣਗੀਆਂ, ਕਚਹਿਰੀਆਂ 'ਚ ਇਨਸਾਫ ਕੌਣ ਕਰੇਗਾ ਤੇ ਫੌਜ 'ਚ ਪੰਜਾਬੀਆਂ ਦੀ ਬਹਾਦਰੀ ਤੋਂ ਬਾਅਦ ਉਹਨਾਂ ਦੀ ਹਿੱਕਾਂ ਤੇ ਬਹਾਦਰੀ ਤਗਮੇ ਕੌਣ ਲਾਏਗਾ। ਸਮੁੰਦਰੀ ਜਹਾਜ਼ ਕਿੰਝ ਚੱਲਣਗੇ। ਬੰਤੇ ਨੂੰ ਲੱਗਾ ਜਿਵੇਂ ਅੰਗਰੇਜ਼ ਤੋਂ ਬਿਨਾਂ ਉਹਨਾਂ ਦਾ ਦੇਸ਼ ਯਤੀਮ ਜਿਹਾ ਹੋ ਜਾਏਗਾ। ਬੰਤੇ ਨੂੰ ਉਦਾਸ ਵੇਖ ਕੇ ਜੈਨੀ ਕਹਿਣ ਲੱਗੀ, ਤੂੰ ਖੁਸ਼ ਨਹੀਂ? ਮੈਂ ਤਾਂ ਚਾਹੁੰਦੀ ਹਾਂ ਕਿ ਇਹਨਾਂ ਦਾ ਫਾਹਾ ਇੱਥੇ ਵੀ ਵੱਢ ਹੋਵੇ। ਜੈਨੀ ਨੇ ਛੁੱਟੀ ਖਤਮ ਹੋਣ ਪਿੱਛੋਂ ਜੱਗੂ ਨੂੰ ਬੇਬੀ ਸਿਟਰ, ਬੱਚੇ ਸੰਭਾਲਣ ਵਾਲੀ ਔਰਤ ਪਾਸ ਛੱਡਣਾ ਸ਼ੁਰੂ ਕਰ ਦਿੱਤਾ। ਉਹ ਸਵੇਰੇ ਉਸ ਲਈ ਖਾਣ ਪੀਣ ਦਾ ਸਮਾਨ, ਧੋਤੇ ਹੋਏ ਪੋਤੜੇ ਬੇਬੀ ਸਿਟਰ ਨੂੰ ਫੜਾ ਜਾਂਦੀ। ਉਹ ਸਾਰਾ ਦਿਨ ਜੱਗੂ ਨੂੰ ਖਵਾਉਂਦੀ ਪਿਆਉਂਦੀ ਸਾਂਭਦੀ, ਉਹਦੇ ਪੋਤੜੇ ਬਦਲਦੀ ਰਹਿੰਦੀ। ਪਹਿਲੇ ਕੁਝ ਦਿਨ ਤਾਂ ਜਦੋਂ ਜੈਨੀ ਤੇ ਬੰਤਾ ਜੱਗੂ ਨੂੰ ਬੇਬੀ ਸਿਟਰ ਦੇਣ ਲਿਆਉਂਦੇ ਤਾਂ ਹਾਬੜਿਆਂ ਵਾਂਗ ਉਹਨੂੰ ਪਿਆਰ ਕਰਦੇ। ਜੱਗੂ ਨੇ ਵੀ ਪਹਿਲੇ ਕੁਝ ਦਿਨ ਆਪਣੇ ਮਾਪਿਆਂ ਦਾ ਉਦਰੇਵਾਂ ਕੀਤਾ। ਹੌਲੀ ਹੌਲੀ ਫਿਰ ਉਹਨੇ ਵੀ ਹਾਲਾਤ ਨਾਲ ਸਮਝੌਤਾ ਕਰ ਲਿਆ। ਹੁਣ ਜਦੋਂ ਉਹਨੂੰ ਬੇਬੀ ਸਿਟਰ ਕੋਲ ਛੱਡਣ ਜਾਂਦੇ ਤਾਂ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਬੇਬੀ ਸਿਟਰ ਵੱਲ ਇੰਝ ਵਧਾਉਂਦਾ ਜਿਵੇਂ ਉਹਦੀ ਦੂਜੀ ਮਾਂ ਹੋਵੇ। ਸਮਾਂ ਬੀਤਦਾ ਗਿਆ। ਜੱਗੂ ਵੱਡਾ ਹੁੰਦਾ ਗਿਆ। ਹੁਣ ਕਿਸੇ ਕਿਸੇ ਦਿਨ ਜੈਨੀ ਤੇ ਬੰਤੇ ਵਿਚਕਾਰ ਤੀਵੀਂ ਆਦਮੀ ਵਾਲੀ ਨੋਕ ਝੋਂਕ ਜਿਹੀ ਹੋ ਜਾਂਦੀ। ਹੁਣ ਜੇ ਬੰਤੇ ਨੂੰ ਪਿੰਡੋਂ ਕੋਈ ਚਿੱਠੀ ਆਉਂਦੀ ਤਾਂ ਜੈਨੀ ਦੇ ਮੱਥੇ ਤੇ 100 ਵੱਟ ਪੈ ਜਾਂਦੇ। ਉਹ ਸੋਚਦੀ ਖਬਰੇ ਫਿਰ ਪੈਸੇ ਭੇਜਣੇ ਪੈਣੇ ਆ। ਭਾਵੇਂ ਪੈਸੇ ਨਾ ਹੀ ਮੰਗੇ ਗਏ ਹੁੰਦੇ, ਪਰ ਜੇ ਪੈਸੇ ਭੇਜਣੇ ਪੈ ਜਾਂਦੇ ਤਾਂ ਕਈ ਦਿਨ ਘਰ 'ਚ ਕਲੇਸ਼ ਪਿਆ ਰਹਿੰਦਾ। ਜੈਨੀ ਬੰਤੇ ਨੂੰ ਦਲੀਲ ਦਿੰਦੀ, ਆਖਰ ਸਾਡਾ ਵੀ ਬੱਚਾ ਹੈ, ਅਸੀਂ ਇਸ ਬਾਰੇ ਵੀ ਸੋਚਣਾ ਹੈ। ਕਿੰਨੀ ਕੁ ਦੇਰ ਪਿਛਲਿਆਂ ਨੂੰ ਆਪਾਂ ਔਖੇ ਹੋ ਕੇ ਪੈਸੇ ਭੇਜਦੇ ਰਹਾਂਗੇ। ਤੇ ਫਿਰ ਜੱਗੂ ਨੂੰ ਨਰਸਰੀ ਸਕੂਲ 'ਚ ਦਾਖਲ ਕਰਾ ਦਿੱਤਾ ਗਿਆ। ਇਹ ਸਕੂਲ 2 ਕੁ ਦਿਨ ਹੀ ਜੱਗੂ ਨੂੰ ਓਪਰਾ ਲੱਗਾ। ਫਿਰ ਉੱਥੋਂ ਦੇ ਤਰ੍ਹਾਂ ਤਰ੍ਹਾਂ ਦੇ ਖਿਡੌਣੇ ਤੇ ਹਾਣੀ ਸਕੂਲ ਲਈ ਉਹਦੇ ਪਿਆਰ ਦੀ ਖਿੱਚ ਵਿੱਚ ਵਾਧਾ ਕਰਦੇ ਗਏ। ਉਹ ਸਵੇਰੇ ਉੱਠ ਕੇ ਰੌਲਾ ਪਾਉਣ ਲੱਗ ਪੈਂਦਾ, ਮਾਮਾ ਮੈਨੂੰ ਛੇਤੀ ਤਿਆਰ ਕਰਕੇ ਸਕੂਲ ਛੱਡ ਕੇ ਆਓ। ਬੰਤਾ ਤੇ ਜੈਨੀ ਦੋਵੇਂ ਹੱਸ ਪੈਂਦੇ ਤੇ ਕਈ ਵਾਰ ਕਹਿੰਦੇ, ਤੂੰ ਰਾਤ ਵੀ ਸਕੂਲ ਹੀ ਰਹਿ ਪਿਆ ਕਰ। ਤੇ ਅੱਗੋਂ ਬੜੇ ਭੋਲੇਪਨ ਨਾਲ ਜਵਾਬ ਦਿੰਦਾ, ਰਾਤ ਨੂੰ ਤਾਂ ਮੇਰੇ ਸਾਰੇ ਮਿੱਤਰ ਆਪਣੇ ਘਰਾਂ ਨੂੰ ਚਲੇ ਜਾਂਦੇ ਆ। ਮਾਮਾ ਤੁਸੀਂ ਉਹਨਾਂ ਨੂੰ ਕਹੋ ਕਿ ਉਹ ਵੀ ਰਾਤ ਨੂੰ ਉੱਥੇ ਹੀ ਰਹਿ ਪਿਆ ਕਰਨ। ਤੁਸੀਂ ਮੈਨੂੰ ਦੁੱਧ ਤੇ ਰੋਟੀ ਉੱਥੇ ਹੀ ਦੇ ਜਾਇਆ ਕਰੋ। ਜੈਨੀ ਨੇ ਬੰਤੇ ਨਾਲ ਪਿਆਰ ਪਿੱਛੋਂ ਬਹੁਤ ਸਾਰੀਆਂ ਖਾਣ ਪੀਣ ਦੀਆਂ ਪੰਜਾਬੀ ਚੀਜ਼ਾਂ ਬਣਾਉਣੀਆਂ ਸਿੱਖ ਲਈਆਂ ਸਨ। ਉਹ ਸ਼ਾਹ ਵੇਲੇ ਨੂੰ ਆਲੂਆਂ ਵਾਲੇ ਪਰੌਂਠੇ, ਕਿਸੇ ਦਿਨ ਕੜਾ ਖੀਰ, ਕਿਸੇ ਦਿਨ ਜਦੋਂ ਕਿਤਾਬ ਤੋਂ ਪੜ੍ਹ ਕੇ ਜਲੇਬੀਆਂ ਬਣਾਉਣ ਦਾ ਖਲਾਰਾ ਪਾ ਲੈਂਦੀ ਤੇ ਬੰਤਾ ਉਸ ਵੱਲ ਵੇਖ ਵੇਖ ਹੱਸਦਾ ਰਹਿੰਦਾ ਤੇ ਉਹਦਾ ਹੱਥ ਵਟਾਉਂਦਾ ਰਹਿੰਦਾ। ਬੰਤਾ ਦਿਲੋਂ ਚਾਹੁੰਦਾ ਸੀ ਕਿ ਮੇਰਾ ਪੁੱਤ ਪੰਜਾਬੀ ਖਾਣੇ ਖਾਣ ਦਾ ਸ਼ੌਕੀਨ ਬਣੇ, ਪਰ ਉਹਦੀ ਮਜਬੂਰੀ ਹੌਕਾ ਭਰ ਕੇ ਰਹਿ ਜਾਂਦੀ। ਜਦੋਂ ਉਹਨੂੰ ਕਈ ਦਿਨ ਸੈਂਡਵਿਚ, ਬ੍ਰੈਡ ਸਲਾਈਸ ਤੇ ਉਬਲੀਆਂ ਹੋਈਆਂ ਸਬਜ਼ੀਆਂ ਨਾਲ ਆਪਣੇ ਮੂੰਹ ਦਾ ਸਵਾਦ ਬੱਕਾ ਰੱਖਣ ਦਾ ਸੰਤਾਪ ਭੋਗਣਾ ਪੈਂਦਾ। ਫਿਰ ਉਹ ਜੈਨੀ ਨੂੰ ਯਾਦ ਕਰਾਉਣ ਲਈ ਕਿ ਮੈਂ ਪੰਜਾਬੀ ਖਾਣਾ ਖਾਣਾ ਚਾਹੁੰਦਾ, ਰਸੋਈ 'ਚ ਜਾ ਕੇ ਗੰਢੇ ਛਿਲਦਾ, ਅਦਰਕ ਤੇ ਲਸਣ ਚੀਰਦਾ, ਮੁਰਗੇ ਨੂੰ ਆਪਣੇ ਹੱਥੀਂ ਰਾੜਾ ਲਾਉਂਦਾ। ਜੈਨੀ ਭਾਵੇਂ ਮੁਰਗੇ ਦੀ ਤਰੀ ਵਿਚਲੀ ਲਾਲ ਮਿਰਚ ਤੇ ਮਸਾਲੇ ਵਿਚਲੇ ਕਰਾਰੇਪਣ ਨਾਲ ਸੀ ਕਰਦੀ ਰਹਿੰਦੀ, ਪਰ ਮੁਰਗੇ ਨਾਲ ਬਣਾਈਆਂ ਆਪਣੀਆਂ ਪੰਜਾਬੀ ਰੋਟੀਆਂ ਖਾਂਦੀ ਖਾਂਦੀ ਸਵਾਦ ਨਾਲ ਉਂਗਲਾਂ ਵੀ ਚੱਟਦੀ ਰਹਿੰਦੀ। ਇੱਕ ਪਲ ਲਈ ਉਹਨੂੰ ਭੁੱਲ ਹੀ ਜਾਂਦਾ ਕਿ ਲੋਕ ਕਾਂਟੇ ਛੁਰੀਆਂ ਨਾਲ ਵੀ ਖਾਂਦੇ ਆ। ਇਸ ਤਰ੍ਹਾਂ ਖਾਣੇ ਖਾਣ ਨਾਲ ਉਹਨੂੰ ਇੱਕ ਵੱਖਰਾ ਹੀ ਆਨੰਦ ਆਉਂਦਾ, ਜਿਵੇਂ ਉਹ ਬਚਪਨ 'ਚ ਕਦੀ ਸ਼ਹਿਦ ਤੇ ਟਮਾਟੋ ਸੌਸ ਨਾਲ ਲਿਬੜੀਆਂ ਉਂਗਲੀਆਂ
ਚੱਟਦੀ ਹੁੰਦੀ ਸੀ। ਜਿਸ ਦਿਨ ਪੰਜਾਬੀ ਖਾਣਾ ਬਣਦਾ ਉਸ ਦਿਨ ਜੱਗੂ ਵੀ ਸੀ ਕਰਦਾ। ਇੱਕ ਦੀ ਥਾਂ 2 ਰੋਟੀਆਂ ਖਾ ਜਾਂਦਾ। ਉਹਦਾ ਮੂੰਹ ਤੇ ਠੋਡੀ ਤਰੀ ਨਾਲ ਲਿਬੜੇ ਵੇਖ ਕੇ ਬੰਤਾ ਤੇ ਜੈਨੀ ਹੱਸ ਦੂਰੇ ਹੋ ਜਾਂਦੇ ਤੇ ਉਹਨਾਂ ਨੂੰ ਹੋਰ ਵੀ ਸੋਹਣਾ ਲੱਗਦਾ। ਸਮਾਂ ਬੀਤਦਾ ਗਿਆ। ਜੱਗੂ ਨਰਸਰੀ ਤੋਂ ਬਾਅਦ ਸਕੂਲ ਦਾਖਲ ਹੋ ਗਿਆ। ਪੜ੍ਹਨ 'ਚ ਨਾ ਬਹੁਤਾ ਚੁਸਤ ਤੇ ਨਾ ਕਮਜ਼ੋਰ ਸੀ। ਖੇਡਾਂ ਵਿੱਚ ਵੀ ਦਰਮਿਆਨੇ ਬੱਚਿਆਂ 'ਚ ਹੀ ਆਉਂਦਾ ਸੀ। ਹੁਣ ਬੰਤੇ ਤੇ ਜੈਨੀ ਦੀਆਂ ਝੜਪਾਂ ਵੱਧ ਗਈਆਂ। ਜੱਗੂ ਇਹਨਾਂ ਨੂੰ ਲੜਦਿਆਂ ਵੇਖ ਕੇ ਉਦਾਸ ਜਿਹਾ ਹੋ ਕੇ ਸਕੂਲ ਚਲਾ ਜਾਂਦਾ ਤੇ ਉੱਥੇ ਉਸ ਦਿਨ ਉਹਦਾ ਮਨ ਪੜ੍ਹਾਈ ਵਿੱਚ ਨਾ ਲੱਗਦਾ ਤੇ ਉਹ ਪੜ੍ਹਾਈ 'ਚ ਦਰਮਿਆਨੀ ਥਾਂ ਤੋਂ ਕਮਜ਼ੋਰਾਂ ਦੀ ਕਤਾਰ ਵੱਲ ਨੂੰ ਵਧਣ ਲੱਗਾ। ਉਹਦਾ ਸੁਭਾਅ ਖਿਜੂ ਕਰਨ ਵਾਲਾ ਤੇ ਚਿੜਚਿੜਾ ਜਿਹਾ ਹੁੰਦਾ ਚਲਾ ਗਿਆ। ਇੱਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਉਹਦੇ ਇੱਕ ਜਮਾਤੀ ਨੇ, ਜਿਹੜਾ ਸਰੀਰਕ ਪੱਖੋਂ ਉਸ ਵਰਗਾ ਹੀ ਸੀ, ਉਹਨੂੰ ਚਿੜਾਉਣ ਲਈ ਇਹ ਕਹਿਤਾ ਕਿ ਤੇਰਾ ਬਾਪ ਬਲੱਡੀ ਬਲੈਕ ਇੰਡੀਅਨ ਹੈ। ਜੱਗੂ ਨੂੰ ਮਾਨੋਂ ਅੱਗ ਲੱਗ ਗਈ। ਉਹਨੇ 2-3 ਘਸੁੰਨ ਮੁੰਡੇ ਦੀਆਂ ਨਾਸਾਂ ਤੇ ਜੜ ਦਿੱਤੇ। ਮੁੰਡਾ ਬੌਂਦਲ ਜਿਹਾ ਗਿਆ, ਨੱਕ 'ਚੋਂ ਲਹੂ ਵਗਣ ਲੱਗ ਪਿਆ। ਪ੍ਰਿੰਸੀਪਲ ਕੋਲ ਜੱਗੂ ਦੀ ਸ਼ਿਕਾਇਤ ਗਈ। ਜਦੋਂ ਜੱਗੂ ਨੇ ਪ੍ਰਿੰਸੀਪਲ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਇਸ ਮੁੰਡੇ ਨੇ ਮੇਰੇ ਫਾਦਰ ਨੂੰ ਬਲੱਡੀ ਬਲੈਕ ਇੰਡੀਅਨ ਕਿਹਾ ਹੈ, ਪ੍ਰਿੰਸੀਪਲ ਨੇ ਉਸ ਮੁੰਡੇ ਨੂੰ ਝਾੜ ਪਾਈ ਤੇ ਜੱਗੂ ਨੂੰ ਹਦਾਇਤ ਕੀਤੀ ਕਿ ਅੱਗੋਂ ਤੋਂ ਜੇ ਤੈਨੂੰ ਇਸ ਤਰ੍ਹਾਂ ਆਖੇ ਤਾਂ ਤੂੰ ਮੈਨੂੰ ਦੱਸਣਾ ਹੈ। ਉਹਨੇ ਜੱਗੂ ਨੂੰ ਕਲਾਵੇ 'ਚ ਲੈ ਕੇ ਪਿਆਰ ਨਾਲ ਕਿਹਾ, ਡੋਂਟ ਵਰੀ ਮਾਈ ਬਾਏ। ਮਾਨੋ ਜੱਗੂ ਦਾ ਸਿਰ ਲਹੂ ਵੱਧ ਗਿਆ। ਜੱਗੂ ਨੂੰ ਸਕੂਲ ਚੰਗਾ ਤੇ ਪ੍ਰਿੰਸੀਪਲ ਦੇਵਤੇ ਵਰਗਾ ਲੱਗਣ ਲੱਗਾ। ਉਹਨੂੰ ਮਹਿਸੂਸ ਹੋਣ ਲੱਗਾ ਕਿ ਮੇਰਾ ਬਾਪ ਤੇ ਹੋਰ ਇੰਡੀਅਨ ਬਹੁਤ ਚੰਗੇ ਹਨ ਤੇ ਇਹ ਭਾਵਨਾ ਉਹਦੇ ਮਨ 'ਚ ਦਿਨੋਂ ਦਿਨ ਵੱਧਦੀ ਤੇ ਘਰ ਕਰਦੀ ਚਲੀ ਗਈ। ਉਹਦਾ ਮਾਨਸਿਕ ਝੁਕਾਅ ਤੇ ਪਿਆਰ ਮਾਂ ਦੀ ਥਾਂ ਬਾਪ ਵੱਲੋਂ ਲੜਦਾ ਚਲਾ ਗਿਆ। ਹੁਣ ਉਹ ਹਾਈ ਸਕੂਲ ਦੀਆਂ ਆਖਰੀ ਜਮਾਤਾਂ 'ਚ ਸੀ ਜਦੋਂ ਬੰਤੇ ਤੇ ਜੈਨੀ ਦੀਆਂ ਝੜਪਾਂ ਕਈ ਵਾਰ ਗੰਭੀਰ ਰੂਪ ਧਾਰਨ ਕਰਨ ਲੱਗੀਆਂ। ਜੇ ਮਾਂ ਜੱਗੂ ਨੂੰ ਉਹਦੇ ਬਾਪ ਬਾਰੇ ਕੁਝ ਕਹਿੰਦੀ ਤਾਂ ਉਹ ਉਹਨੂੰ ਝਾੜ ਦਿੰਦਾ। ਉਹ ਹਮੇਸ਼ਾ ਬਾਪ ਦਾ ਪੱਖ ਲੈਂਦਾ। ਉਹਨੂੰ ਆਪਣਾ ਬਾਪ ਬੜਾ ਬੀਬਾ ਤੇ ਭੋਲਾ ਜਿਹਾ ਲੱਗਦਾ ਤੇ ਮਾਂ ਨਾਲ ਉਹਦੀ ਨਫ਼ਰਤ ਦਿਨੋਂ ਦਿਨ ਵੱਧਦੀ ਗਈ। ਹੁਣ ਜੈਨੀ ਕਈ ਵਾਰ ਮਹਿਸੂਸ ਕਰਦੀ ਜਿਵੇਂ ਉਹਨੇ ਆਪਣੀ ਕੁੱਖੋਂ ਆਪਣੇ ਪੁੱਤਰ ਨੂੰ ਨਹੀਂ, ਇੱਕ ਸਪੋਲੀਏ ਨੂੰ ਜਨਮ ਦਿੱਤਾ ਹੋਵੇ। ਉਹ ਜੱਗੂ ਨੂੰ ਵੀ ਨਫ਼ਰਤ ਕਰਨ ਲੱਗ ਪਈ। ਇੱਕ ਘਰ ਦੀ ਛੱਤ ਹੇਠ ਰਹਿੰਦੇ 3 ਜੀਆਂ ਦੇ ਪਰਿਵਾਰ 'ਚ ਕੱਲੀ ਜਿਹੀ ਅਨੁਭਵ ਕਰਨ ਲੱਗ ਪਈ ਸੀ ਤੇ ਕਈ ਵਾਰ ਸੋਚਦੀ ਜਿਵੇਂ ਉਹ ਆਪਣੇ ਹੀ ਘਰ 'ਚ ਪਰਾਈ ਤੇ ਬੇਗਾਨੀ ਜਿਹੀ ਹੁੰਦੀ ਜਾ ਰਹੀ ਹੋਵੇ। ਬਹੁਤਾ ਗੁੱਸਾ ਉਹਨੂੰ ਆਪਣੇ ਹੀ ਲਹੂ ਤੇ ਆਉਂਦਾ ਸੀ। ਕਈ ਵਾਰ ਉਹਦਾ ਮਨ ਹੰਕਾਰ 'ਚ ਬਗਾਵਤ ਵੱਲ ਉਲਾਰ ਹੁੰਦਾ ਤੇ ਸੋਚਦਾ ਕਿ ਇਹ ਘਰ ਮੇਰਾ ਹੈ, ਇਹਦੀ ਮਾਲਕ ਮੈਂ ਆ, ਇਹ ਕੌਣ ਹੁੰਦੇ ਹੈ ਮੈਨੂੰ ਮੇਰੇ ਘਰ 'ਚ ਬੇਗਾਨੀ ਬਣਾਉਣ ਵਾਲੇ। ਅੰਗ 13ਵਾਂ। ਘਰ ਦੀਆਂ ਦੀਵਾਰਾਂ ਦੇ ਅੰਦਰ ਹੁੰਦੀ ਇਸ ਖਿੱਚੋ ਤਾਣ ਤੇ ਲੜਾਈ ਝਗੜੇ ਨੇ ਇੱਕ ਦਿਨ ਉਸ ਵੇਲੇ ਇਹਨੂੰ ਹੋਰ ਸਿਖਰ ਤੇ ਪਹੁੰਚਾ ਦਿੱਤਾ ਜਦੋਂ ਬੰਤੇ ਨੂੰ ਪਿੰਡੋਂ ਉਹਦੇ ਭਤੀਜੇ ਗੇਲੂ ਦੀ ਚਿੱਠੀ ਆਈ ਸੀ, ਜਿਸ 'ਚ ਲਿਖਿਆ ਸੀ, ਦਾਦਾ ਗੁਜ਼ਰ ਗਿਆ। ਜਿਵੇਂ ਤੈਨੂੰ ਪਤਾ ਹੈ ਛੋਟਾ ਚਾਚਾ ਤਾਂ ਪਹਿਲਾਂ ਹੀ ਵੱਖ ਹੋ ਗਿਆ ਸੀ। ਚੰਨੋ ਚਾਚੀ, ਮਾਂ ਤੇ ਤਾਰੋ ਬੰਤੇ ਦੀ ਲੜਕੀ ਦੇ ਵਿਆਹ ਤੋਂ ਬਾਅਦ ਇਕੱਠੀਆਂ ਰਹਿਣ ਲੱਗ ਪਈਆਂ ਸੀ। ਹੁਣ ਬਾਬੇ ਦੇ ਪੂਰਾ ਹੋਣ ਤੋਂ ਬਾਅਦ ਦੋਵੇਂ ਇਕੱਲੀਆਂ ਹਨ। ਅਜੀਬ ਗੱਲ ਹੈ, 2 ਔਰਤਾਂ ਇਕੱਲੀਆਂ ਹਨ। ਇਸ ਕੱਲ ਨੂੰ ਸਿਰਫ ਇੱਕ ਮਰਦ ਹੀ ਖਤਮ ਕਰ ਸਕਦਾ ਹੈ। ਕਿੰਨਾ ਕਮਜ਼ੋਰ ਬਣਾ ਦਿੰਦਾ ਹੈ ਔਰਤ ਨੂੰ ਮਰਦ ਪ੍ਰਧਾਨ ਸਮਾਜ ਨੇ, ਜਦਕਿ ਇਕੱਲਾ ਮਰਦ ਵੀ ਇਕੱਲਾ ਨਹੀਂ ਹੁੰਦਾ। ਬੰਤੇ ਨੂੰ ਯਾਦ ਆਇਆ ਜਦੋਂ ਕੁਝ ਵਰ੍ਹੇ ਪਹਿਲਾਂ ਉਹਨੂੰ ਤਾਰੋ ਦੇ ਵਿਆਹ ਦਾ ਖਤ ਆਇਆ ਸੀ ਤਾਂ ਚੰਨੋ ਨੇ ਤਰਲੇ ਪਾ ਕੇ ਲਿਖਾਇਆ ਸੀ ਕਿ ਤਾਰੋ ਦੇ ਵਿਆਹ ਤੇ ਮੈਨੂੰ ਪੈਸਾ ਨਹੀਂ, ਉਹਦਾ ਬਾਪ ਚਾਹੀਦਾ। ਤੇ ਉਹਨੇ ਦੇਸ਼ ਜਾਣ ਲਈ ਜਦੋਂ ਜੈਨੀ ਨਾਲ ਗੱਲ ਕੀਤੀ ਸੀ ਤਾਂ ਜੈਨੀ ਦੇ ਘਰ 'ਚ ਇੱਕ ਹੋਰ ਸੰਸਾਰ ਯੁੱਧ ਆਰੰਭ ਕਰ ਦਿੱਤਾ ਸੀ ਤੇ ਅਖੀਰ ਉਹ ਆਪਣੀ ਜ਼ਿੱਦ ਪੁਗਾ ਕੇ ਹਟੀ ਸੀ ਕਿ ਮੈਂ ਵਿਆਹ ਲਈ ਪੈਸੇ ਭੇਜ ਦੇਵਾਂ, ਆਪ ਨਾ ਜਾਵਾਂ। ਉਹਨਾਂ ਦਿਨਾਂ 'ਚ ਕਈ ਵਾਰ ਕਲਪਨਾ 'ਚ ਹੀ ਆਪਣੀ ਅਣਵੇਖੀ ਧੀ ਨੂੰ ਡੋਲੀ 'ਚ ਬਿਠਾਉਣ ਲੱਗ ਪਿਆਰ ਦਿੰਦਾ ਤੇ ਗਲ ਲਾ ਕੇ ਫੁੱਟ ਰੋਣ ਲੱਗ ਪੈਂਦਾ। ਕਿੰਨਾ ਵੱਡਾ ਮਾਨਸਿਕ ਸੰਤਾਪ ਬਣਾਇਆ ਸੀ ਉਨੀ ਦਿਨੀ ਬੰਤੇ ਨੇ। ਅੱਜ ਜਦੋਂ ਗੇਲੂ ਦੀ ਚਿੱਠੀ ਆਈ ਸੀ ਜਿਸ 'ਚ ਬਾਪ ਦੀ ਮੌਤ ਦਾ ਅਸਹਿ ਸਦਮਾ ਸੀ ਤੇ ਨਾਲ ਹੀ ਗੇਲੂ ਨੇ ਇਹ ਵੀ ਤਰਲਾ ਕੀਤਾ ਸੀ ਕਿ ਚਾਚਾ ਮੈਨੂੰ ਤੇਲੀਏ ਸੱਦ ਲੈ, ਸਾਡਾ ਹੱਥ ਹੁਣ ਕਾਫੀ ਤੰਗ ਹੈ। ਬੰਤੇ ਨੂੰ ਮਹਿਸੂਸ ਹੋਇਆ ਜਿਵੇਂ ਖਤ ਗੇਲੂ ਨੇ ਆਪ ਨਹੀਂ ਲਿਖਿਆ, ਸੰਤੀ ਨੇ ਲਿਖਾਇਆ ਹੋਵੇ ਤੇ ਕਹਿਣਾ ਚਾਹੁੰਦੀ ਹੋਵੇ, ਚੰਦਰਿਆ ਇੱਕ ਪੁੱਤ ਨੂੰ ਤਾਂ ਆਪਣੇ ਕੋਲ ਸੱਦ ਲੈ, ਲੋਕ ਤੇਰੇ ਵਾਂਗ ਇੰਜ ਨਿਰਮੋਏ ਹੁੰਦੇ ਤਾਂ ਮੈਂ ਕਦੇ ਨਹੀਂ ਵੇਖੇ। ਬੰਤੇ ਨੇ ਜਦੋਂ ਆਪਣੇ ਆਪ ਨੂੰ ਮੌਤ ਦੀ ਗੱਲ ਜੈਨੀ ਦੇ ਜੱਗੂ ਨਾਲ ਕੀਤੀ ਤਾਂ ਮੂੰਹ ਸਿਰਫ ਇਹੀ ਸ਼ਬਦ ਨਿਕਲ ਸਕੇ, ਬੜਾ ਦੁੱਖ ਹੋਇਆ ਸੁਣ ਕੇ। ਪਰ ਜੱਗੂ ਦਾ ਚਿਹਰਾ ਉਤਰ ਜਿਹਾ ਗਿਆ ਤੇ ਉਹਨੇ ਆਪਣੇ ਬਾਪ ਨੂੰ ਪੁੱਛਿਆ, ਡੈਡ ਕਿੱਦਾਂ ਦਾ ਸੀ ਮੇਰਾ ਬਾਬਾ, ਕਿੰਨੀ ਉਮਰ ਸੀ ਉਹਦੀ? ਜਿਵੇਂ ਉਹ ਚਾਹੁੰਦਾ ਹੋਵੇ ਕਾਸ਼ ਮੈਂ ਆਪਣੇ ਬਾਬੇ ਨੂੰ ਕਦੀ ਵੇਖ ਸਕਦਾ। ਬੰਤੇ ਨੇ ਦੱਸਿਆ ਉਹ ਸ਼ਕਲ ਤੋਂ ਬਿਲਕੁਲ ਮੇਰੇ ਵਰਗਾ ਸੀ ਤੇ ਉਮਰ ਵੀ ਬਹੁਤੀ ਨਹੀਂ ਸੀ, 70 ਕੁ ਸਾਲ। ਤੇ ਜੱਗੂ ਦੀਆਂ ਅੱਖਾਂ 'ਚੋਂ ਬੰਤਾ 70 ਸਾਲ ਦਾ ਹੋ ਕੇ ਉਹਦਾ ਬਾਪ ਜਾਪਣ ਲੱਗਾ।
ਜਿਹਨੂੰ ਉਹਦੇ ਸਹਾਰੇ ਦੀ ਲੋੜ ਹੋਵੇ। ਜਦੋਂ ਬੰਤੇ ਨੇ ਜੈਨੀ ਤੇ ਜੱਗੂ ਨਾਲ ਗੇਲੂ ਨੂੰ ਆਸਟ੍ਰੇਲੀਆ ਬੁਲਾਉਣ ਦੀ ਗੱਲ ਛੇੜੀ ਤੇ ਦੱਸਿਆ ਕਿ ਚਾਹੁੰਦਾ ਹੈ ਕਿ ਆਪਾਂ ਉਹਨੂੰ ਇੱਥੇ ਸੱਦ ਲਈਏ, ਤੇ ਮਾਨੋ ਜੈਨੀ ਤੇ ਤਾਂ ਬਿਜਲੀ ਡਿੱਗ ਪਈ। ਉਹ ਕੜਕ ਕੇ ਬੋਲੀ, ਯੂ ਬਲੱਡੀ ਬਲੈਕ ਬਾਸਟਰਡ, ਤੂੰ ਕੀ ਸੋਚਦਾ ਹੈ ਕਿ ਜਿਸ ਨੂੰ ਤੇਰਾ ਦਿਲ ਕਰੇ ਉਹਨੂੰ ਇੱਥੇ ਮੇਰੇ ਘਰ 'ਚ ਲਿਆ ਵਾੜੇ? ਇਹ ਮੇਰਾ ਘਰ ਹੈ, ਇਹਦੀ ਮਾਲਕ ਮੈਂ ਆ। ਇੱਥੇ ਜੋ ਵੀ ਆਏਗਾ ਮੇਰੀ ਮਰਜ਼ੀ ਨਾਲ ਆਏਗਾ। ਮੈਂ ਕਿਸੇ ਤੇਰੇ ਰਿਸ਼ਤੇਦਾਰ ਨੂੰ ਇੱਥੇ ਵੜਨ ਨਹੀਂ ਦੇਣਾ। ਮੈਂ ਉਹਨਾਂ ਨੂੰ ਤੇ ਤੈਨੂੰ ਵੀ ਨਫ਼ਰਤ ਕਰਦੀ ਹਾਂ। ਜੇ ਤੂੰ ਉਹਨੂੰ ਬੁਲਾਉਣਾ ਚਾਹੁੰਦਾ ਤਾਂ ਤੂੰ ਵੀ ਹੁਣੇ ਹੀ ਇਸੇ ਵਕਤ ਇਸ ਘਰ 'ਚੋਂ ਬਾਹਰ ਨਿਕਲ ਜਾ। ਜੱਗੂ ਪਹਿਲਾਂ ਤਾਂ ਮਾਂ ਦੀਆਂ ਗੱਲਾਂ ਸੁਣ ਕੇ ਪੱਥਰ ਹੋ ਗਿਆ, ਫਿਰ ਉਹਦੇ ਵਿਚਲਾ ਪੰਜਾਬੀ ਲਹੂ ਗੁੱਸੇ 'ਚ ਖੌਲ ਪਿਆ ਤੇ ਕੜਕ ਕੇ ਬੋਲਿਆ, ਤੂੰ ਔਰਤ ਨਹੀਂ, ਪੱਥਰ ਹੈ, ਪੱਥਰ, ਪੈਸੇ ਦੀ ਪੁੱਤ, ਜਿਹਦੇ ਦਿਲ 'ਚ ਆਪਣੇ ਪਤੀ ਤੇ ਪੁੱਤ ਪ੍ਰਤੀ ਰਤਾ ਭਰ ਮੋਹ ਨਹੀਂ। ਜੇ ਤੂੰ ਮੇਰੀ ਮਾਂ ਨਾ ਹੁੰਦੀ ਤਾਂ ਮੈਂ ਤੇਰੇ ਵਰਗੀ ਤੀਵੀਂ ਨੂੰ ਗੋਲੀ ਮਾਰ ਦਿੰਦਾ। ਮੈਂ ਤਾਂ ਹੈਰਾਨ ਆ ਕਿ ਮੇਰਾ ਬਾਪ ਤੇਰੇ ਨਾਲ ਹੁਣ ਤਾਈਂ ਕਿਵੇਂ ਕੱਟੀ ਗਿਆ। ਤੂੰ ਸਾਂਭ ਇਸ ਕਬਰ ਨੂੰ ਤੇ ਇਸ ਵਿੱਚ ਦਫਨ ਹੋ ਜਾਈਂ। ਮੈਂ ਤੇ ਡੈਡ ਜਾ ਰਹੇ ਹਾਂ, ਮੁੜ ਕੇ ਤੇਰੀ ਸ਼ਕਲ ਵੀ ਨਹੀਂ ਦੇਖਾਂਗੇ। ਪਰ ਮੇਰੀ ਇੱਕ ਗੱਲ ਯਾਦ ਰੱਖੀ, ਕਿਸੇ ਦਿਨ ਪਛਤਾਏਂਗੀ, ਰੋਏਂਗੀ ਤੇ ਤਰਸੇਂਗੀ ਸਾਡੀਆਂ ਸ਼ਕਲਾਂ ਵੇਖਣ ਲਈ। ਘਰ ਦੀਆਂ ਚੀਜ਼ਾਂ ਤੇ ਪੈਸਾ ਆਦਮੀ ਦੀ ਘਾਟ ਨੂੰ ਪੂਰਾ ਨਹੀਂ ਕਰ ਸਕਦੇ। ਜੱਗੂ ਦੀਆਂ ਗੱਲਾਂ ਸੁਣ ਕੇ ਮਾਨੋ ਜੈਨੀ ਦੇ ਮੂੰਹ ਤੇ ਕਿਸੇ ਨੇ ਥੱਪੜ ਮਾਰ ਦਿੱਤਾ ਹੋਵੇ ਤੇ ਗੁੱਸੇ 'ਚ ਕੜਕ ਕੇ ਜੱਗੂ ਨੂੰ ਬੋਲੀ, ਯੂ ਬਲੱਡੀ ਸੇਮ ਬਲੱਡ, ਦਫਾ ਹੋ ਜਾਓ ਮੇਰੇ ਘਰੋਂ, ਕਮੀਨੇ ਕਿਸੇ ਥਾਂ ਦੇ। ਘਰ ਦਾ ਖਿਚਾ ਸਿਖਰ ਤੇ ਪੁੱਜ ਗਿਆ ਸੀ। ਜੱਗੂ ਨੂੰ ਆਪਣੇ ਕਮਰੇ 'ਚ ਜਾ ਕੇ ਗੁੱਸੇ 'ਚ ਭਰੇ ਪੀਤੇ ਨੇ ਆਪਣਾ ਸਮਾਨ ਇਕੱਠਾ ਕੀਤਾ। ਬੰਤੇ ਨੇ ਆਪਣੇ ਮੋਟੇ-ਮੋਟੇ ਕੱਪੜੇ ਇੱਕ ਗਠੜੀ 'ਚ ਲਪੇਟ ਲਏ ਤੇ ਕੁਝ ਖਾਸ ਚੀਜ਼ਾਂ ਇੱਕ ਪੁਰਾਣੇ ਛੋਟੇ ਜਿਹੇ ਬੈਗ 'ਚ ਪਾ ਲਈਆਂ। ਬੰਤੇ ਨੇ ਆਪਣੇ ਕੰਮ ਤੇ ਜਾਣ ਵਾਲੀ ਕਾਰ 'ਚ ਸਮਾਨ ਰੱਖਿਆ ਤੇ ਦੋਵੇਂ ਪਿਓ ਪੁੱਤ ਕੁਝ ਪਲਾਂ 'ਚ ਹੀ ਇਸ ਘਰ ਨਾਲੋਂ ਵਰ੍ਹਿਆਂ ਦੀ ਸਾਂਝ ਤੋੜ ਕੇ ਅਣਜਾਣੇ ਰਾਹਾਂ ਤੇ ਪੈ ਗਏ। ਥੋੜ੍ਹੀ ਦੂਰ ਜਾ ਕੇ ਇੱਕ ਪੱਬ ਦੇ ਸਾਹਮਣੇ ਉਹਨਾਂ ਕਾਰ ਰੋਕੀ। ਜੱਗੂ ਭਾਵੇਂ 18 ਸਾਲ ਦਾ ਹੋ ਚੁੱਕਾ ਸੀ, ਪਰ ਉਹ ਸ਼ਰਾਬ ਜਾਂ ਬੀਅਰ ਦਾ ਬਹੁਤਾ ਸ਼ੌਕੀਨ ਨਹੀਂ ਸੀ ਤੇ ਪੱਬ 'ਚ ਕਦੇ ਘੱਟ ਹੀ ਗਿਆ ਸੀ। ਬੰਤੇ ਨੇ ਜੱਗੂ ਨੂੰ ਹੌਸਲਾ ਦਿੰਦਿਆਂ ਕਿਹਾ, ਕੋਈ ਨਹੀਂ ਪੁੱਤਰਾ, ਜ਼ਿੰਦਗੀ ਇਹਨਾਂ ਮੁਸੀਬਤਾਂ ਦਾ ਹੀ ਨਾਂ ਹੈ, ਘਬਰਾਈ ਨਾ। ਮੈਂ ਜੋ ਹਾਲੇ ਜਿਉਂਦਾ। ਪੱਬ ਦੇ ਨਾਲ ਲੱਗਦੀ ਬੈਂਕ 'ਚੋਂ ਬੰਤੇ ਨੇ ਪੈਸੇ ਕਢਾਏ। ਹੁਣ ਆਸਟ੍ਰੇਲੀਆ ਦਾ ਸਿੱਕਾ ਪਾਉਂਡ ਤੋਂ ਆਸਟ੍ਰੇਲੀਅਨ ਡਾਲਰ 'ਚ ਬਦਲ ਚੁੱਕਾ ਸੀ। ਫਿਰ ਉਹਨਾਂ ਪੱਬ 'ਚ ਜਾ ਕੇ ਬੀਅਰ ਦਾ ਇੱਕ ਗਲਾਸ ਪੀਤਾ ਤੇ ਬੀਅਰ ਪੀਂਦਿਆਂ ਸੋਚਣ ਲੱਗੇ, ਹੁਣ ਕੀ ਕਰਨਾ ਤੇ ਕਿੱਥੇ ਜਾਣਾ ਹੈ। ਅਖੀਰ ਉਹਨਾਂ ਫੈਸਲਾ ਕੀਤਾ ਕਿ ਲਾਲ ਹੋਰਾਂ ਕੋਲ ਚੱਲਦੇ ਆ। ਉਹਨਾਂ ਕਾਰ 'ਚ ਤੇਲ ਪਵਾਇਆ ਤੇ ਲਾਲ ਹੋਰਾਂ ਦੇ ਘਰ ਵੱਲ ਕਾਰ ਦਾ ਮੂੰਹ ਕਰ ਲਿਆ। ਤਰਕਾਲਾਂ ਢਲ ਚੁੱਕੀਆਂ ਸੀ। ਲਾਲ ਹੋਰੀ ਕੰਮ ਤੋਂ ਆਏ ਸੀ। ਬੰਤੇ ਤੇ ਜੱਗੂ ਨੂੰ ਵੇਖ ਕੇ ਜਿਵੇਂ ਉਹਨਾਂ ਨੂੰ ਚਾਹ ਚੜ ਗਿਆ ਹੋਵੇ। ਉਹਨੇ ਬੰਤੇ ਨੂੰ ਨਹੋਰੇ ਨਾਲ ਕਿਹਾ, ਯਾਰ ਚੰਗਾ ਤੂੰ ਗੋਰੀ ਨਾਲ ਵਿਆਹ ਕਰਾਇਆ, ਸਾਨੂੰ ਤਾਂ ਭੁਲਾ ਹੀ ਦਿੱਤਾ। ਬੰਤੇ ਦੇ ਚਿਹਰੇ ਤੇ ਉਦਾਸੀ ਤੇ ਹਾਸੇ ਦਾ ਇੱਕ ਪਰਛਾਵਾਂ ਜਿਹਾ ਫਿਰ ਗਿਆ। ਲਾਲ ਜੋ ਉਹਦੇ ਜਵਾਨੀ ਵੇਲੇ ਦੇ ਦਿਨਾਂ ਦਾ ਯਾਰ ਤੇ ਦਿਲਾਂ ਦਾ ਜਾਨੀ ਸੀ, ਉਹ ਤਾੜ ਗਿਆ। ਬੰਤਾ ਬਹੁਤ ਉਦਾਸ ਹੈ। ਉਹਨੇ ਜੱਗੂ ਨੂੰ ਬਗਲ 'ਚ ਲੈ ਕੇ ਦੋਹਾਂ ਨੂੰ ਅੰਦਰ ਬਿਠਾਇਆ। ਬੀਅਰ ਦਾ ਇੱਕ ਇੱਕ ਡੱਬਾ ਫਰਿੱਜ 'ਚੋਂ ਕੱਢ ਕੇ ਤਿੰਨਾਂ ਨੇ ਖੋਲ੍ਹ ਲਿਆ ਤੇ ਫਿਰ ਬੀਅਰ ਦਾ ਇੱਕ ਘੁੱਟ ਅੰਦਰ ਲੰਘਾ ਕੇ ਲਾਲ ਨੇ ਬੰਤੇ ਦੀਆਂ ਉਦਾਸ ਅੱਖਾਂ 'ਚ ਝਾਕਦਿਆਂ ਪੁੱਛਿਆ, ਕੀ ਗੱਲ, ਸੁੱਖ ਤਾਂ ਹੈ? ਬੰਤੇ ਦਾ ਹੌਕਾ ਜਿਹਾ ਨਿਕਲ ਗਿਆ। ਸੁੱਖ ਕਾਹਦੀ ਹੋਣੀ ਆ ਯਾਰ, ਬਸ ਬਰਬਾਦ ਕਰਤਾ ਇਸ ਔਰਤ ਨੇ। ਤੇ ਜੱਗੂ ਦੀਆਂ ਅੱਖਾਂ ਛਮ-ਛਮ ਵਰ ਪਈਆਂ। ਜੱਗੂ ਵੱਲ ਵੇਖ ਕੇ ਲਾਲ ਦਾ ਦਿਲ ਵੀ ਖਰਾਬ ਜਿਹਾ ਹੋ ਗਿਆ ਤੇ ਉਸ ਜੱਗੂ ਨੂੰ ਕਲਾਵੇ 'ਚ ਲੈ ਕੇ ਥਾਪੀ ਦਿੰਦਿਆਂ ਹੌਸਲਾ ਜਿਹਾ ਦਿੱਤਾ, ਕੋਈ ਨਹੀਂ ਪੁੱਤਰਾ, ਜਿਗਰਾ ਕਰੀਦਾ, ਫਿਰ ਕੀ ਹੋਇਆ, ਅਸੀਂ ਜੀਨੇ ਆ ਹਾਲੇ, ਮਿੱਟੀ ਪਾਓ ਇਸ ਗੱਲ ਤੇ। ਫਿਰ ਉਸ ਬੰਤੇ ਦਾ ਮਨ ਹੋਰ ਪਾਸੇ ਲਾਉਣ ਲਈ ਪੁੱਛਿਆ, ਸੁਣਾ ਦੇਸੋਂ ਕੋਈ ਚਿੱਠੀ ਪੱਤਰ ਆਇਆ? ਲਾਲ ਦੀ ਇਸ ਹਮਦਰਦੀ ਤੇ ਟੁੰਬ ਦੇਣ ਵਾਲੀ ਪਿਆਰ ਭਾਵਨਾ ਨੇ ਬੰਤੇ ਦਾ ਮਨ ਵੀ ਭਰ ਦਿੱਤਾ ਤੇ ਉਸ ਆਪਣੀਆਂ ਅੱਖਾਂ ਤੇ ਹੰਝੂ ਪੂੰਝਦਿਆਂ ਦੱਸਿਆ, ਭਾਈਆ ਪੂਰਾ ਹੋ ਗਿਆ ਹੈ। ਲਾਲ ਦਾ ਮੂੰਹ ਅੱਡਿਆ ਹੀ ਰਹਿ ਗਿਆ, ਜਿਵੇਂ ਪੂਰਨ ਬੰਤੇ ਦਾ ਹੀ ਨਹੀਂ ਉਹਦਾ ਵੀ ਭਾਈਆ ਹੋਵੇ। ਬਸ ਇਹੀ ਤਾਂ ਦੁੱਖ ਆ ਪਰਦੇਸਾਂ ਦੇ, ਅੰਤਮ ਵੇਲੇ ਮਾਪਿਆਂ ਦੇ ਦਰਸ਼ਨ ਵੀ ਨਹੀਂ ਹੁੰਦੇ। ਖਬਰੇ ਕੀ ਸੋਚਦਾ ਉਹ ਪੂਰਾ ਹੋਇਆ ਹੋਊ। ਜਦੋਂ ਬੰਤੇ ਨੇ ਗੱਲ ਕਹੀ ਤਾਂ ਗੇਲੂ ਨੇ ਚਿੱਠੀ 'ਚ ਲਿਖਿਆ ਕਿ ਬਾਬਾ ਅੰਤਮ ਵੇਲੇ ਤੈਨੂੰ ਆਵਾਜ਼ਾਂ ਮਾਰਦਾ ਸੀ। ਤਾਂ ਬੰਤੇ ਤੇ ਲਾਲ ਦੀਆਂ ਧਾਹਾਂ ਨਿਕਲ ਗਈਆਂ। ਰੋਣਾ ਦੋਹਾਂ ਕੋਲੋਂ ਥੰਮਿਆ ਨਹੀਂ ਸੀ ਜਾਂਦਾ। ਜੱਗੂ ਜਿਹੜਾ ਪਹਿਲਾਂ ਹੀ ਰੋ ਰਿਹਾ ਸੀ, ਉਸ ਲਾਲ ਦੀ ਝੋਲੀ 'ਚ ਹੀ ਡਿੱਗ ਪਿਆ। ਬੰਤੇ ਨੇ ਹਟਕੋਰੇ ਲੈਂਦਿਆਂ ਆਖਿਆ, ਕਿੰਨਾ ਸੰਤਾਪ ਹੋ ਗਿਆ ਸਾਡੇ ਮਾਪਿਆਂ ਨੇ ਸਾਡੀ ਖਾਤਰ। ਸਾਰੀ ਉਮਰ ਹੌਕਿਆਂ ਦੀ ਸੇਜ ਤੇ ਸਿਵਿਆਂ ਵਰਗੀ ਜ਼ਿੰਦਗੀ ਹੰਢਾਈ ਤੇ ਹੁਣ ਜਦੋਂ 4 ਦਿਨ ਸੁੱਖ ਲੈਣ ਦੇ ਸੀ ਤਾਂ ਸਾਨੂੰ ਸੇਵਾ ਦਾ ਮੌਕਾ ਦਿੱਤਿਆਂ ਬਗੈਰ ਹੀ ਇਸ ਦੁਨੀਆ ਤੋਂ ਤੁਰ ਗਿਆ। ਅਸੀਂ ਕਿੰਨੇ ਬਦਕਿਸਮਤ ਹਾਂ ਲਾਲ ਕਿ ਅੰਤਮ ਸਮੇਂ ਬਾਪ ਦੀ ਅਰਥੀ ਨੂੰ ਮੋਢਾ ਵੀ ਨਹੀਂ ਦੇ ਸਕੇ। ਖਬਰੇ ਕੀ ਕਹਿੰਦਾ ਹੋਊ ਅੰਤਮ ਸਮੇਂ ਮੈਨੂੰ। ਮੇਰੇ ਨਾਲ ਸਭ ਤੋਂ ਜ਼ਿਆਦਾ ਮੋਹ ਕਰਦਾ ਸੀ, ਦਿਲ ਦੀਆਂ ਦਿਲ 'ਚ ਲੈ ਕੇ ਤੁਰ ਗਿਆ ਭਾਈਆ। ਤੂੰ ਸੁਣਾ, ਤੈਨੂੰ ਕੋਈ ਚਿੱਠੀ ਪਿੰਡੋਂ ਆਈ ਕਿ ਨਹੀਂ?
ਬੰਤੇ ਨੇ ਲਾਲ ਨੂੰ ਪੁੱਛਿਆ। ਹਾਂ ਉਂਝ ਤਾਂ ਠੀਕ ਆ, ਬਾਪੂ ਕੋਈ ਢਿੱਲਾ ਰਹਿੰਦਾ। ਘਰ ਵਾਲੀ ਨੇ ਚਿੱਠੀ ਲਿਖਾਈ ਸੀ ਕਿ ਆ ਕੇ ਭਾਈਏ ਦੀ ਖਬਰ ਲੈ ਜਾ, ਤੇ ਨਾਲੇ ਲਿਖਿਆ ਸੀ ਮੁੰਡੇ ਦਾ ਵਿਆਹ ਕਰਨਾ, ਕੁੜੀ ਵਾਲੇ ਜ਼ੋਰ ਪਾਉਂਦੇ ਆ। ਤੇ ਫਿਰ ਤੂੰ ਕੀ ਸੋਚਿਆ? ਬੰਤੇ ਨੇ ਲਾਲ ਤੋਂ ਮੋੜਵਾਂ ਉੱਤਰ ਪੁੱਛਿਆ। ਮੈਂ ਤਾਂ ਚਲੇ ਜਾਣਾ, ਬਸ ਪਾਸ ਉਡੀਕਦਾ। ਇੱਕ ਦਿਨ ਦਫ਼ਤਰ ਗਿਆ ਸੀ, ਉਹਨਾਂ ਸਾਰਾ ਕੁਝ ਪੁੱਛ ਕੇ ਲਿਖ ਲਿਆ ਤੇ ਫਿਰ ਕਿੰਨੇ ਚਿਰ ਪਿੱਛੋਂ ਆ ਕੇ ਦੱਸਿਆ ਤੁਸੀਂ ਦੋ ਸਿੰਘ ਇਕੱਠੇ ਆਏ ਸੀ। ਮੈਂ ਕਿਹਾ ਹਾਂ, ਉੱਥੇ ਤੇਰਾ ਵੀ ਨਾਮ ਬੋਲਦਾ। ਬੰਤੇ ਨੂੰ ਮਹਿਸੂਸ ਹੋਇਆ ਜਿਵੇਂ ਲਾਲ ਬੜਾ ਕਿਸਮਤ ਵਾਲਾ ਹੋਵੇ ਜਿਹੜਾ ਆਪਣੇ ਬਾਪ ਦੀ ਬਿਮਾਰੀ ਦੀ ਸੁਣ ਕੇ ਉਹਦੀ ਖਬਰ ਲੈਣ ਤਾਂ ਜਾ ਸਕਦਾ, ਪਰ ਇੱਥੇ ਮੈਨੂੰ ਕੁੱਤੀ ਜਨਾਨੀ ਨੇ ਆਪਣੀ ਇੱਕੋ ਇੱਕ ਧੀ ਦੇ ਵਿਆਹ ਤੇ ਵੀ ਨਹੀਂ ਜਾਣ ਦਿੱਤਾ। ਲਾਲ ਨੇ ਚੰਗਾ ਹੀ ਕੀਤਾ ਜਿਹੜਾ ਮੇਰੇ ਵਾਂਗੂ ਕਿਸੇ ਨਾਲ ਨਹੀਂ ਫਸਿਆ। ਮੈਂ ਤਾਂ ਜੋ ਖੱਟਿਆ ਕਮਾਇਆ ਸੀ ਉਹ ਵੀ ਸਾਲੀ ਦੇ ਘਰ ਪਾ ਦਿੱਤਾ ਤੇ ਅੱਜ ਉਹਨੇ ਢੂਏ ਤੇ ਲੱਤ ਮਾਰ ਕੇ ਮੈਨੂੰ ਤੇ ਮੇਰੇ ਪੁੱਤ ਨੂੰ ਮਲੰਗਾ ਵਾਂਗ ਕੱਢ ਦਿੱਤਾ। ਪੁੱਤ ਦਾ ਖਿਆਲ ਆਉਂਦਿਆਂ ਹੀ ਇੱਕ ਹੌਸਲੇ ਭਰੀ ਜਿੱਤ ਦਾ ਅਹਿਸਾਸ ਬੰਤੇ ਨੂੰ ਹੋਇਆ। ਉਹ ਸੋਚਣ ਲੱਗਾ, ਕੋਈ ਨਹੀਂ, ਜੇ ਇੰਨੇ ਵਰਿਆਂ ਦੀ ਕਮਾਈ ਚਲੇਗੀ ਤਾਂ ਫਿਰ ਕੀ, ਮੇਰਾ ਸੂਰਮਾ ਪੁੱਤ ਤਾਂ ਮੇਰੇ ਕੋਲ ਹੈ, ਬਥੇਰਾ ਪੈਸਾ ਕਮਾ ਲਾਂਗੇ ਦੋਵੇਂ ਪਿਓ ਪੁੱਤ। ਮਾਨੂੰ ਬੰਤਾ ਇਹ ਸੋਚ ਕੇ ਜਿੱਤ ਦੀ ਖੁਸ਼ੀ ਜਿਹੀ ਚੌੜਾ ਹੋ ਕੇ ਬੈਠ ਗਿਆ। ਹਾਂ ਸੱਚ, ਗੇਲੂ ਆਉਣਾ ਚਾਹੁੰਦਾ ਹੈ ਇੱਥੇ ਨੂੰ, ਤੂੰ ਆਉਂਦਾ ਹੋਇਆ ਉਹਨੂੰ ਨਾਲ ਲਈ ਆਵੀਂ ਤੇ ਸਾਡੇ ਘਰ ਦੀ ਰਾਜੀ ਖੁਸ਼ੀ ਦੱਸ ਦੇਈਂ। ਚੰਨੋ ਨੂੰ ਕਹੀਂ ਮੈਂ ਛੇਤੀ ਆਊਂਗਾ, ਫਿਕਰ ਨਾ ਕਰੇ। ਤੂੰ ਗੇਲੂ ਦਾ ਪਾਸ ਨਾਲ ਹੀ ਬਣਾ ਦੇਈਂ ਤੇ ਕਹੀਂ ਇਹ ਆਪਣੇ ਬਾਪ ਕੋਲ ਤੇਲੀਏ ਜਾਣਾ ਚਾਹੁੰਦਾ, ਪਾਸ ਤੇ ਭਾਵੇਂ ਉਹਨੂੰ ਮੇਰਾ ਪੁੱਤਰ ਲਿਖ ਦੇਈਂ। ਦੂਜੇ ਦੋਵੇਂ ਕਿੱਥੇ ਗਏ? ਬੰਤੇ ਨੇ ਲਾਲ ਨੂੰ ਪੁੱਛਿਆ। ਉਹ ਤਾਂ ਵਿਕਟੋਰੀਆ ਨੂੰ ਚਲੇ ਗਏ ਆ, ਲਾਲ ਨੇ ਦੱਸਿਆ। ਉਹਨਾਂ ਨੂੰ ਕਿਸੇ ਨੇ ਦੱਸਿਆ ਸੀ ਕਿ ਉੱਥੇ ਕਿਤੇ ਪੇਰਾਂ ਦਾ ਕੰਮ ਬੜਾ ਮਿਲਦਾ ਹੈ। ਤੇ ਫਿਰ ਤੂੰ ਨਹੀਂ ਗਿਆ? ਬੰਤੇ ਨੇ ਲਾਲ ਨੂੰ ਪੁੱਛਿਆ। ਮੈਂ ਦੇਸ਼ ਨੂੰ ਜਾਣ ਕਰਕੇ ਨਹੀਂ ਗਿਆ। ਉਦੋਂ ਮੈਂ ਉਹਨਾਂ ਨੂੰ ਕਿਹਾ ਸੀ ਮੇਰਾ ਸਮਾਨ ਵੀ ਲੈ ਚੱਲੋ, ਮੈਂ ਦੇਸੋਂ ਆ ਕੇ ਤੁਹਾਡੇ ਕੋਲ ਹੀ ਸਿੱਧਾ ਆ ਜਾਊਂਗਾ। ਮੇਰੀ ਗੱਲ ਮੰਨੋ ਤੇ ਤੁਸੀਂ ਵੀ ਉਹਨਾਂ ਕੋਲ ਚਲੇ ਜਾਓ ਦੋਵੇਂ। ਕਹਿੰਦੇ ਆ ਬੜਾ ਕੰਮ ਆ ਉੱਥੇ, ਨਾਲੇ ਸੌਖਾ। ਇੱਥੇ ਤਾਂ ਸਾਲੇ ਗੰਨੇ ਨੇ ਲੱਕ ਤੋੜ ਦਿੱਤੇ ਆ। ਤੇ ਉਹਨਾਂ ਗੱਲਾਂ ਕਰਦਿਆਂ ਬੀਅਰ ਦਾ ਡੱਬਾ ਮੁਕਾਰਤਾ। ਬੰਤਾ ਕਹਿਣ ਲੱਗਾ, ਗੱਲ ਤਾਂ ਤੇਰੀ ਠੀਕ ਆ ਯਾਰ, ਇੱਥੇ ਰਹਾਂਗਾ ਤਾਂ ਕਦੇ ਕਦਾਈ ਜੇ ਜੈਨੀ ਮਿਲਦੀ ਰਹੀ ਤਾਂ ਹੋਰ ਮਨ ਦੁਖੀ ਹੋਇਆ ਕਰੂ। ਮੈਂ ਹੁਣ ਉਹਨੂੰ ਬਿਲਕੁਲ ਭੁੱਲ ਜਾਣਾ ਚਾਹੁੰਦਾ। ਨਹੀਂ ਬੰਤਿਆ, ਲਾਲ ਨੇ ਕਿਹਾ, ਉਹ ਨਹੀਂ ਭੁੱਲਦੀ। ਜਦੋਂ ਤੂੰ ਜੱਗੇ ਨੂੰ ਵੇਖੇਂਗਾ ਤੈਨੂੰ ਯਾਦ ਆ ਜਾਇਆ ਕਰੂ। ਪਰ ਕੋਈ ਨਹੀਂ, ਤੈਨੂੰ ਰੱਬ ਨੇ ਲਾਲ ਦਿੱਤਾ ਹੈ। ਤੁਸੀਂ ਇੱਕੋ ਜਿਹੇ ਹੋ ਦੋਵੇਂ ਪੇ ਪੁੱਤ। ਤੁਸੀਂ ਤਾਂ ਕੰਮ ਦੀਆਂ ਧੂੜਾਂ ਪੱਟ ਦਿਓਗੇ। ਪਰ ਦੇਖ ਲੈ ਯਾਰ, ਇਹ ਗੋਰੀਆਂ ਆਪਣੀ ਔਲਾਦ ਦਾ ਵੀ ਮੋਹ ਨਹੀਂ ਕਰਦੀਆਂ। ਸਾਲੀ ਕੁੱਕੜੀ ਵੀ ਇਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਪਰਾਂ ਹੇਠ ਲੁਕੋ ਲੈਂਦੀ ਹੈ। ਪਰ ਇਹ ਪਤਾ ਨਹੀਂ ਕਿਸ ਮਿੱਟੀ ਦੀਆਂ ਬਣੀਆਂ ਵੀਆਂ। ਨਾ ਘਰ ਵਾਲੇ ਨੂੰ ਛੱਡਣ ਲੱਗਿਆਂ ਦੇਰ ਲਾਉਂਦੀਆਂ ਤੇ ਨਾ ਕਿਸੇ ਨੂੰ ਘਰ ਵਾਲਾ ਬਣਾਉਣ ਲੱਗਿਆਂ ਦੇਰ ਲਾਉਂਦੀਆਂ। ਆਪਣੀਆਂ ਤੀਵੀਆਂ ਨੇ ਤੂੰ ਦੇਖ ਲੈ ਉਮਰਾਂ ਗਾਲ ਲਈਆਂ, ਸਾਨੂੰ ਡੀਕਦੀਆਂ ਨੇ। ਤੂੰ ਕੀ ਸਮਝਣਾ ਉਹਨਾਂ ਨੂੰ? ਆਦਮੀਆਂ ਦੀ ਲੋੜ ਨਹੀਂ ਹੁੰਦੀ। ਪਰ ਯਾਰ ਬੜੀਆਂ ਸਿਦਕਵਾਨਾਂ ਨੇ ਆਪਣੀਆਂ ਤੀਵੀਆਂ। ਆਦਮੀਆਂ ਨੂੰ ਤਾਂ ਵੱਖਰੀਆਂ ਖੁਰਲੀਆਂ ਤੇ ਮੂੰਹ ਮਾਰਨ ਦੀ ਆਦਤ ਹੁੰਦੀ ਹੈ। ਤੇਰੇ ਸਾਹਮਣੇ ਆਪਾਂ ਕਿਹੜੀ ਖੁਰਲੀ ਛੱਡੀ ਹੈ ਜਿਹੜੀ ਵਿਹਲੀ ਵੇਖੀ ਮੂੰਹ ਮਾਰ ਲਿਆ। ਕਈ ਵਾਰ ਤਾਂ ਸਾਲਾ ਮਨ ਚ ਆਉਂਦਾ ਜਨਾਨੀਆਂ ਮੂਹਰੇ ਕਿਹੜੇ ਮੂੰਹ ਲੈ ਕੇ ਜਾਵਾਂਗੇ। ਕਿੱਥੇ ਉਹਨਾਂ ਦਾ ਸਿਦਕ, ਕਿੱਥੇ ਆਪਣੇ ਲੁੱਚਪੁਣੇ। ਗਾਂ ਉਹਨਾਂ ਨੇ ਜੱਗੂ ਤੋਂ ਸੰਗਦਿਆਂ ਕੋਈ ਗੱਲ ਨਹੀਂ ਕੀਤੀ। ਹੁਣ ਜੱਗੂ ਮਾੜਾ ਬੁੱਲੀਆਂ ਚ ਮੁਸਕਾ ਰਿਹਾ ਸੀ। ਉਸ ਰਾਤ ਉਹ ਲਾਲ ਕੋਲ ਹੀ ਟਿਕੇ ਰਹੇ। ਅਗਲੇ ਦਿਨ ਸਵੇਰੇ ਉਹਨਾਂ ਨੇ ਲਾਲ ਕੋਲੋਂ ਸ਼ਹਿਰ ਦਾ ਨਾਂ ਤੇ ਫਾਰਮਰ ਦਾ ਨਾਂ ਜਿੱਥੇ ਦੋਵੇਂ ਗਏ ਸੀ ਲਿਖ ਲਿਆ ਤੇ ਨਾਲ ਹੀ ਬੰਤੇ ਨੇ ਲਾਲ ਨੂੰ ਕਿਹਾ, ਤੂੰ ਮਾਮਿਆਂ ਦੇ ਦਫ਼ਤਰ ਇਮੀਗ੍ਰੇਸ਼ਨ ਜਾ ਕੇ ਗੇਲੂ ਨੂੰ ਇੱਥੇ ਲਿਆਉਣ ਬਾਰੇ ਜੋ ਕਾਗਜ਼ ਪੱਤਰ ਚਾਹੀਦੇ ਹੋਣਗੇ ਉਹ ਵੀ ਪੁੱਛ ਕੇ ਲੈ ਜਾਈਂ। ਜੇ ਕਿਤੇ ਮੇਰੇ ਦਸਖਤਾਂ ਦੀ ਲੋੜ ਪਈ ਤਾਂ ਆਪ ਹੀ ਅੰਗਰੇਜ਼ੀ 'ਚ ਵਿੰਗ ਟੇਢੇ ਜੇ ਕਰ ਲਈ। ਸਮਾਨ ਤਾਂ ਉਹਨਾਂ ਦਾ ਪਹਿਲਾਂ ਹੀ ਕਾਰ 'ਚ ਪਿਆ ਸੀ। ਪੈਟਰੋਲ ਪੰਪ ਤੇ ਟਾਂਚੀ ਫੁੱਲ ਕਰਾ। ਰਸਤੇ ਦਾ ਨਕਸ਼ਾ ਪੈਟਰੋਲ ਪੰਪ ਤੋਂ ਲੈ ਕੇ ਵਿਕਟੋਰੀਆ ਨੂੰ ਤੁਰ ਪਏ। ਬੜਾ ਲੰਬਾ ਰਸਤਾ ਸੀ। ਕੁਈਨਜ਼ਲੈਂਡ ਤੋਂ ਵਿਕਟੋਰੀਆ ਦੇ ਸ਼ਹਿਰ ਸ਼ਿਪਰਟਨ ਤੱਕ, ਕੁਈਨਜ਼ਲੈਂਡ ਤੋਂ ਪੂਰੀ ਨਿਊ ਸਾਊਥ ਵੇਲ ਦੀ ਸਟੇਟ ਲੰਘ ਕੇ ਫਿਰ ਵਿਕਟੋਰੀਆ ਸਟੇਟ ਸ਼ੁਰੂ ਹੁੰਦੀ ਸੀ। ਉਹਨਾਂ ਪ੍ਰਿੰਸੈਸ ਹਾਈਵੇ 1 ਨੰਬਰ ਸੜਕ ਪਰ ਆਪਣੀ ਕਾਰ ਪਾ ਲਈ। ਕਾਫੀ ਘੰਟਿਆਂ ਦੇ ਸਫ਼ਰ ਤੋਂ ਬਾਅਦ ਉਹ ਨਿਊ ਸਾਊਥ ਵੇਲ ਸਟੇਟ 'ਚ ਦਾਖਲ ਹੋਏ। ਇੱਥੇ ਕੁ ਆ ਕੇ ਅਚਾਨਕ ਬੰਤੇ ਨੂੰ ਕੁਝ ਯਾਦ ਆਇਆ ਜੋ ਬੜਾ ਪਿਆਰ ਤੇ ਖੂਬਸੂਰਤ ਅਤੀਤ ਦਾ ਇੱਕ ਪਰਛਾਵਾਂ ਸੀ। ਉਹ ਸੀ ਇੱਕੋ ਯਾਦ ਜਿਸ ਦਿਨ ਉਹਨਾਂ ਨੇ ਆਸਟ੍ਰੇਲੀਆ ਦੀ ਧਰਤੀ ਤੇ ਕਦਮ ਰੱਖਿਆ ਸੀ ਤੇ ਇੱਥੋਂ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਨੂੰ ਬਿਲਕੁਲ ਚੰਗੀਆਂ ਨਹੀਂ ਸੀ ਲੱਗੀਆਂ। ਉਹਨਾਂ ਨੂੰ ਪਹਿਲੇ ਦਿਨ ਦੀ ਪੰਜਾਬੀ ਰੋਟੀ ਬੜੀ ਯਾਦ ਆਈ ਸੀ ਤੇ ਉਸ ਦਿਨ ਰਾਤ ਨੂੰ ਜਿੱਥੇ ਉਹਨਾਂ ਨੂੰ ਬਹੁਤ ਸਵਾਦੀ ਭੋਜਨ ਮਿਲਿਆ ਸੀ, ਉਹ ਇੱਥੇ ਕੋਈ ਇੱਕ ਥਾਂ ਸੀ ਜਿੱਥੇ ਬਹੁਤ ਪਿਆਰਾ ਬੰਦਾ ਬਾਬਾ ਰਾਮ ਸਿੰਘ ਮਿਲਿਆ ਸੀ ਤੇ ਇੱਥੇ ਹੀ ਰਹਿੰਦਾ ਸੀ। ਸਮੇਂ ਦੀ ਧੂੜ ਨੇ ਪੁਰਾਣੇ ਰਾਹ ਮਿਟਾਤੇ ਸੀ। ਨਵੀਆਂ ਸੜਕਾਂ ਦੀ ਉਸਾਰੀ ਬੜੇ ਜ਼ੋਰ ਸ਼ੋਰ ਨਾਲ ਹੋ ਰਹੀ ਸੀ। ਇਹੀ 1 ਨੰਬਰ ਸੜਕ ਕਦੇ ਬੜੀ ਤੰਗ ਤੇ ਟੁੱਟੇ ਭੱਜੇ ਕੰਢਿਆਂ ਵਾਲੀ ਸੀ, ਪਰ ਅੱਜ ਇੱਥੇ 2 ਕਾਰਾਂ ਬਰਾਬਰ ਬੜੀਆਂ ਸੌਖੀਆਂ ਖੱਬੇ ਤੇ ਸੱਜੇ ਹਿੱਸਿਆਂ 'ਚ ਲੰਘ ਸਕਦੀਆਂ ਸੀ।
ਤੇ ਕਾਰ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਉਹ ਸੜਕ ਤੇ ਜਾ ਰਹੀ ਸੀ ਜਾਂ ਪਾਣੀ ਤੇ। ਉਹਨਾਂ ਨੂੰ ਪਤਾ ਲੱਗਾ ਸੀ ਕਿ ਇਸੇ ਸੜਕ ਉੱਤੇ ਵੁਲਗੁਲਬੇ ਇੱਕ ਨਵਾਂ ਗੁਰਦੁਆਰਾ ਬਣਿਆ। ਰਾਤ ਤਾਈਂ ਉਹ ਇਸ ਪਿੰਡ ਵਰਗੇ ਸ਼ਹਿਰ ਪੁੱਜ ਗਏ ਸਨ। ਇੱਥੇ ਉਹਨਾਂ ਨੂੰ ਕਈ ਪੰਜਾਬੀ ਬੰਤੇ ਦੇ ਨਾਲ ਦੇ ਪਿੰਡਾਂ ਦੇ ਮਿਲੇ। ਹਰ ਕੋਈ ਉਹਨਾਂ ਨੂੰ ਆਪਣੇ ਘਰ ਰੱਖਣ ਲਈ ਜ਼ੋਰ ਪਾ ਰਿਹਾ ਸੀ, ਪਰ ਉਹ ਤਾਂ ਇੱਕ ਘਰ ਹੀ ਜਾ ਸਕਦੇ ਸੀ। ਅਖੀਰ ਸਾਧਪੁਰੀਏ ਉਹਨਾਂ ਨੂੰ ਜ਼ੋਰ ਪਾ ਕੇ ਰਾਤ ਆਪਣੇ ਘਰ ਲੈ ਗਏ। ਜੱਗੂ, ਜਿਹੜਾ ਪੰਜਾਬੀ ਸਮਝ ਤਾਂ ਲੈਂਦਾ ਸੀ ਪਰ ਬੋਲਦਾ ਟੁੱਟੀ ਫੁੱਟੀ ਸੀ, ਉਹ ਸਾਧਪੁਰੀਆਂ ਦੇ ਆਪਣੇ ਹਾਣ ਦੇ ਮੁੰਡੇ ਨਾਲ ਛੇਤੀ ਰਚ ਮਿਚ ਗਿਆ। ਉਹਨਾਂ ਦਾ ਮੁੰਡਾ ਵੀ ਇੱਥੋਂ ਦਾ ਹੀ ਪੜ੍ਹਿਆ ਹੋਇਆ ਸੀ। ਰਾਤ ਰਹਿ ਕੇ ਉਹਨਾਂ ਸਵੇਰੇ ਸ਼ਾਹ ਵੇਲਾ ਕਰਕੇ ਕਾਰ 'ਚ 1 ਨੰਬਰ ਸੜਕ ਤੇ ਪਾ ਲਈ। ਦਿਨ ਢਲਦੇ ਨੂੰ ਸਿਡਨੀ ਪਹੁੰਚ ਗਏ। ਸਿਡਨੀ ਪਹੁੰਚ ਕੇ ਬੰਤੇ ਨੂੰ ਯਾਦ ਆਇਆ ਕਿ ਉਹੀ ਸ਼ਹਿਰ ਹੈ ਜਿੱਥੇ ਉਸ ਕਦੀ ਆਸਟ੍ਰੇਲੀਆ ਦੀ ਧਰਤੀ ਤੇ ਪੈਰ ਧਰਿਆ ਸੀ। ਐਸਾ ਪੈਰ ਪਾਇਆ ਕਿ ਪੈਰ ਚੱਕਰ ਹੀ ਪਿਆ ਰਿਹਾ। ਉਹਨੂੰ ਲੱਗਾ ਜਿਵੇਂ ਅੱਜ ਤੋਂ 30 ਸਾਲ ਪਹਿਲਾਂ ਜਿੱਥੋਂ ਤੁਰਿਆ ਸੀ ਮੁੜ ਕੇ ਉੱਥੇ ਹੀ ਆ ਪਹੁੰਚਾ ਹੋਵੇ। ਸਿਡਨੀ 30 ਸਾਲ ਪਹਿਲਾਂ ਦੇ ਸਿਡਨੀ ਨਾਲੋਂ ਬਿਲਕੁਲ ਵੱਖਰਾ ਤੇ ਸੋਹਣਾ ਲੱਗ ਰਿਹਾ ਸੀ। ਇੱਥੋਂ ਆ ਕੇ ਸਿਡਨੀ ਤੋਂ ਉਹਨਾਂ ਨੇ 31 ਨੰਬਰ ਸੜਕ ਹਿਊਮ ਹਾਈਵੇ ਫੜ ਲਈ। ਇਹ ਸੜਕ ਸਿਡਨੀ ਤੇ ਮੈਲਬਰਨ ਨੂੰ ਮਿਲਾਉਂਦੀ ਹੈ। ਕਈ ਥਾਈਂ ਪਹਾੜਾਂ ਦੇ ਪੇਟ ਚੀਰ ਕੇ ਕੱਢੀ ਹੋਈ ਹੈ। ਖੋ ਪੀਏ ਵੇਲੇ ਉਹ ਨਕਸ਼ਾ ਵੇਖਦੇ ਵੇਖਦੇ ਸ਼ਿਪਰਟਨ ਪਹੁੰਚ ਗਏ। ਉਸ ਵੇਲੇ ਘਰ ਲੱਭਣਾ ਤੇ ਫਾਰਮ ਦਾ ਪਤਾ ਕਰਨਾ ਬੜਾ ਔਖਾ ਸੀ। ਇਸ ਲਈ ਉਹਨਾਂ ਨੇ ਇਹੀ ਠੀਕ ਸਮਝਿਆ ਕਿ ਰਾਤ ਕੈਰਾਵਾਨ ਪਾਰਕ ਵਿੱਚ ਕੈਰਾਵਾਨ ਕਿਰਾਏ ਤੇ ਲੈ ਕੇ ਕੱਟ ਲਈ ਜਾਵੇ ਤੇ ਉਹਨਾਂ ਸ਼ਹਿਰ ਦੀ ਖੂਬਸੂਰਤ ਝੀਲ ਦੇ ਕੰਢੇ ਬਣੀ ਇੱਕ ਕੈਰਾਵਾਨ ਪਾਰਕ ਵਿੱਚ ਇੱਕ ਕੈਰਾਵਾਨ ਰਾਤ ਲਈ ਕਿਰਾਏ ਤੇ ਲੈ ਲਈ। ਜ਼ਿੰਦਗੀ ਦੇ ਇੰਨੇ ਲੰਮੇ ਪੈਂਡੇ ਤੇ ਤੁਰਦਿਆਂ ਅੱਜ ਪਹਿਲੀ ਵਾਰ ਜਦੋਂ ਪਿਓ ਪੁੱਤ ਇੱਕ ਦੂਜੇ ਦੇ ਦਿਲ ਦੀ ਧੜਕਣ ਸੁਣ ਸਕਣ ਦੀ ਨੇੜਤਾ ਤਾਈਂ ਪਹੁੰਚੇ ਸਨ, ਦੋਵੇਂ ਹੀ ਜਿਵੇਂ ਜੈਨੀ ਦੀ ਕੋਈ ਗੱਲ ਛੇੜਨ ਤੋਂ ਡਰਦੇ ਹੋਣ। ਗੱਲ ਚਲਾਉਣ ਦੇ ਖਿਆਲ ਨਾਲ ਜਾਂ ਆਪਣੇ ਦਿਲ ਦੀਆਂ ਡੂੰਘਾਣਾਂ ਚੋਂ ਨਿਕਲੇ ਇੱਕ ਪ੍ਰਸ਼ਨ ਨਾਲ ਜੱਗੇ ਨੇ ਬਾਪੂ ਨੂੰ ਪੁੱਛਿਆ, ਡੈਡ, ਆਪਣਾ ਦੇਸ਼ ਕਿਹੋ ਜਿਹਾ? ਬੰਤੇ ਦੇ ਪਹਿਲੀ ਵਾਰ ਜੱਗੇ ਦੇ ਮੂੰਹ ਆਪਣਾ ਦੇਸ਼ ਸ਼ਬਦ ਸੁਣ ਕੇ ਰੌਂਗਟੇ ਖੜੇ ਹੋ ਗਏ। ਬੰਤਾ ਸਿਰਫ ਇੰਨਾ ਹੀ ਕਹਿ ਸਕਿਆ, ਬਹੁਤ ਸੋਹਣਾ। ਉੱਥੇ ਘਰ ਕਿਹੋ ਜਿਹੇ ਹੁੰਦੇ ਆ? ਕੱਚੇ ਤੇ ਪੱਕੇ, ਕੱਚੀਆਂ ਤੇ ਪੱਕੀਆਂ ਛੱਤਾਂ ਵਾਲੇ। ਕੀ ਉੱਤੇ ਕੈਰਾਵਾਨ ਵੀ ਹੁੰਦੀਆਂ ਨੇ? ਸ਼ਾਇਦ ਹੁੰਦੀਆਂ ਹੁਣ, ਮੈਂ ਨਹੀਂ ਵੇਖੀਆਂ। ਕੈਰਾਵਾਨ ਖੂਬਸੂਰਤ ਲੱਕੜੀ ਤੇ ਸਨਮਾਈਕਾ ਲਾ ਕੇ ਜਾਂ ਬਾਹਰਲੇ ਪਾਸੇ ਐਲੂਮੀਨੀਅਮ ਦੀ ਚਾਦਰ ਲਾ ਕੇ ਬਣਾਏ ਕੈਸੇ ਖੂਬਸੂਰਤ ਕਮਰੇ ਵਾਂਗ ਹੁੰਦੀ ਹੈ, ਜਿਸ 'ਚ ਸਾਈਜ਼ ਦੇ ਲਿਹਾਜ਼ ਨਾਲ 2 ਤੋਂ ਲੈ ਕੇ 4 ਬੰਦਿਆਂ ਦੇ ਸੌਣ ਲਈ ਜਗ੍ਹਾ ਹੁੰਦੀ ਹੈ। ਖਾਣਾ ਬਣਾਉਣ ਲਈ ਬਿਜਲੀ ਜਾਂ ਗੈਸ ਦਾ ਚੁੱਲ੍ਹਾ, ਰੌਸ਼ਨੀ ਲਈ ਬਿਜਲੀ ਦੀ ਫਿਟਿੰਗ, ਛੋਟੀ ਜਿਹੀ ਇੱਕ ਫਰਿੱਜ ਤੇ 2-4 ਬੰਦਿਆਂ ਲਈ ਖਾਣ ਪੀਣ ਦਾ ਸਮਾਨ ਰੱਖਣ ਲਈ ਚੁੱਲ੍ਹਿਆਂ ਦੇ ਉੱਤੇ ਬਣੇ 2-4 ਢੱਕਣਾਂ ਵਾਲੀਆਂ ਸ਼ੈਲਫਾਂ। ਗੱਲ ਕੀ ਹੈ ਕਿ ਇਹੋ ਜਿਹਾ ਛੋਟਾ ਕਮਰਾ ਹੁੰਦਾ ਜਿਸ 'ਚ ਰਹਿਣ ਵਾਲੇ ਲਈ ਹਰ ਲੋੜੀਂਦੀ ਸਹੂਲਤ ਹੈ, ਜਿਵੇਂ ਖਾਣਾ ਖਾਣ ਜਾਂ ਲਿਖਣ ਪੜ੍ਹਨ ਲਈ ਛੋਟੇ-ਛੋਟੇ 2 ਫੋਲਡਿੰਗ ਟੇਬਲ, 1-2 ਵਾਧੂ ਬੰਦਿਆਂ ਦੇ ਬੈਠਣ ਵਾਸਤੇ ਗੱਦੇ ਵਾਲਾ ਫੋਲਡਿੰਗ ਬੈਂਚ। ਇਹਨੂੰ ਕੋਈ ਵੀ ਖਰੀਦ ਸਕਦਾ ਹੈ ਤੇ 2-4 ਦਿਨ ਲਈ ਕਿਧਰੇ ਬਾਹਰ ਪਿਕਨਿਕ ਤੇ ਜਾਣ ਸਮੇਂ ਕਾਰ ਮਗਰ ਬੰਨ੍ਹ ਕੇ ਲਿਜਾਈ ਜਾ ਸਕਦੀ ਹੈ। ਇਹਨੂੰ ਕਾਰ ਦੇ ਪਿੱਛੇ ਲੱਗੀ ਹੁੱਕ ਨਾਲ ਟੋਚਨ ਕਰ ਲਿਆ ਜਾਂਦਾ ਹੈ। ਕਾਰ ਦੀ ਹੁੱਕ ਨਾਲ ਲੱਗੇ ਪਲੱਗ 'ਚ ਕੈਰਾਵਾਨ ਦੀ ਹੁੱਕ ਨਾਲ ਸ਼ੂ ਜੋੜ ਦਿੱਤਾ ਜਾਂਦਾ ਹੈ, ਜਿਸ ਨਾਲ ਕਾਰ ਦੀਆਂ ਸਾਰੀਆਂ ਪਿਛਲੀਆਂ ਬੱਤੀਆਂ ਵਾਲਾ ਸਿਸਟਮ ਕੈਰਾਵਾਨ ਦੇ ਪਿੱਛੇ ਲੱਗੀਆਂ ਬੱਤੀਆਂ 'ਚ ਵੀ ਚਾਲੂ ਹੋ ਜਾਂਦਾ ਹੈ। ਭਾਵ ਕਾਰ ਦੀਆਂ ਪਿਛਲੀਆਂ ਬੱਤੀਆਂ ਦਾ ਕੰਮ ਕੈਰਾਵਾਨ ਦੀਆਂ ਪਿਛਲੀਆਂ ਬੱਤੀਆਂ ਤੋਂ ਹੀ ਲਿਆ ਜਾਂਦਾ ਹੈ। ਪਰ ਇਸ ਤਰ੍ਹਾਂ ਦੀ ਕੈਰਾਵਾਨ ਨੂੰ ਜਿਹਨੂੰ ਆਪਣੀ ਕਾਰ ਮਗਰ ਪਾ ਕੇ ਬਾਹਰ ਲੈ ਜਾਣਾ ਚਾਹੁੰਦੇ ਹੋਣ, ਉਹਦੀ ਕਾਰ ਵਾਂਗ ਹੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ। ਪਰ ਜੋ ਕੈਰਾਵਾਨ ਪਾਰਕ ਵਿੱਚ ਪੱਕੇ ਤੌਰ ਤੇ ਇੱਕ ਥਾਂ ਰੱਖੀਆਂ ਜਾਂਦੀਆਂ, ਉਹਨਾਂ ਦੀ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੁੰਦੀ। ਉਹਨਾਂ ਦਾ ਇੱਕ ਹੀ ਮਾਲਕ ਹੁੰਦਾ ਹੈ ਜੋ ਹੋਟਲਾਂ ਦੇ ਕਮਰਿਆਂ ਵਾਂਗ ਯਾਤਰੂਆਂ ਨੂੰ ਕੈਰਾਵਾਨ ਕਿਰਾਏ ਤੇ ਦਿੰਦਾ ਹੈ। ਉੱਥੇ ਕੈਰਾਵਾਨ ਦੀ ਗਿਣਤੀ ਦੇ ਹਿਸਾਬ ਨਾਲ ਕਾਨੂੰਨੀ ਤੌਰ ਤੇ ਗੁਸਲਖਾਨੇ ਤੇ ਫਲੱਸ਼ ਬਣਾਉਣੇ ਜ਼ਰੂਰੀ ਹੁੰਦੇ ਹੈ। ਇਸ ਤਰ੍ਹਾਂ ਦੀ ਕੈਰਾਵਾਨ ਪਾਰਕ ਵਿੱਚ ਹੀ ਅੱਜ ਬੰਤਾ ਤੇ ਜੱਗਾ ਰਾਤ ਰਹਿਣ ਲਈ ਆਏ ਸੀ। ਕੈਰਾਵਾਨ 'ਚ ਪਹੁੰਚਣ ਤੋਂ ਪਹਿਲਾਂ ਉਹ ਰਾਹ ਵਿੱਚ ਇੱਕ ਪੀਜ਼ਾ ਸ਼ਾਪ ਤੋਂ ਪੀਜ਼ਾ ਖਾ ਆਏ ਸੀ। ਇਹ ਪੀਜ਼ਾ ਇਟਾਲੀਅਨ ਢੰਗ ਨਾਲ ਬਣੀ ਇੱਕ ਰੋਟੀ ਹੁੰਦੀ ਹੈ, ਜਿਹਨੂੰ ਪਕਾਉਣ ਤੋਂ ਪਹਿਲਾਂ ਉਸ ਉੱਤੇ ਪਿਘਲਿਆ ਹੋਇਆ ਮੱਖਣ ਚੋਪੜ ਕੇ ਪਨੀਰ, ਮਿਰਚ, ਲੂਣ, ਸਲਾਮੀ, ਮੀਟ ਦੇ ਛੋਟੇ ਟੁਕੜੇ, ਪਿਆਜ਼ ਤੇ ਟਮਾਟਰਾਂ ਦੀ ਸੌਸ ਤੇ ਹੋਰ ਕੀ ਕੁਝ ਉੱਪਰ ਭੁੱਕ ਕੇ ਉਹਨੂੰ ਇੱਕ ਓਵਨ 'ਚ ਰੱਖ ਦਿੱਤਾ ਜਾਂਦਾ ਹੈ। ਪੱਕ ਜਾਣ ਤੇ ਕੱਢ ਕੇ ਗਾਹਕ ਨੂੰ ਦਿੱਤਾ ਜਾਂਦਾ ਹੈ। ਇਹਨੂੰ ਦੁਕਾਨ ਤੇ ਵੀ ਬੈਠ ਕੇ ਖਾ ਸਕਦੇ ਹੋ ਤੇ ਨਾਲ ਵੀ ਲਿਜਾ ਸਕਦੇ ਹੋ। ਹੁਣ ਤੇ ਬਸ ਸੌਣਾ ਹੀ ਸੀ, ਇਸ ਲਈ ਉਹ ਗੱਲੀਂ ਜੁੱਟੇ ਰਹੇ ਤੇ ਫਿਰ ਗੱਲਾਂ ਕਰਦੇ ਕਰਦੇ ਪਤਾ ਨਹੀਂ ਜੱਗਾ ਕਿਹੜੇ ਵੇਲੇ ਸੌਂ ਗਿਆ। ਇਕੱਲਾ ਪਿਆ ਬੰਤਾ ਚੰਨੋ ਨੂੰ ਯਾਦ ਕਰਕੇ ਹੌਕੇ ਭਰਦਾ ਰਿਹਾ ਤੇ ਫਿਰ ਉਹਨੂੰ ਵੀ ਨੀਂਦ ਆ ਲੱਗੀ। ਸਵੇਰੇ ਉੱਠ ਕੇ ਉਹਨਾਂ ਨੇ ਹੱਥ ਮੂੰਹ ਧੋਤਾ, ਫਲੱਸ਼ 'ਚ ਗਏ, ਫਿਰ ਕੈਰਾਵਾਨ ਪਾਰਕ ਵਿੱਚ ਬਣੀ ਦੁਕਾਨ ਤੋਂ ਦੁੱਧ ਲਿਆ ਕੇ ਠੰਡੇ ਦੁੱਧ ਦੇ 2 ਗਲਾਸ ਪੀ ਕੇ ਮਹਿੰਦਰ ਮਝੈਲ ਹੋਰਾਂ ਨੂੰ ਲੱਭਣ ਤੁਰ ਪਏ। ਜਦੋਂ ਦੱਸੇ ਟਿਕਾਣੇ ਤੇ ਪਹੁੰਚੇ ਤਾਂ ਮਹਿੰਦਰ ਹੋਰੀ ਉਹਨਾਂ ਨੂੰ ਵੇਖ ਕੇ ਹੈਰਾਨ ਰਹਿ ਗਏ।
ਮਹਿੰਦਰ ਦੇ ਮੂੰਹੋਂ ਹੈਰਾਨੀ ਨਾਲ ਅਚਾਨਕ ਨਿਕਲ ਗਿਆ, ਹੈ ਤੁਸੀਂ ਕਿੱਥੇ? ਬੰਤਾ ਹੱਸ ਕੇ ਕਹਿਣ ਲੱਗਾ, ਤੁਹਾਡੇ ਪਾਸ। ਮਹਿੰਦਰ ਹੋਰੀ ਭਾਵੇਂ ਕੰਮ ਤੇ ਜਾਣ ਹੀ ਲੱਗੇ ਸੀ, ਉਹਨਾਂ ਦੇ ਆਉਣ ਤੋਂ ਬਾਅਦ ਚਾਹ ਬਣਾਈ ਗਈ, 2-2 ਸੈਂਡਵਿਚ ਉਹਨਾਂ ਨੂੰ ਖਾਣ ਨੂੰ ਦੇ ਕੇ ਨਾਲ ਗੱਲਾਂ ਵੀ ਕਰੀ ਜਾਂਦੇ। ਬੰਤੇ ਨੇ ਛੇਤੀ ਗੱਲ ਮੁਕਾ ਕੇ ਉਹਨਾਂ ਨੂੰ ਦੱਸਿਆ, ਅਸੀਂ ਵੀ ਇੱਥੇ ਕੰਮ ਕਰਨ ਆਏ ਹਾਂ। ਤੇ ਮਹਿੰਦਰ ਦੇ ਤਾਂ ਮਨ ਨੂੰ ਚਾਅ ਚੜ੍ਹ ਗਿਆ। ਉਹ ਖੁਸ਼ ਹੁੰਦਾ ਬੋਲਿਆ, ਫੇਰ ਤਾਂ ਭਾਊ ਹੁਣ ਰੌਣਕਾਂ ਲੱਗਿਆ ਕਰਨਗੀਆਂ। ਕੰਮ ਲਈ ਤਾਂ ਇੱਥੇ ਵਾਂਭਰ ਮਗਰ ਤਰਲੇ ਫਿਰਦੇ ਆ। ਤੁਸੀਂ ਚਾਹ ਪੀ ਕੇ ਭਾਵੇਂ ਅੱਜ ਹੀ ਕੰਮ ਸ਼ੁਰੂ ਕਰ ਦਿਓ। ਹੁਣੇ ਇੱਕ ਨਾਲ ਦਾ ਫਾਰਮਰ ਬੰਦਿਆਂ ਲਈ ਤਰਲੇ ਕਰਦਾ ਗਿਆ ਹੈ, ਕੰਮ ਵੀ ਸੌਖਾ ਹੈ, ਪੈਸੇ ਵੀ ਬੜੇ ਮਿਲਦੇ ਆ। ਗੰਨੇ 'ਚ ਤਾਂ ਸਾਲਾ ਲੱਕ ਹੀ ਦੂਰਾ ਹੋ ਜਾਂਦਾ ਸੀ। ਤੇ ਮਹਿੰਦਰ ਉਹਨਾਂ ਨੂੰ ਨਾਲ ਦੇ ਫਾਰਮ 'ਚ ਲੈ ਗਿਆ। ਫਾਰਮਰ ਬਹੁਤ ਖੁਸ਼ ਹੋਇਆ। ਉਹਨੇ ਆਪ ਆਪਣੀ ਘਰਵਾਲੀ ਤੇ ਬੱਚਿਆਂ ਨੂੰ ਨਾਲ ਲਾ ਕੇ ਇਹਨਾਂ ਦੇ ਰਹਿਣ ਵਾਲਾ ਘਰ ਤੇ ਵਰਤੋਂ ਦੇ ਸਾਰੇ ਭਾਂਡੇ ਛੇਤੀ ਸਾਫ਼ ਕਰ ਲਏ ਤੇ ਬੰਤੇ ਹੋਰਾਂ ਨੇ ਆਪਣਾ ਸਮਾਨ ਕਾਰ 'ਚੋਂ ਕੱਢ ਕੇ ਘਰ 'ਚ ਰਖਾ ਲਿਆ। ਹੁਣ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦਾ ਟੱਪਰੀ ਵਾਸਾਂ ਦਾ ਜੀਵਨ ਉਹਨਾਂ ਨੂੰ ਕਿੰਨੀ ਦੇਰ ਹੰਢਾਉਣਾ ਪਏਗਾ। ਨਵੀਂ ਜ਼ਿੰਦਗੀ ਦੇ ਨਵੇਂ ਤੇ ਅਣਜਾਣ ਰਾਹਾਂ ਤੇ ਦੋਵੇਂ ਪਿਓ ਪੁੱਤਰ ਹਿੰਮਤ ਨਾਲ ਵਧਣ ਲੱਗੇ। ਧੰਨਵਾਦ।